ਇੱਕ ਵਾਰ ਫਿਰ ਤੋਂ ਹਾਜ਼ਰੀ ਜੀ ਤੁਹਾਡੇ ਨਾਲ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਨਾਲ ਆਪਣੇ ਵੀਰ ਪਰਮਵੀਰ ਬਾਠ ਹੋ ਰਹੀ। ਬਾਠ ਸਾਹਿਬ ਕਿੱਦਾਂ? ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ। ਜਰਾਬਾਂ ਬੜੀਆਂ ਵਧੀਆ ਪਾਈਆਂ। ਇਹ ਤੁਸੀਂ ਲੈ ਕੇ ਦਿੱਤੀਆਂ ਗੱਲ, ਨਾਲੇ ਤੇ ਇਕੱਠੇ ਜੋੜੇ ਲੈ ਲਏ, ਨਾਲੇ ਬੰਦਾ ਹੁਣ ਟਿਚਾਇਆ ਕਰਦਾ। ਇਹਨੂੰ ਆਇਆ ਸੀ ਵੀ ਜਰਾਬ ਦਾ ਕਿਹੜਾ ਦਿਸਣੀ, ਪਰ ਟਾਈ ਐਕਚੁਅਲੀ ਕਾਰਨ ਹੈ ਵੀ ਟਾਈ ਅੱਜ ਫੇਰ ਮਾਂਜੀ ਕਿਸੇ ਦੀ। ਇਹ ਕਿਹਦੀ ਹੈ ਜੀ? ਨਹੀਂ ਦੇਖੋ, ਟਾਈ ਤਾਂ ਇੱਥੇ ਵਾਲਿਆਂ ਦੀ, ਕੈਲਗਰੀ ਸਟੂਡੀਓ ਵਾਲਿਆਂ ਦੀ ਆ ਮਹਾਰਾਜ। ਹੋਰ ਕਿਹੜੀ ਗੱਲ, ਆਪਣੇ ਬੰਦੇ ਨੇ, ਭਰਾ ਨੇ ਉਹ। ਆਹੋ ਨਹੀਂ ਭਰਾ, ਹੁਣ ਟਾਈ ਦੇ ਹੀ ਆ ਗਏ ਹੈਗੇ। ਠੀਕ ਹੈ। ਆਹੋ ਉਹਨਾਂ ਨੇ ਵੀ ਇੱਕ ਹੀ ਦਿੱਤੀ, ਕਹਿੰਦੇ ਆਹੀ ਲਾਉਣੀ, ਜੇ ਦੂਜੀ ਨੂੰ ਹੱਥ ਲਾਇਆ ਤਾਂ ਛਾਂਗਣੇ ਬਹੁਤ ਬੁਰੀ ਤਰ੍ਹਾਂ। ਹੁਣ ਉਹਨਾਂ ਦੇ ਵਰਤੋਂ ਨਹੀਂ ਨਾ ਰਹੀ ਹੋਣੀ। ਹੋ ਸਕਦਾ ਵੀ 10 ਕੁ ਵਿਆਹ ਵੇਖ ਲਏ ਉਹਨਾਂ ਨੇ। ਉਹ ਕਹਿੰਦਾ ਯਾਰ ਹੁਣ ਏਦਾਂ ਕਰ ਵੀ ਉੱਥੇ ਪਰੇ ਬਾਠ ਨੂੰ ਦੇ ਦਿਓ, ਵੀ ਟੀਵੀ ਤੇ ਲਾ ਲਿਆ ਕਰ, ਟੈਲੀਵਿਜ਼ਨ ਤੇ ਹੈ ਨਾ। ਨਹੀਂ ਟੈਲੀਵਿਜ਼ਨ ਨਹੀਂ, ਟੈਲੀਵਿਜ਼ਨ ਤੇ। ਹਾਂ ਟੈਲੀਵਿਜ਼ਨ ਤੇ। ਰੁਕਾਵਟ ਦੇ ਲਈ ਖੇਦ ਹੈ ਜੇ ਤੇ ਆਉਂਦਾ। ਹਾਂ ਅੱਛਾ, ਗੱਲ ਇਹ ਹੈ ਬਾਠ ਸਾਹਿਬ ਦੱਸੋ ਕਿ ਵੀ ਸ਼ਹਿਰ ਕੈਲਗਰੀ ਦੇ ਵਿੱਚ ਮੀਂਹ ਪਵਾਇਆ ਤੁਸੀਂ ਕੱਲ, ਇਹਦੇ ਪਿੱਛੇ ਕੀ ਕਾਰਨ ਹੈ ਜੀ? ਮੁੱਖ ਅਸੀਂ ਜਾਣਨਾ ਚਾਹਾਂਗੇ। ਇਹ ਪਤਾ ਨਹੀਂ, ਉਹ ਵਾਸ਼ਪੀਕਰਨ ਕੀ ਕਹਿੰਦੇ ਹੁੰਦੇ ਆ ਵੀ ਉਹ ਬੱਦਲ ਬਣਦੇ ਹਨ, ਜਿੱਧਰਲੇ ਪਾਸੇ ਗਰਮੀ ਹੁੰਦੀ ਹੈ ਬੱਦਲ ਉਧਰਲੇ ਪਾਸੇ ਨੂੰ ਜਾਂਦੇ ਹਨ, ਫਿਰ ਪਹਾੜਾਂ ਦੇ ਨਾਲ ਟਕਰਾ ਕੇ ਫਿਰ ਬੱਦਲਾਂ 'ਚੋਂ ਮੀਂਹ ਪੈਂਦਾ ਹੈ, ਫਿਰ ਉਹ ਪਾਣੀ ਫਿਰ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਸਮੁੰਦਰਾਂ 'ਚ ਜਾਂਦਾ ਹੈ, ਬੱਦਲ ਫਿਰ ਉੱਥੋਂ ਪਾਣੀ ਸੋਖਦੇ ਹਨ। ਨਹੀਂ ਨਹੀਂ, ਕਿਆ ਬਾਤ ਆ। ਅੱਛਾ, ਇਹ ਇਹਨਾਂ ਨੇ ਜਿਵੇਂ ਮਤਲਬ ਆਪਣੇ ਹਿਸਾਬ ਨਾਲ ਸਮਝਾਇਆ, ਜਿਵੇਂ ਇਹਨਾਂ ਨੇ ਰੱਟਾ ਲਾਇਆ ਸੀ ਉੱਦਾਂ ਸਮਝਾਇਆ। ਪਰ ਨਹੀਂ, ਇਹ ਮੈਂ ਗੱਲ ਤੁਹਾਨੂੰ ਤਾਂ ਪੁੱਛੀ ਵੀ ਕਹਿੰਦੇ ਵੀ ਇਸ ਲਈ ਚੱਕਰ ਇਹ ਸੀ ਵੀ ਆਪਣੇ ਮਿੱਤਰ ਸੰਧੂ ਸਾਹਿਬ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਬੋ ਰਿਵਰ ਤੇ ਲੈ ਕੇ ਜਾਣਾ। ਹੁਣ ਚਲੋ ਮੀਂਹ ਪਾਣੀ ਹੋ ਗਿਆ, ਇਸ ਕਰਕੇ ਉਹ ਜਿਹੜਾ ਅਗਲਾ ਕੰਮ ਨਹੀਂ ਹੋਇਆ, ਪਰ ਦੇਖੋ ਨਾ ਉਹਨਾਂ ਨੇ ਬੋ ਰਿਵਰ ਰੱਖਿਆ ਜੀ, ਵੀ ਪਾਣੀ ਹੈ ਜਮਾਂ ਸਾਫ਼ ਹੀ, ਭਾਵੇਂ ਤੁਸੀਂ ਹੁਣੇ 2 ਘੁੱਟਾਂ ਪੀ ਲਓ। ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੰਧਾਵਾਲੀਆ ਸਾਹਿਬ। ਇੱਥੇ ਮੈਂ ਤਾਂ ਕਹਿੰਦਾ ਜਿਹੜੇ ਕੈਲਗਰੀ ਦੇ ਵਿੱਚ ਸੱਜਣ ਰਹਿੰਦੇ ਉਹੀ ਦੱਸਦੇ ਨੇ ਕਿ ਪਾਣੀ ਪਾਈ ਇੱਥੇ ਟੂਟੀ ਦਾ ਪੀ ਲਈਦਾ, ਫਿਲਟਰ ਦਾ ਪੀਦਾ ਕਿ ਬੋਤਲਾਂ ਵਾਲਾ ਪੀਦਾ। ਕਿਉਂਕਿ ਕਈ ਸੱਜਣ ਮੈਂ ਦੇਖਿਆ ਟੂਟੀ ਤੋਂ ਪਾਣੀ ਪੀ ਜਾਂਦੇ ਆ, ਕਈ ਸੱਜਣ ਮੈਂ ਦੇਖਿਆ ਬੋਤਲਾਂ ਵਾਲਾ ਪਾਣੀ ਪੀਂਦੇ ਆ। ਨਹੀਂ ਇਹ ਹੱਥ ਉਲਟਾ ਕਰ ਲਓ ਥੋੜਾ ਜਿਹਾ, ਨਹੀਂ ਤੇ ਮੈਂ ਹੁਣੇ ਟੂਟੀ ਵਾਲਾ ਪੀ ਕੇ ਵਿਖਾ ਦੇ ਸਾਹਮਣੇ। ਯਾਨੀ ਕੀ ਇੱਥੇ ਦਾ ਪਾਣੀ ਵਧੀਆ ਤੱਤ ਯੁਕਤ ਹੈ, ਜਿਹੜੇ ਤੱਤ ਸਰੀਰ ਨੂੰ ਚਾਹੀਦੇ ਹੁੰਦੇ ਆ, ਜਾਂ ਕਿਵੇਂ ਪਤਾ ਲੱਗੇ ਸਾਨੂੰ, ਇਹ ਨਾ ਹੋਵੇ ਮੁੜ ਕੇ ਪੱਥਰੀ ਕਰਾ ਲਈਏ ਭਰਾ। ਨਹੀਂ ਇਹ ਵੀ ਗੱਲ ਹੈਗੀ ਆ, ਪਰ ਚਲੋ ਕਹਿਣ ਤੋਂ ਭਾਵ ਇਹ ਆ ਵੀ ਜਿਵੇਂ ਮਰਜ਼ੀ ਆਪਾਂ ਕਹਿ ਲਈਏ ਵੀ ਪਾਣੀ ਹੋ ਗਿਆ, ਕੁਦਰਤੀ ਸੋਮੇ ਹੋ ਗਏ, ਸਾਰੀਆਂ ਚੀਜ਼ਾਂ ਹੋ ਗਈਆਂ, ਫਿਰ ਵੀ ਅਗਲੇ ਨੇ ਸੰਭਾਲੀਆਂ ਜੀ। ਰੌਣਕ ਮੇਲਾ ਵੀ ਕਰਨਾ, ਉਹ ਕਹਿੰਦੇ ਕਰੀ ਜਾਓ ਜੀ ਸਦਕੇ, ਪਰ ਪਾਣੀ ਖਰਾਬ ਨਹੀਂ ਕਰਨਾ। ਦੂਜੇ ਪਾਸੇ ਜੇ ਆਪਣੇ ਵਾਲੇ ਉੱਧਰ ਚਲੇ ਚਲੀਏ, ਉਹ ਕਹਿੰਦਾ ਯਾਰ ਇਹ ਕਿਹੜਾ ਕੰਮਾਂ ਚੋਂ ਕੰਮ ਆ, ਦੱਸ ਹੋਰ ਕੋਈ ਗੱਲ ਨਹੀਂ, ਕੋਈ ਨਹੀਂ ਗ੍ਰਾਂਟ ਇੱਕ ਮਨਜ਼ੂਰ ਕਰਾਉਣੇ ਆ ਜੀ, ਕਹਿੰਦੇ ਕਰਨਾ ਕਿ ਕੋਈ ਨਹੀਂ ਕਰਾਉਣੇ ਸਫਾਈ ਸਫੂਈ ਕਿਸੇ ਚੀਜ਼ ਦੀ, ਤੇ ਬਾਅਦ ਵਿੱਚ ਸਫਾਈ ਵਾਲੀ ਚੀਜ਼ ਤੇ ਉੱਥੇ ਦੀ ਉੱਥੇ ਰਹਿ ਜਾਂਦੀ ਹੈ, ਗ੍ਰਾਂਟ ਘੂਰ ਹੀ ਸਾਫ਼ ਕਰ ਜਾਂਦਾ। ਹਾਂ ਨਹੀਂ ਫਿਰ ਮਹਾਰਾਜ ਗ੍ਰਾਂਟ ਆ ਲੱਗਦਾ ਹੋਊਗਾ, ਕੋਈ ਗੱਲ ਨਹੀਂ, ਵਿੱਚੋਂ ਇਹਨਾਂ ਨੂੰ 10 ਕਿ ਇਹਨਾਂ ਨੂੰ ਦੇ ਦਿਓ, 5 ਕਿ ਇਹਨਾਂ ਨੂੰ ਦੇ ਦਿਓ, ਪਰ ਮੁੜ ਕੇ ਜਦੋਂ ਵਿਜੀਲੈਂਸ ਵਾਲੇ ਆ ਕਹਿੰਦੇ ਨਾ ਚਲੀਏ ਜੀ ਨਾਲ ਦੀ ਕੁਰਸੀ ਤੇ ਬਹਿ ਕੇ, ਫਿਰ ਬਹੁਤ ਔਖਾ ਲੱਗਦਾ। ਹਾਂ ਨਹੀਂ ਇਹ ਤਾਂ ਹੈ। ਦੇਖੋ ਵਿਜੀਲੈਂਸ ਵਾਲਿਆਂ ਨੇ ਆਸ਼ੂ ਸਾਹਿਬ ਨੂੰ ਜਿਵੇਂ ਗ੍ਰਿਫਤਾਰ ਕੀਤਾ ਜੀ, ਜਾਂ ਕਾਂਗਰਸ ਪਾਰਟੀ ਵਾਲਿਆਂ ਦੀ ਭਾਸ਼ਾ ਨਾਲ ਆਪਾਂ ਕਹੀਏ ਤਾਂ ਉਹ ਕਹਿੰਦੇ ਜਿਵੇਂ ਚੱਕਿਆ ਸਾਡਾ ਲੀਡਰ ਜੀ, ਉਹਦੇ ਤੋਂ ਬਾਅਦ ਵਾਹਵਾ ਸਿਆਸਤ ਇਸ ਵਕਤ ਭਖੀ ਆ। ਇੱਕ ਤਾਂ ਕਹਿੰਦੇ ਵੀ ਜਦੋਂ ਲੈ ਕੇ ਗਏ ਸੀਗੇ ਉਸ ਤੋਂ ਬਾਅਦ ਸਿਹਤ ਨਸਾਜ਼ ਹੋ ਗਈ ਉਹਨਾਂ ਦੀ, ਥੋੜ੍ਹੀ ਜਿਹੀ ਢਿੱਲੇ ਰਹਿਣ ਲੱਗ ਗਏ ਅਚਾਨਕ ਹੀ। ਪਰ ਫਿਰ ਅਦਾਲਤ ਦੇ ਵਿੱਚ ਕਿਉਂਕਿ ਰਿਮਾਂਡ ਦੇ ਲਈ ਜਾਣਾ ਸੀਗਾ, ਰਿਮਾਂਡ 27 ਤੱਕ ਮਿਲਿਆ। ਕਹਿੰਦੇ ਵੀ ਜਿਹੜੇ ਠੇਕੇਦਾਰ ਸਾਹਿਬ ਨੇ ਤੇਲੂ ਰਾਮੂਰੀ ਨਾਮ ਦਾ, ਉਹਨਾਂ ਦੀ ਸਾਹਮਣੇ ਕੁਰਸੀ ਡਾਹ ਲੈਣੀ ਹੈ, ਇੱਧਰ ਆਸ਼ੂ ਸਾਹਿਬ ਦੀ ਕੁਰਸੀ ਡਾਹ ਲੈਣੀ। ਇਹ ਜਨਾਬ ਨੇ ਕਿਹਾ ਜਿਨ੍ਹਾਂ ਨੇ ਰਿਮਾਂਡ ਮੰਗਿਆ, ਉਹ ਕਹਿੰਦੇ ਆਮਣੇ ਸਾਹਮਣੇ ਬਿਠਾ ਕੇ ਸਵਾਲ ਕਰਨੇ ਨੇ। ਵਾਹ ਜੀ ਵਾਹ, ਚਾਹ ਪੀਂਦੇ ਆ। ਹੁਣ ਸੰਧਾਲੀਆ ਸਾਹਿਬ ਤੁਸੀਂ ਇਹ ਦੇਖੋ, ਆਸ਼ੂ ਸਾਹਿਬ ਨੂੰ ਵਿਜੀਲੈਂਸ ਨੇ ਫੜਿਆ, ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਸਾਹਿਬ ਕੰਧ ਬਣ ਕੇ ਖੜ ਗਏ ਰੋਕਣਾ, ਕਹਿੰਦੇ ਇੱਦਾਂ ਕਿੱਦਾਂ ਆਪਣੀ ਗੱਡੀ ਜਾਵਾਂਗੇ, ਕਾਗਜ਼ ਹੈਗਾ, ਕਾਗਜ਼, ਉਹ ਕਾਕਾ ਕਾਗਜ਼ ਦਿਖਾ। ਚਲੋ ਉਹ ਫਿਰ ਵੀ ਲੈ ਗਏ। ਉਹਦੇ ਤੋਂ ਬਾਅਦ ਜਦੋਂ ਪੇਸ਼ ਕਰਨਾ ਸੀ ਅਦਾਲਤ 'ਚ, ਹੁਣ ਇੱਕ ਪਾਸੇ ਤਾਂ ਅੰਦਰ ਰੌਲਾ ਰੱਪਾ ਪੈਣਾ ਸੀ, ਬਚਾਅ ਪੱਖ ਦੇ ਵਕੀਲਾਂ ਨੇ ਕਹਿਣਾ ਸੀ ਨਾ ਜੀ ਬੰਦੇ ਦਾ ਕਸੂਰ ਕੋਈ ਨਹੀਂ, ਰਿਮਾਂਡ ਤੇ ਨਾ ਭੇਜੋ, ਬੰਦਾ ਛੱਡੋ। ਸਰਕਾਰੀ ਪੱਖ ਵਾਲਿਆਂ ਨੇ ਕਹਿਣਾ ਸੀ ਪਤਾ ਸ਼ਤਾ ਇਹ ਬਹੁਤ ਕਰਨ ਵਾਲਾ, ਸਬੂਤ ਬੜੇ ਨੇ, ਸਾਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਹੈ। ਚਲੋ ਜੱਜ ਸਾਹਿਬ ਨੇ ਰਿਮਾਂਡ ਦੇ ਦਿੱਤਾ 27 ਤਰੀਕ ਤੱਕ, ਉਹ ਇੱਕ ਵੱਖਰਾ ਵਿਸ਼ਾ। ਉਹਦੇ ਤੋਂ ਬਾਹਰ ਤੁਸੀਂ ਇਹ ਦੇਖੋ ਕਿ ਕੀ ਹੋਇਆ। ਬਾਹਰ ਰਵਨੀਤ ਸਿੰਘ ਬਿੱਟੂ ਸਾਹਿਬ ਉਹਨਾਂ ਦੇ ਗਨਮੈਨ ਅੰਦਰ ਨਹੀਂ ਜਾਣ ਦਿੱਤੇ, ਉਹ ਰੌਲਾ ਪੈ ਗਿਆ। ਕਾਂਗਰਸ ਪਾਰਟੀ ਦੇ ਲੀਡਰ ਬਹੁਤ ਸਾਰੇ ਆਏ, ਵਰਕਰ ਬਹੁਤ ਸਾਰੇ ਆਏ ਆਸ਼ੂ ਸਾਹਿਬ ਦੇ ਹੱਕ 'ਚ। ਉਹੀ ਗੱਲ, ਭਾਰਤ ਭੂਸ਼ਣ ਆਸ਼ੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਬਹੁਤ ਚੱਲਿਆ ਬਾਹਰਲੇ ਪਾਸੇ ਕੰਮ। ਪਰ ਸਭ ਤੋਂ ਇੰਪੋਰਟੈਂਟ ਗੱਲ ਕਿ ਜਦੋਂ ਕੇਸ ਤੁਰਿਆ ਸੀ, ਸ਼ਿਕਾਇਤ ਹੁੰਦੀ ਹੈ ਕਿ 2000 ਕਰੋੜ ਦਾ ਘੁਟਾਲਾ, ਇਹ ਸ਼ਿਕਾਇਤ ਹੋਈ ਹੈ, ਸ਼ਿਕਾਇਤ ਸੱਚੀ ਵੀ ਹੋ ਸਕਦੀ, ਝੂਠੀ ਵੀ। ਤੇ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਈ ਢੋਆ ਢਾਈ ਲੇਬਰ ਉਹਦੇ ਜਿਹੜੇ ਟੈਂਡਰ ਕੁਝ ਖਾਸ ਲੋਕਾਂ ਨੂੰ ਦਿੱਤੇ ਗਏ, ਤਾਂ ਫਿਰ ਮੋਟੇ ਨੋਟ ਕਮਾਏ ਗਏ ਕਿ ਭਾਈ ਸਕੂਟਰ ਦਾ ਨੰਬਰ ਦੱਸ ਕੇ ਤੇ ਵੀ ਕਣਕ ਢੋਲੀ ਜੀ, ਆਟੋ ਦਾ ਨੰਬਰ ਦੱਸ ਕੇ, ਟਰੱਕ ਦਾ ਕਹਿ ਕੇ ਉਹ ਪੈਸੇ ਚੈੱਕ ਲੈ ਲੈ। ਚਲੋ ਰੌਲਾ ਰੱਪਾ ਪੈ ਗਿਆ। ਫਿਰ ਇੱਕ ਠੇਕੇਦਾਰ ਫੜਿਆ, ਦੂਜਾ ਠੇਕੇਦਾਰ ਫੜਿਆ, ਤੇ ਜਿਹੜਾ ਤੇਲੂ ਰਾਮ ਤੁਸੀਂ ਗੱਲ ਕੀਤੀ ਆ ਠੇਕੇਦਾਰ,
ਉਹਦੇ ਬਾਰੇ ਦਾਅਵਾ ਕੀਤਾ ਜਾਂਦਾ ਸੀ ਕਿ ਉਹ ਕਹਿੰਦਾ ਜੀ ਮੈਂ 30-40 ਲੱਖ ਰੁਪਈਆ ਦਿੱਤਾ ਟੈਂਡਰ ਲੈਣ ਲਈ, 20 ਇਹਨੂੰ ਦਿੱਤਾ, 5 ਇਹਨੂੰ ਦਿੱਤਾ, 8 ਇਹਨੂੰ ਦਿੱਤਾ, ਆਪਾਂ ਕਾਹਨੂੰ ਕਹਿਣਾ ਕਿਹਨੂੰ ਦਿੱਤਾ। ਤੇ ਜਦੋਂ ਇਹ ਸਾਰਾ ਕੁਝ ਹੋ ਗਿਆ, ਪਰ ਅੱਜ ਇੱਕ ਹੋਰ ਗੱਲ ਹੋਈ, ਉਧਰ ਭਾਰਤ ਭੂਸ਼ਣ ਆਸ਼ੂ ਸਾਹਿਬ ਰਿਮਾਂਡ ਤੇ ਚਲੇ ਗਏ। ਰਵਨੀਤ ਸਿੰਘ ਬਿੱਟੂ ਸਾਹਿਬ ਕਹਿੰਦੇ ਜੀ ਉਹਨਾਂ ਨੂੰ ਸਾਹ ਦੀ ਤਕਲੀਫ ਹੋਈ ਹੈ ਅੱਧਾ ਘੰਟਾ, ਪਰ ਵਿਜੀਲੈਂਸ ਵਾਲਿਆਂ ਨੇ ਉੱਥੇ ਸਾਰਾ ਕੁਝ ਪ੍ਰਬੰਧ ਕੀਤਾ ਸੀ। ਤੇ ਨਾਲ ਹੀ ਉਹਨਾਂ ਦੇ ਵਕੀਲ ਜਿਹੜੇ ਆ ਰਵਨੀਤ ਸਿੰਘ ਬਿੱਟੂ ਦੇ, ਉਹ ਬਾਹਰ ਆ ਕਹਿੰਦੇ ਜੀ ਕਾਮੀ ਸੂਤ ਆ ਗਿਆ। ਕਹਿੰਦੇ ਜੀ ਤੇਲੂ ਰਾਮ ਹੋਰਾਂ ਨੇ ਔਨ ਰਿਕਾਰਡ ਅਦਾਲਤ 'ਚ ਕਿਹਾ ਕਿ ਮੈਂ ਨਹੀਂ ਕਦੇ ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ, ਮੈਂ ਜਾਣਦਾ ਹੀ ਨਹੀਂ। ਪੱਤਰਕਾਰ ਕਹਿੰਦੇ ਇਹ ਕਿੱਦਾਂ ਹੋ ਸਕਦਾ? ਉੱਥੇ ਤਾਂ ਕਹਿੰਦੇ ਜੀ ਡਾਇਰੀ ਲੱਭੀ ਆ, ਇੱਕ ਦਸਤਾਵੇਜ਼ ਲੱਭਿਆ ਜਿਹਦੇ ਉੱਤੇ ਸਾਰਾ ਕੁਝ ਲਿਖਿਆ ਸੀ। ਇਹ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਜਿਹੜੇ ਨੇੜਲੇ ਨੇ ਭਾਰਤ ਭੂਸ਼ਣ ਆਸ਼ੂ ਸਾਹਿਬ, ਉਹਨਾਂ ਦੇ ਵਕੀਲ ਦਾ ਕਹਿਣਾ, ਜਿਹੜੇ ਅੰਦਰ ਸੀ, ਉਹ ਕਹਿੰਦੇ ਸਾਡੀ ਪੂਰੀ ਟੀਮ ਸੀ। ਤੇਲੂ ਰਾਮ ਹੋਰੀ ਕਹਿੰਦੇ ਠੇਕੇਦਾਰ ਕਿ ਇਹਨਾਂ ਨੇ ਡਾਇਰੀ ਆਪ ਖਰੀਦੀ ਹੈ, ਮੇਰੇ ਕੋਲੋਂ ਕਸਟਡੀ ਦੇ ਵਿੱਚ ਉਹਦੇ ਤੇ ਲਿਖਾਇਆ ਗਿਆ, ਪਹਿਲਾਂ ਮੇਰੇ ਕੋਲ ਕੋਈ ਡਾਇਰੀ ਨਹੀਂ ਸੀ, ਨਾ ਮੇਰੇ ਕੋਲੋਂ ਕੋਈ ਡਾਇਰੀ ਮਿਲੀ ਹੈ, ਮੈਨੂੰ ਟੌਰਚਰ ਹੀ ਬਹੁਤ ਕਰਦੇ ਸੀ, ਮੈਨੂੰ ਕਰੰਟ ਲਾਉਂਦੇ ਸੀ। ਹੁਣ ਵਕੀਲ ਸਾਹਿਬ ਦਾ ਇਹ ਦਾਅਵਾ ਕਿੰਨਾ ਕੁ ਸੱਚਾ ਹੈ ਕਿ ਉਹ ਅਦਾਲਤ ਦੇ ਵਿੱਚ ਔਨ ਰਿਕਾਰਡ ਹੈ? ਕਿਉਂਕਿ ਉਹ ਕਹਿੰਦੇ ਔਨ ਰਿਕਾਰਡ ਹੈ, ਉਹ ਕਹਿੰਦੇ ਅਸੀਂ ਪ੍ਰੈਸ ਨੋਟ ਵੀ ਜਾਰੀ ਕਰਾਂਗੇ, ਬੜਾ ਕੁਝ ਕਿਹਾ। ਪਰ ਜੇ ਤੇਲੂ ਰਾਮ ਹੋਰੀ ਮੁੱਕਰ ਗਏ, ਜਾਂ ਤੇਲੂ ਰਾਮ ਹੋਰੀ ਕਹਿੰਦੇ ਮੇਰੇ ਤੋਂ ਧੱਕੇ ਨਾਲ ਲਿਖਾਇਆ ਜਾਂ ਮੇਰੇ ਤੇ ਤਸ਼ੱਦਦ ਕਰਕੇ ਲਿਖਾਇਆ, ਕੇਸ ਕਿੱਧਰਲੇ ਪਾਸੇ ਨੂੰ ਜਾਊਗਾ? ਇੱਕ ਤਾਂ ਇਹ ਸਵਾਲ ਖੜਾ ਹੁੰਦਾ। ਦੂਸਰਾ, ਰਵਨੀਤ ਬਿੱਟੂ ਹੋਰੀ ਕਹਿੰਦੇ ਸਾਨੂੰ ਡਰ ਹੈ ਕਿ ਤਸ਼ੱਦਦ ਕਰਨਗੇ। 7 ਦਿਨ ਬੰਦਾ ਕਹਿੰਦੇ ਅੰਦਰ ਰੱਖਿਆ, ਕੁੱਟ ਮਾਰ ਕੇ ਉਹਦੇ ਤੋਂ ਕੁਝ ਵੀ ਲਿਖਾ ਲਿਆ ਹੋਊਗਾ, ਉਹ ਬੰਦਾ ਹੁਣ ਮੁੱਕਰ ਗਿਆ। ਕਹਿੰਦੇ ਤੁਸੀਂ ਆਪ ਹੀ ਹਿਸਾਬ ਲਾ ਲਓ, ਬਦਲਾਖੋਰੀ ਦੇ ਤਹਿਤ ਕਾਰਵਾਈ ਹੈ। ਸੰਧਾਲੀਆ ਸਾਹਿਬ, ਮੈਂ ਕਹਿੰਦਾ ਇਹ ਸਾਰੀਆਂ ਹੀ ਗੱਲਾਂ ਠੀਕ ਨੇ। ਕਾਂਗਰਸ ਪਾਰਟੀ ਦੇ ਬੰਦੇ ਇਕੱਠੇ ਹੋਏ, ਉੱਥੇ ਰਾਜਾ ਵੜਿੰਗ ਸਾਹਿਬ ਲੁਧਿਆਣੇ ਰਹੇ 2 ਦਿਨ, ਪ੍ਰਗਟ ਸਿੰਘ ਹੋਰੀ ਆਏ, ਗੁਰਜੀਤ ਸਿੰਘ ਔਜਲਾ ਸਾਹਿਬ ਆਏ, ਹੋਰ ਕਿੰਨੇ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਆਏ, ਪ੍ਰਤਾਪ ਸਿੰਘ ਬਾਜਵਾ, ਜਾਨੀ ਕਾਂਗਰਸ ਪਾਰਟੀ ਦੀ ਤਕਰੀਬਨ ਸਾਰੀ ਲੀਡਰਸ਼ਿਪ ਉੱਥੇ ਪਹੁੰਚੀ ਕਿ ਭਾਈ ਅਸੀਂ ਇਕੱਠੇ ਆ। ਉਹਨਾਂ ਨੂੰ ਪੁੱਛਿਆ ਜੀ ਧਰਨਾ ਪ੍ਰਦਰਸ਼ਨ ਕਰਾਂ? ਕਹਿੰਦੇ ਨਾ, ਤੁਸੀਂ ਜੇ ਇੱਥੇ ਕੋਈ ਰਾਹ ਰੋਕਣਾ ਨਾ, ਅਸੀਂ ਕਹਿੰਦੇ ਵੈਸੇ ਹੀ ਉਹਨਾਂ ਦੇ ਹੱਕ 'ਚ ਆਏ ਆ, ਉਹਨਾਂ ਨੂੰ ਮੋਰਲ ਸਪੋਰਟ ਦੇਣ ਦੇ ਲਈ ਇੱਥੇ ਇਕੱਠੇ ਹੋਏ ਆ। ਜਾਨੀ ਸਾਰੇ ਕਹਿੰਦੇ ਹੋਣੇ ਆ ਕਿ ਭਾਈ ਜਾਵਾਂਗੇ ਤਾਂ ਕੱਲ ਨੂੰ ਕੋ ਆਊਗਾ, ਹੁੰਦਾ ਹੀ ਆ ਗਏ ਮੱਚ। ਇਹ ਉਹ ਗੱਲ ਠੀਕ ਹੈ, ਪਰ ਦੇਖੋ ਕਾਰਨ ਆ ਵੀ ਇਹ ਜਿਹੜਾ ਕੇਸ ਹੋਇਆ, ਇਹ ਸਾਰੇ ਕੁਝ ਦੇ ਵਿੱਚ ਚਰਚਾਵਾਂ ਅਲੱਗ-ਅਲੱਗ ਤੋਂ ਚੱਲਦੀਆਂ ਪਈਆਂ। ਜੇ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰੀਏ ਤੇ ਉਹ ਕਹਿੰਦੇ ਆ ਵੀ ਮਾਰੇ ਦੇਖੋ ਧੱਕਾ ਕੀਤਾ, ਇੱਕ ਨਾ ਕਰ ਲਿਆ, ਕੱਲ ਨੂੰ ਕੀ ਪਤਾ ਕਿਹਦੇ ਨਾਲ ਕਰਨ ਜੀ। ਆਹ ਤੁਸੀਂ ਵਧੀਆ ਗੱਲ ਕੀਤੀ, ਜਿਹੜਾ ਬਿੱਟੂ ਸਾਹਿਬ ਨੇ ਜ਼ਿਕਰ ਕੀਤਾ ਉਹ ਵੀ ਦੱਸਤਾ ਵੀ ਉਹ ਕਹਿੰਦੇ ਵੀ ਕੁੱਟ ਮਾਰ ਦਾ ਖਤਰਾ ਹੈ, ਵੀ ਹੋ ਸਕਦਾ ਇੱਦਾਂ। ਹੁਣ ਦੇਖੋ ਜੀ, ਇਹ ਤਾਂ ਅੰਦਰ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਟਾਈਮ ਦੱਸੂ, ਪਰ ਕੁੱਟਮਾਰ ਵਾਲੀ ਗੱਲ ਦਾ ਬਿਆਨ ਮੈਨੂੰ ਲੱਗਦਾ ਵੀ ਦੂਸਰੇ ਲੀਡਰ ਦੇ ਹੱਕ 'ਚ ਬਿੱਟੂ ਸਾਹਿਬ ਨੇ ਦਿੱਤਾ। ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਯਾਰ ਛੋਟਾ ਜਿਹਾ ਬੱਚਾ ਬੋਰੀ 'ਚ ਪਾਇਆ ਕੁੱਟਿਆ ਉਹਨਾਂ ਨੇ, ਯਾਦ ਆਇਆ ਨਾ ਕਿਹਦੀ ਗੱਲ ਕਰਦਾ? ਚੇਤਾ ਆ ਗਿਆ, ਹਨੀ ਮੰਨੀ, ਭੁਪਿੰਦਰ ਹਨੀ ਹੋਣੀ। ਉਹ ਕਹਿੰਦੇ ਯਾਰ ਉਹ ਮੁੰਡੇ ਨੂੰ, ਛੋਟੇ ਬੱਚੇ ਨੂੰ ਮਤਲਬ ਬੋਰੀ 'ਚ ਪਾਇਆ ਕੁੱਟਿਆ, ਮੂੰਹ ਤੇ ਬੋਰੀ ਪਾਈ। ਆਹੋ, ਹਨਾ। ਹੁਣ ਦੇਖੋ, ਜਾਨੀ ਮੈਂ ਮਾਫ ਕਰਨਾ, ਮੈਂ ਕਿਹਾ ਕਿਤੇ ਕੋਈ ਇਹ ਨਾ ਸਮਝੋ ਪਹਿਲਾਂ ਬੋਰੀ 'ਚ ਤੁੰਨਿਆ ਬੰਦਾ, ਨਹੀਂ ਮਤਲਬ ਮੂੰਹ ਤੇ ਬੋਰੀ ਪਾ ਲਈ ਵੀ ਉਦਾਂ ਕੁੱਟਿਆ। ਹੁਣ ਉਹ ਗੱਲ ਕਰਦੇ ਨੇ ਵੀ ਇਸ ਮਾਮਲੇ 'ਚ ਇਦਾਂ ਹੋ ਸਕਦਾ, ਹੁੰਦਾ ਨਹੀਂ ਹੁੰਦਾ ਜਾਂ ਕੀ ਆ, ਉਹ ਚਲੋ ਬਾਅਦ 'ਚ ਸਾਹਮਣੇ ਆ ਜਾਣਾ। ਦੂਜੇ ਪਾਸੇ ਗੱਲ ਇਹ ਆ ਕਿ ਵੀ ਜੇ ਆਪਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਬਿਆਨ ਸੁਣੀਏ, ਉਹ ਕਹਿੰਦੇ ਦੇਖੋ ਕਾਰਨ ਹੈ ਵੀ ਅਸੀਂ ਜਿਸ ਰਾਹ ਤੇ ਤੁਰ ਪਏ ਹਾਂ ਉਹਦੇ ਵਿੱਚ ਮੁਸ਼ਕਿਲਾਂ ਬਹੁਤ ਆਉਣੀਆਂ, ਪਰ ਅਸੀਂ ਕਿਉਂਕਿ ਲੋਕਾਂ ਦੇ ਨਾਲ ਵਾਅਦਾ ਕੀਤਾ ਵੀ ਆਪਾਂ ਭਾਈ ਸਾਹਿਬ ਜੋ ਪਿਛਲੇ ਸਮੇਂ 'ਚ ਜਿੰਨੇ ਜਿੱਥੇ ਜਿਵੇਂ 19, 21, 51 ਜੋ ਵੀ ਕੀਤਾ ਉਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਲਾਉਣਾ, ਤੇ ਇਹ ਉਹਦੇ ਤਹਿਤ ਕਾਰਵਾਈ ਹੈ। ਬਦਲਾਖੋਰੀ ਨਾਲ ਤਾਂ ਲਿੰਕ ਕੋਈ ਨਹੀਂ। ਭਗਵੰਤ ਮਾਨ ਸਾਹਿਬ ਵੀ ਕਿਤੇ ਮੀਡੀਆ ਦੇ ਸਾਹਮਣੇ ਸੀਗੇ, ਉਹਨਾਂ ਨੂੰ ਪੁੱਛ ਲਓ, ਕਹਿੰਦੇ ਮਹਾਰਾਜ ਇਹ ਤੁਸੀਂ ਇੱਦਾਂ ਕਿੱਦਾਂ ਗ੍ਰਿਫਤਾਰੀ ਕਰ ਲਈ? ਉਹ ਕਹਿੰਦੇ ਇੱਥੇ ਤੇ ਕਹਿੰਦੇ ਸੀ ਫੜ ਲਓ ਯਾਰ, ਫੜ ਲਓ। ਹੁਣ ਕਹਿੰਦੇ ਅਸੀਂ ਫੜ ਲਿਆ, ਹੁਣ ਕਹਿੰਦੇ ਵੀ ਯਾਰ ਕਿਉਂ ਫੜਿਆ ਦੱਸਾਂ। ਮਤਲਬ ਇਹ ਜਿੱਧਰ ਨੂੰ ਤੁਰ ਪਿਆ ਕੰਮ ਸਿਆਸਤ ਵਾਲਾ, ਇਹਦੇ 'ਚ ਹੋਰ ਮੈਨੂੰ ਲੱਗਦਾ ਵੀ ਕੁਛ ਲੱਭੇ ਨਾ ਲੱਭੇ, ਕਿਉਂਕਿ ਆਸ਼ੂ ਸਾਹਿਬ ਹੁਣ ਅੰਦਰ ਨੇ, 27 ਤੱਕ ਰਿਮਾਂਡ ਆ, ਉਦੋਂ ਬਾਅਦ ਚਲੋ ਨਿਆਇਕ ਹਿਰਾਸਤ 'ਚ ਚਲੇ ਜਾਣਗੇ, ਫਿਰ ਜ਼ਮਾਨਤ ਹੋ ਜਾਊਗੀ, ਪਰ ਉਹਨੇ ਕੁ ਦਿਨ ਖਬਰਾਂ ਮਨਸਵਨੀਆਂ ਬਣਨਗੀਆਂ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਮੰਨਣੀ ਪਊਗੀ, ਕਿਉਂਕਿ ਜਦੋਂ ਇੱਕ ਪਾਸੇ ਬਿੱਟੂ ਸਾਹਿਬ ਨੇ, ਪ੍ਰਗਟ ਸਿੰਘ ਹੋਰੀ ਆ, ਸਾਰੇ ਕਹਿੰਦੇ ਕਿ ਬਦਲਾਖੋਰੀ ਦੇ ਤਹਿਤ ਵੜਿੰਗ ਸਾਹਿਬ ਨੇ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ, ਸਾਡੇ ਬੰਦਿਆਂ ਨੂੰ ਡਰਾ ਰਹੇ ਆ, ਅਸੀਂ ਡਰਨ ਵਾਲੇ ਨਹੀਂ। ਮੂਹਰੇ ਜਵਾਬ ਮੁੱਖ ਮੰਤਰੀ ਸਾਹਿਬ, ਕਿਉਂਕਿ ਉਹਨਾਂ ਨੇ ਕਿਹਾ, ਕਹਿੰਦੇ ਜੀ ਸਬੂਤ ਨੇ, ਕਦੋਂ ਹੁਕਮ ਦਿੱਤੇ ਆ, ਕਿਹਦੇ ਨਾਲ ਗੰਢ ਧੁੱਪ ਹੋਈ ਹੈ, ਕਦੋਂ ਦਸਤਖਤ ਕੀਤੇ ਆ, ਸਬੂਤ ਲੱਭਣ ਤੋਂ ਬਾਅਦ ਕਾਰਵਾਈ ਕੀਤੀ ਆ। ਕਹਿੰਦੇ ਸਾਰਾ ਕੁਝ ਨਤੀਜਾ ਤੁਹਾਡੇ ਸਾਹਮਣੇ ਆ ਜਾਣਾ, ਬਦਲਾਖੋਰੀ ਵਾਲੀ ਗੱਲ ਕੋਈ ਨਹੀਂ, ਕਹਿੰਦੇ ਇਹਦੇ ਵਿੱਚ ਇਦਾਂ ਦੀ ਗੱਲ ਹੀ ਕੋਈ ਨਹੀਂ, ਸਾਰਾ ਕੁਝ ਕਲੀਅਰ ਹੋ ਗਿਆ, ਫਿਰ ਅਸੀਂ ਕੰਮ ਕੀਤਾ। ਚਲੋ ਦੋਨਾਂ ਧਿਰਾਂ ਨੇ ਪੱਖ ਰੱਖਤਾ, ਫੈਸਲਾ ਮਾਣਯੋਗ ਅਦਾਲਤ ਨੇ ਕਰਨਾ ਹੈ। ਮੇਰੇ ਮਨ 'ਚ ਵੈਸੇ ਇੱਕ ਗੱਲ ਆਉਂਦੀ ਸੀਗੀ ਕਿ ਠੀਕ ਹੈ, ਜੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਆਸ਼ੂ ਸਾਹਿਬ ਦੇ ਹੱਕ 'ਚ ਆਈ ਹੈ ਤੇ ਕੋਈ ਗੱਲ ਹੀ ਹੈ, ਨਹੀਂ ਤਾਂ ਸਾਧੂ ਸਿੰਘ ਧਰਮਸੋਤ ਦੇ ਮੂਹਰੇ ਜਾ ਕੇ ਕਿੰਨੇ ਖੜ ਗਏ ਕਿਤੇ, ਵੈਸੇ ਗੱਲ ਹੀ ਹੈ। ਹੋਰ ਕਿੰਨੇ ਬੰਦੇ ਅੱਗੇ ਪਿੱਛੇ ਹੋਏ ਆ, ਕਿੰਨੇ ਕੁ ਬੰਦੇ ਕਾਂਗਰਸ ਦੇ ਉਹਨਾਂ ਦੇ ਹੱਕ 'ਚ ਆ ਕੇ ਖੜ ਗਏ ਸੀ, ਘੱਟ ਖੜੇ। ਪਰ ਮੈਂ
ਸੋਚਦਾ ਸੀ ਜਦੋਂ ਨਾ ਸਤਿੰਦਰ ਜੈਨ ਹੋਰੀ ਫੜੇ ਆਮ ਆਦਮੀ ਪਾਰਟੀ ਵਾਲੇ, ਉਦੋਂ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਸਾਹਿਬ, ਸਿਸੋਦੀਆ ਸਾਹਿਬ, ਭਗਵੰਤ ਮਾਨ ਸਾਹਿਬ, ਕਿੰਨੇ ਸਾਹਿਬ, ਉਹ ਕਹਿੰਦੇ ਬੰਦਾ ਨਾ ਹੱਕ ਚੱਕਿਆ, ਗਲਤ ਹੈ, ਇਦਾਂ ਨਹੀਂ ਹੋਣਾ ਚਾਹੀਦਾ। ਜਦੋਂ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਜਾਂ ਅਕਾਲੀ ਦਲ ਦੇ ਕਿਸੇ ਹੋਰ ਲੀਡਰ ਦੀ ਗ੍ਰਿਫਤਾਰੀ ਹੋਵੇ, ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਲੈ ਕੇ ਹੇਠਾਂ ਤੱਕ ਸਾਰੀ ਅਕਾਲੀ ਲੀਡਰਸ਼ਿਪ ਕਹਿੰਦੀ ਹੁੰਦੀ ਹੈ ਗਲਤੀ ਤਾਂ ਹੈ ਹੀ ਕੋਈ ਨਹੀਂ, ਪਾਕ ਸਾਫ ਬੰਦੇ ਨੇ, ਸਿਆਸੀ ਬਦਲਾਖੋਰੀ ਹੈ। ਸਾਧੂ ਸਿੰਘ ਧਰਮਸੋਤ ਤੇ ਹੁਣ ਆਸ਼ੂ ਸਾਹਿਬ ਨੇ, ਕਾਂਗਰਸ ਪਾਰਟੀ ਵਾਲੇ ਕਹਿੰਦੇ ਜੀ ਬਹੁਤ ਗਲਤ, ਇੰਨਾ ਗਲਤ ਕੰਮ, ਜਾਣੀ ਕਿ ਸਾਡਾ ਬੰਦਾ ਦੁੱਧ ਧੋਤਾ ਹੈ, ਇਹ ਕਿੱਦਾਂ ਹੋ ਗਿਆ? ਮੈਂ ਕਹਿੰਦਾ ਕਿ ਸਾਰਾ ਕੁਝ ਠੀਕ ਹੈ। ਅਕਾਲੀਆਂ ਨੇ ਰਾਜਪਾਲ ਦੇ ਭਵਨ ਤੱਕ, ਮੁੱਖ ਮੰਤਰੀ ਦੇ ਘਰ ਤੱਕ, ਕਿੱਥੇ ਤੱਕ ਮਾਰਚ ਨਹੀਂ ਕੀਤੇ, ਕਾਂਗਰਸੀ ਵਿਜੀਲੈਂਸ ਭਵਨ ਤੱਕ ਗਏ, ਆਮ ਆਦਮੀ ਪਾਰਟੀ ਵਾਲੇ ਹਰ ਸੰਭਵ ਜ਼ੋਰ ਆਪਣੇ ਬੰਦਿਆਂ ਤੇ ਲਾਉਂਦੇ ਆ, ਸਾਰਾ ਕੁਝ ਠੀਕ ਹੈ। ਮੈਂ ਕਹਿੰਦਾ ਕਿ ਆਮ ਆਦਮੀ ਪਾਰਟੀ ਵਾਲੇ ਵੀ ਖਰੇ ਸੋਨੇ ਵਰਗੇ ਆ, ਕਾਂਗਰਸੀ ਵੀ ਤੇ ਅਕਾਲੀ ਵੀ, ਭਾਜਪਾ ਵਾਲੇ ਵੀ, ਸਾਰੇ। ਜੇ ਤੁਸੀਂ ਸਾਰੇ ਠੀਕ ਹੋ, ਸਰਕਾਰਾਂ ਤੁਹਾਡੀਆਂ ਰਹੀਆਂ, ਤੁਸੀਂ ਉਹ ਸੱਤਾ 'ਚ ਰਹੇ ਆ, ਫੁੰਮਣ ਸਿੰਘ ਰਾਮ ਰੱਖਾ ਤੇ ਇਲਮਦੀਨ ਤਾਂ ਸੱਤਾ 'ਚ ਰਿਹਾ ਹੀ ਨਹੀਂ ਕਦੇ। ਪੰਜਾਬ ਦੇ 3.25 ਕਰੋੜ ਲੋਕਾਂ ਨੂੰ ਤਾਂ ਸੱਤਾ ਸੁੱਖ ਦਾ ਸਵਾਦ ਚਖਣ ਦਾ ਮੌਕਾ ਹੀ ਨਹੀਂ ਮਿਲਿਆ। ਉਹ ਤਾਂ ਆਪੋ ਆਪਣਾ ਕੰਮ ਕਰਦੇ ਆ, ਜਿੰਨਾ ਤੁਸੀਂ ਟੈਕਸ ਲਾ ਦਿੰਦੇ ਟੈਕਸ ਦਿੰਦੇ ਆ, ਜਿੰਨੇ ਤੁਸੀਂ ਕੀਮਤ ਵਧਾ ਦਿੰਦੇ ਕੀਮਤ ਦਿੰਦੇ, ਬਿੱਲ ਤੁਸੀਂ ਮਾਫ ਕਰ ਦੋ ਨਹੀਂ ਦਿੰਦੇ, ਤੁਸੀਂ ਬਿੱਲ ਵਧਾ ਦੋ ਤੇ ਦਿੰਦੇ ਆ। ਜੇ ਤਾਂ ਤੁਸੀਂ ਸਾਰੇ ਹੀ ਠੀਕ ਹੋ ਤਾਂ ਕੀ ਪੰਜਾਬ ਦੇ ਵਿੱਚ ਕਦੇ ਕੋਈ ਘਪਲਾ ਹੋਇਆ ਹੀ ਨਹੀਂ? ਸੜਕਾਂ ਇੱਥੇ ਬਣਦੇ ਸਾਰ ਟੁੱਟ ਜਾਂਦੀਆਂ, ਖਿਡਾਰੀ ਹਰਿਆਣੇ ਦੇ ਵਧੀਆ ਨਿਕਲੇ, ਸਾਡੇ ਵਾਲਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਅਸੀਂ ਜੋ ਤੁਸੀਂ ਸੁਰਤ ਸਾਂਭੀ ਹੈ, ਤੁਹਾਡੇ ਤੋਂ ਮਗਰੋਂ ਮੈਂ ਸੁਰਤ ਸਾਂਭੀ ਹੈ, ਅਸੀਂ ਤਾਂ ਇਹੀ ਸੁਣਦੇ ਹਾਂ ਜੀ ਸਕੂਲਾਂ ਹੀ ਮਾਸਟਰ ਹੈ ਨਹੀਂ, ਥੋੜੇ ਨੇ। ਕਿੰਨੇ ਲੋਕ ਸਕੂਲਾਂ ਨੂੰ ਜਿੰਦਰੇ ਲਾ ਦਿੰਦੇ ਆ ਜੀ, ਪਹਿਲਾਂ ਇੱਥੇ ਅਧਿਆਪਕ ਭੇਜੋ। ਨਸ਼ੇ ਦੇ ਨਾਲ ਮੁੰਡੇ ਮਰੇ, ਤੁਸੀਂ ਸਾਰੇ ਹੀ ਮੰਨਦੇ ਹੋ। ਕੰਟਰੋਲ ਕਿਹਨੇ ਕਰਨਾ ਸੀ? ਪੁਲਿਸ ਨੇ। ਪੁਲਿਸ ਕਿਹਦੇ ਅਧੀਨ ਹੈ? ਤੁਹਾਡੇ। ਚਾਹੇ 2002 ਚ ਤਾਕਤ ਚ ਆਉਣ ਵਾਲੇ ਬੰਦੇ, ਚਾਹੇ 7 ਚ ਤਾਕਤ ਚ ਆਉਣ ਵਾਲੇ ਬੰਦੇ, ਚਾਹੇ 22 ਚ ਤਾਕਤ ਚ ਆਉਣ ਵਾਲੇ ਬੰਦੇ, ਪੰਜਾਬ ਤਾਂ ਤੁਹਾਡੇ ਕੋਲ ਹੀ ਰਿਹਾ ਨਾ। ਤਾਂ ਜੇ ਬਹੁਤ ਸਾਰੀਆਂ ਚੀਜ਼ਾਂ ਗਲਤ, ਨਜਾਇਜ਼ ਮਾਈਨਿੰਗ ਹੈ ਜੀ, ਨਜਾਇਜ਼ ਸ਼ਰਾਬ ਵਿਕਦੀ ਆ ਜੀ, ਮਾਝੇ ਚ ਬੰਦੇ ਮਰੇ ਕਿ ਨਹੀਂ ਮਰੇ? ਉਹ ਆਮ ਲੋਕਾਂ ਨੇ ਮਾਰਤੇ, ਜ਼ਿੰਮੇਵਾਰੀ ਤਾਂ ਤੁਹਾਡੀ ਸੀ। ਸੰਧਾਵਾਲੀਆ ਸਾਹਿਬ ਤੁਸੀਂ ਸਾਈਕਲ ਲਿਆ, ਮੰਨ ਲਓ ਪੁਰਾਣਾ ਸਾਈਕਲ, ਤੁਹਾਡੀ ਭਾਸ਼ਾ ਚ ਮਾਫ ਕਰਨਾ, ਨਹੀਂ ਸਾਈਕਲ, ਹਾਂ ਨਾ ਸਾਈਕਲ, ਸਾਈਕਲ ਲੈ ਲਿਆ ਤੁਸੀਂ, ਪੁਰਾਣਾ ਸਾਈਕਲ ਲੈ ਕੇ ਚਲਾਉਣ ਨਹੀਂ ਲੱਗ ਜਾਂਦੇ ਪਹਿਲਾਂ, ਤੁਸੀਂ ਉਹਨੂੰ ਕਹਿੰਦੇ ਯਾਰ ਇਹਨੂੰ ਗਰੀਸ ਦੇ, ਇਹਦਾ ਚੱਕਾ ਸਿੱਧਾ ਕਰ, ਇਹਦਾ ਫਰੜ ਕੱਢ, ਇਹਦਾ ਆਹ ਚੀਜ਼ ਖੜਕਦੀ ਹੈ, ਇਹਨੂੰ ਬਾਸ਼ਲ ਬੂਸ਼ਲ ਪਾ। ਤੁਸੀਂ ਇੱਕ ਵਾਰੀ ਇਹਨੂੰ ਓਵਰਹਾਲ ਕਰਾਉਣੇ ਆ 50-60 ਰੁਪਏ ਲਾ ਕੇ, ਤੁਸੀਂ ਫੇਰ ਚਲਾਉਂਦੇ ਹੋ। ਗੱਡੀ ਨਵੀਂ ਲੈਣੀ, ਆਪਾਂ ਮਕੈਨਿਕ ਨਾਲ ਲੈ ਕੇ ਜਾਂਦੇ ਆ, ਯਾਰ ਇਹਦੇ ਵਿੱਚ ਦੱਸ ਕੀ ਕਰਾਉਣ ਵਾਲਾ, 12 ਖਾਂਦੀ ਹੈ, ਉਹਦੇ ਤੋਂ ਬਾਅਦ ਆਪਾਂ ਉਹਦੀਆਂ ਚੀਜ਼ਾਂ, ਕੋ ਟਾਇਰ ਚੇਂਜ ਕਰਾਉਣ ਵਾਲਾ, ਕੁਛ ਜਿਹੜਾ ਲੈਦਰ ਲੂਦਰ ਪਵਾਉਣ ਵਾਲੀ ਬ੍ਰੇਕਾਂ ਦੇ ਆਪਾਂ ਪਾਉਣੇ ਆ। ਯਾਰ ਤੁਸੀਂ ਸੂਬਾ ਸਾਂਭਦੇ ਹੋ, 3.25 ਕਰੋੜ ਲੋਕ ਜਿਹਦੇ ਵਿੱਚ ਵਸਦੇ ਆ, ਤੁਸੀਂ ਸੂਬਾ ਸਾਹਿਬ ਕੇ ਉਦੋਂ ਹੀ ਚੱਕ ਰੱਖਦੇ ਹੋ, ਆਪਣਾ ਡਿਪਾਰਟਮੈਂਟ ਸਾਂਭਦੇ ਹੋ। ਤੁਸੀਂ ਦੇਖਦੇ ਨਹੀਂ ਕਿ ਉਹਦੇ ਪਿੱਛੇ ਕੀ ਹੋਇਆ ਘਪਲਾ, ਤੁਹਾਡੇ ਸਮੇਂ ਕੀ ਹੋ ਰਿਹਾ ਜਾਂ ਭਵਿੱਖ ਦੇ ਵਿੱਚ ਕੀ ਹੋਊਗਾ। ਇਹਦਾ ਮਤਲਬ ਤੁਸੀਂ ਜ਼ਿੰਮੇਵਾਰੀ ਨਹੀਂ ਹੈਗੇ। ਦੇਖੋ ਗੱਲ ਇਹ ਫਿਕਰ ਤੁਹਾਡਾ ਜਾਇਜ਼ ਹੈ ਬਹੁਤ, ਮਤਲਬ ਕਿਉਂਕਿ ਮੈਨੂੰ ਸੀ ਹੁਣ ਇੰਨੇ ਜ਼ੁਰਕੇ ਨਾਲ ਤੁਸੀਂ ਲੱਗੇ ਆ ਵੀ ਐਵੇਂ ਮੈਂ ਵਿੱਚ ਰੋਕੀ ਜਾਵਾਂ ਵੀ ਹਨਾ ਯਾਰ ਆਹ ਕੀ ਗੱਲ ਕਰ ਦਿੱਤੀ, ਹੁਣ ਦੱਸੋ। ਫਿਕਰ ਤੁਹਾਡਾ ਜਾਇਜ਼ ਹੈ, ਪਰ ਇਹ ਕਿੱਥੇ ਲਿਖ ਕੇ ਦਿੱਤਾ ਗਿਆ ਵੀ ਮੰਨ ਲਓ ਮੈਂ ਹੀ ਮੰਨ ਲਓ ਲੀਡਰ ਹਾਂ, ਮੈਂ ਕਿੱਥੇ ਲਿਖ ਕੇ ਦਿੱਤਾ ਵੀ ਵੀਰ ਮੇਰਾ ਵੀ ਜਿਹਨੇ ਪਹਿਲਾਂ ਕੁਛ ਕੀਤਾ ਵੀ ਉਹਦੇ ਕੋਲੋਂ ਵੀ ਲਵਾਂਗੇ ਹਿਸਾਬ ਕਿਤਾਬ, ਤੇ ਕੱਲ ਨੂੰ ਨਿਆਣਿਆਂ ਦਾ ਵੀ ਵੇਖਣਾ ਵੀ ਉਹਨਾਂ ਦਾ ਫੇਰ ਕੀ ਕਰਨਾ ਹੈ, ਦੱਸੋ। ਇਹ ਥੋੜਾ ਗੱਲ ਹੈ। ਕਾਰਨ ਇਹ ਆ ਵੀ ਇਹ ਰਾਜਨੀਤੀ ਪਹਿਲਾਂ ਜਦੋਂ ਸ਼ੁਰੂ ਹੋਈ ਸੀ ਉਦੋਂ ਕਹਿੰਦੇ ਸੀ ਵੀ ਸੇਵਾ ਦੇ ਹਿਸਾਬ ਨਾਲ ਚੱਲਦੀ ਸੀ। ਅੱਜ ਦੀ ਡੇਟ 'ਚ ਉਹ ਪ੍ਰੋਫੈਸ਼ਨ ਹੈ, ਪੂਰੀ ਦੁਨੀਆ ਮੰਨਦੀ ਹੈ, ਵੱਖਰੇ ਵੱਖਰੇ ਦੇਸ਼ਾਂ 'ਚ ਮੰਨਿਆ ਜਾਂਦਾ। ਹੁਣ ਜਿਹਦੇ 'ਚ ਜ਼ੋਰ ਆ, ਅਗਲਾ ਬੰਦਾ ਉਸ ਪ੍ਰੋਫੈਸ਼ਨ 'ਚ ਆ ਗਿਆ, ਲੋਕਾਂ ਨੂੰ ਉਹਨੇ ਬਣਾਇਆ ਜਾਂ ਲੋਕ ਬਣ ਗਏ, ਕੀ ਬਣ ਗਏ ਆਪਾਂ ਉਹਦੇ 'ਚ ਪੈਂਦੇ ਨਹੀਂ। ਉਦੋਂ ਬਾਅਦ ਅਗਲੇ ਬੰਦੇ ਕੋਲੇ ਸੱਤਾ ਆ ਗਈ। ਸੱਤਾ ਕਹਿੰਦੇ ਆ ਵੀ ਤੇਰੇ ਕੋਲੇ ਹਰਾ ਪੈਨ ਆ, ਪਾਵਰ ਹੈ, ਜੋ ਮਰਜ਼ੀ ਲਿਖ ਦੇ। ਜਦੋਂ ਅਗਲੇ ਬੰਦੇ ਨੇ ਉਹ ਸਾਰੀ ਮਿਹਨਤ ਕਰਕੇ ਉੱਥੋਂ ਤੱਕ ਪਹੁੰਚ ਕੇ ਸਾਰਾ ਕੁਝ ਕੰਟਰੋਲ 'ਚ ਕਰ ਲਿਆ, ਫਿਰ ਉਹ ਜੋ ਮਰਜ਼ੀ ਕਰੇ, ਲੋਕਾਂ ਨੂੰ ਕੀ ਹੱਕ ਆ ਭਾਈ? ਇਹਦਾ ਜਵਾਬ ਦਿਓ। ਹੁਣ ਮੈਂ ਲੱਗਾ ਜਵਾਬ ਦੇਣ। ਇਹ ਮਤਲਬ ਪਿਛਲੇ ਇੱਕ ਖਬਰ ਆਈ, ਹਾਂ ਤੁਸੀਂ ਉਹ ਸੁਣਾਈ, ਕਹਿੰਦੇ ਜੀ ਮੀਂਹ ਪਿਆ, ਉਹ ਜੰਮੂ ਕਸ਼ਮੀਰ ਤੇ ਪੰਜਾਬ ਦੇ ਬਾਰਡਰ ਲਾਗੇ ਜਿਹੜਾ ਇੱਕ ਰੇਲ ਲਿੰਕ ਸੀ, ਚੱਕੀ ਪੁਲ ਜਿਹਨੂੰ ਕਹਿੰਦੇ ਆ, ਜੋਗਿੰਦਰ ਨਗਰ ਪਠਾਨਕੋਟ ਵਾਲਾ ਮੇਰਾ ਖਿਆਲ ਆ, ਉਹ ਰੁੜ ਗਿਆ ਜੀ, ਹੜ ਗਿਆ, ਉਹਦੇ 2 ਪਿੱਲਰ ਡਿੱਗ ਪਏ। ਡਿੱਗ ਸਕਦੇ ਆ, ਭਾਰਤ ਦੇ ਬਹੁਤ ਸਾਰੇ ਸੂਬਿਆਂ 'ਚ ਹੜ੍ਹਾਂ ਵਾਲੀ ਸਥਿਤੀ ਬਣੀ ਹੈ, ਪਰ ਉਹਦੇ ਵਿੱਚੋਂ ਇੱਕ ਲਾਈਨ ਅਖਬਾਰਾਂ ਨੇ ਛਾਪੀ, ਇਹ ਪੁਲ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਸੀ, ਖੜਕ ਗਈ 1947। ਇਹ ਤਾਂ ਨਹੀਂ ਹੈ ਕਿ 46 'ਚ ਬਣਾਇਆ, ਉਹਦੇ ਤੋਂ ਪਹਿਲਾਂ ਤਾਂ ਬਣਾਇਆ ਹੋਣਾ। ਤੁਸੀਂ ਦੇਖੋ ਕਿ 53 ਸਾਲ ਪਹਿਲੇ 75 ਹੋ ਗਏ, ਯਾਨੀ 75 ਸਾਲ ਉਹ ਪੁਲ ਚੱਲਿਆ। ਹੋ ਸਕਦਾ 20-25 ਸਾਲ ਪਹਿਲਾਂ ਦਾ ਬਣਿਆ ਹੋਵੇ, ਯਾਨੀ ਸਦੀ ਪੁਰਾਣਾ ਪੁਲ ਹੋਣਾ। ਹੁਣ ਆ ਕੇ ਉਹ ਵੀ ਹੜ੍ਹ ਦੇ ਨਾਲ ਉਹਦੇ ਪਿੱਲਰ ਡਿੱਗੇ ਆ, ਪੁਲ ਇਹ ਉੱਪਰੋਂ ਡੈਮੇਜ ਹੋ ਗਿਆ, ਕੋ ਉੱਪਰੋਂ ਡਿੱਗ ਪਿਆ। ਯਾਨੀ ਜੇ ਹੜ੍ਹ ਨਾ ਆਉਂਦਾ ਫਿਰ ਅਸੀਂ 50 ਸਾਲ ਹੋਰ ਚਲਾਉਣਾ ਸੀ। ਜਿਹੜੇ ਬੰਦਿਆਂ ਨੂੰ ਮਾੜੇ ਕਹਿੰਦੇ ਆ,
ਕਿ ਭਾਈ ਉਹਨਾਂ ਨੇ ਮਾੜੇ ਸੀਗੇ, ਉਹਨਾਂ ਨੇ ਰਾਜ ਕੀਤਾ, ਸਾਨੂੰ ਗੁਲਾਮ ਬਣਾਇਆ। ਉਹਨਾਂ ਦੀਆਂ ਬਣਾਈਆਂ ਚੀਜ਼ਾਂ 75 100 ਸਾਲ ਚੱਲਦੀਆਂ। ਤੇ ਜਦੋਂ ਹੁਣ ਅਸੀਂ ਬਣਾਉਣ ਲੱਗਦੇ ਹਾਂ, ਤੁਹਾਡੀ ਬਣਾਈ ਜਾਣੀ ਤੁਹਾਡੀਆਂ ਬਣਾਈਆਂ ਸਕੀਮਾਂ ਨੇ ਕਿ ਜੀ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਅਸੀਂ ਮਸ਼ੀਨਾਂ ਦੇਵਾਂਗੇ। ਉਹਨਾਂ ਨੇ ਤਾਂ ਪੁਲ ਬਣਾਏ ਤੇ ਤੁਸੀਂ ਤਾਂ ਮਸ਼ੀਨਾਂ 12% ਦਿੱਤੀਆਂ ਵੇ ਨਾ। ਤਰਾਜ ਗੋਰਿਆਂ ਨੇ ਜਿਹੜਾ ਕੰਮ ਕੀਤਾ ਨਾ, ਦੇਖੋ ਜਾਂ ਤੇ ਤੁਸੀਂ ਸਾਡੇ ਵਾਲੇ ਜਿਹੜਾ ਭਾਈਚਾਰਾ, ਮੈਂ ਚਲੋ ਮੈਨੂੰ ਪਤਾ ਨਹੀਂ ਕਿਉਂ ਲੀਡਰਾਂ ਦਾ ਪੱਖ ਲੈਣਾ ਪੈ ਰਿਹਾ ਇੱਥੇ, ਵੀ ਜੇ ਸਾਡੇ ਵਾਲੇ ਭਾਈਚਾਰੇ ਨੂੰ ਤੁਸੀਂ ਮੰਨ ਲਓ ਵੀ ਮੰਨਦੇ ਹੋ ਵੀ ਉਹਨਾਂ ਨੇ ਆਹ ਕਰ ਲਿਆ, ਜਾਂ ਤੇ ਤੁਸੀਂ ਗੋਰਿਆਂ ਨੂੰ ਦਿਓ 200 ਸਾਲ ਲਿਖ ਕੇ, ਲੈ ਵੀ ਪੰਜਾਬ ਦੇ ਲੋਕ ਅੱਜ ਲਿਖ ਦੇਣ ਵੀ ਫਲਾਨੀ ਪਾਰਟੀ 5 ਸਾਲਾਂ ਬਾਅਦ ਕੋਈ ਵੋਟਾਂ ਨਹੀਂ ਪੈਣਗੀਆਂ, 200 ਸਾਲ ਤੁਸੀਂ ਰਾਜ ਕਰਨਾ, ਅਗਲੀ ਪੁਲ ਵੀ ਬਣਾਉਣਗੇ, ਹਰ ਚੀਜ਼ ਉਹ ਆਪਣੇ ਹਿਸਾਬ ਨਾਲ ਬਣਾਉਣਗੇ। ਕਿਉਂਕਿ ਪਤਾ ਵੀ ਹੁਣ ਤਾਂ ਇਹ ਆਪਣੀ ਸਲਤਨਤ ਹੈ ਵੀਰ, ਵੀ ਮੈਂ ਰਾਜਾ ਆ, ਗਾਂ ਮੇਰੇ ਨਿਆਣੇ ਨੇ ਰਾਜੇ ਰਹਿਣਾ, ਗਾਂ ਉਹਨਾਂ ਦੇ ਨਿਆਣੇ ਨੇ ਰਾਜੇ ਰਹਿਣਾ। ਜਦੋਂ ਆਹ ਚੱਕਰ ਜਿਹਾ ਹੁੰਦਾ ਨਾ ਵੀ ਯਾਰ 5 ਹੀ ਸਾਲ ਆ, ਸਾਰੇ ਐਂ ਹੀ ਲੰਘ ਜਾਂਦੇ ਆ। 5 ਸਾਲਾਂ 'ਚ ਕੀ ਹੁੰਦਾ ਬਾਟ ਸਾਹਿਬ, ਦੇਖੋ ਗਾਂ ਨਿਆਣੇ ਸੈੱਟ ਕਰਨੇ, ਗਾਂ ਉਹਨਾਂ ਦੇ ਨਿਆਣੇ ਸੈੱਟ ਕਰਨੇ, ਉਹਨਾਂ ਜਿਹਨੂੰ ਰਿਸ਼ਤੇਦਾਰ ਚਰੂਣ ਖਾ ਜਾਂਦੇ, ਫਿਰ ਉਹ ਸੈੱਟ ਕਰਨੇ, ਫਿਰ 5 ਸਾਲਾਂ ਬਾਅਦ ਲੜਾਈ, ਉਹ ਲੜਨ ਦੇ ਲਈ ਪੈਸੇ ਵੀ 4 ਕੋਲ ਚਾਹੀਦੇ ਆ, ਇਹਨੂੰ ਦੇ ਉਹਨੂੰ ਵੰਡ, ਇੰਨਾ ਖਰਚਾ ਜਿਹਾ ਕਰਕੇ ਜੇ ਮੰਨ ਲਓ ਵੀ ਜਿੱਤ ਜੀਏ ਫਿਰ ਵੀ ਠੀਕ ਹੈ, ਜੇ ਹਾਰ ਜੀਆ ਜੋ ਕੁਛ ਹੋਣ ਡਿਆ ਸਾਡੇ ਨਾਲ, ਇਹ ਇੰਨਾ ਕੁਛ ਕਰਦੀਆਂ ਨੇ ਸਰਕਾਰਾਂ, ਬਦਲਾਖੋਰੀ ਦੀ ਕਾਰਵਾਈ। ਇਸ ਕਰਕੇ 100 ਟੈਨਸ਼ਨਾਂ ਹੁੰਦੀਆਂ ਨੇ। ਦੂਰੋਂ ਲੱਗਦੇ ਲੀਡਰਾਂ ਦੇ ਵੀ ਲੀਡਰ ਬੜੇ ਸੌਖੇ ਨੇ ਵਿਚਾਰੇ, ਕਿਤੇ ਅੰਦਰੋਂ ਪੁੱਛ ਕੇ ਤੇ ਵੇਖੋ, ਯਾਨੀ ਜਿਹੜੇ ਬੰਦੇ ਨੂੰ ਪੁੱਛੀਏ ਉਹ ਕੰਮ 'ਚ ਕਿਤਾ ਕੁਛ ਨਹੀਂ ਰੱਖਿਆ, ਛੱਡ ਹੀ ਨਹੀਂ ਹੁੰਦਾ, ਇੱਦਾਂ ਹੀ ਤੁਹਾਡਾ ਨਾ ਰਾਜਨੀਤੀ 'ਚ ਰੱਖਿਆ। 5 ਸਾਲ ਵਾਲੀ ਟਰਮ ਬੜੀ ਘੱਟ ਹੈ, ਇਹ ਘੱਟੋ ਘੱਟ 25 ਸਾਲ ਚਾਹੀਦੀ। 25 ਸਾਲ ਤੁਸੀਂ ਅੱਜ ਲਿਖ ਕੇ ਦੇ ਦਿਓ ਵੀ ਅੱਜ ਵੋਟਾਂ ਪੈ ਗਈਆਂ। 25 ਸਾਲ ਦੀ ਟਰਮ ਸੀਗੀ ਇਹ ਕਰੀ ਨਹੀਂ ਉਹ ਤਾਂ ਕਹਿੰਦੇ ਸੀ ਨਾ ਲੋਕਾਂ ਦਿੱਤੀ ਥੋੜਾ। ਗੱਲ ਤੇ ਹੈ ਵੀ ਜੇ ਤੇ ਲੋਕ ਵਾਕਿਆ 25 ਸਾਲ ਮੰਨ ਲੈਣ ਵੀ 22 ਤੋਂ ਲੈ ਕੇ ਭਾਈ ਸਾਹਿਬ 25 ਸਾਲ ਤੱਕ ਤੁਹਾਨੂੰ ਕੋਈ ਨਹੀਂ ਬੁਲਾਉਂਦਾ, ਫੇਰ ਵੇਖੀ ਵੀ ਚੀਜ਼ ਕੀ ਲੋਕ। ਜੇ ਕਿਤੇ ਤੁਸੀਂ ਹਿਸਾਬ ਲਾਓ, ਜੋਤੀ ਬਾਸੂ 25 ਸਾਲ 'ਚ ਲਿਖ ਕੇ ਨਹੀਂ ਦਿੱਤੇ, ਪਰ ਲੋਕ ਤੁਹਾਨੂੰ ਮੌਕਾ ਦਿੰਦੇ ਆ। ਜੋਤੀ ਬਾਸੂ ਪੱਛਮੀ ਬੰਗਾਲ ਦੇ ਵਿੱਚ ਮੁੱਖ ਮੰਤਰੀ ਰਹੇ, ਉਧਰਲੇ ਪਾਸੇ ਜੇ ਆਪਾਂ ਉਹ ਤਾਂ ਚਲੋ ਹੁਣ ਨਹੀਂ, ਉੜੀਸਾ ਦੇ ਵਿੱਚ ਹੈਗਾ ਕੋਈ ਬੰਦਾ, ਉਹਨੂੰ ਨਵੀਨ ਪਟਨਾਇਕ ਕਹਿੰਦੇ ਆ, ਤੁਹਾਡੇ ਸਮਿਆਂ ਦੇ ਹੀ ਨੇ ਨਵੀਨ ਪਟਨਾਇਕ ਹੋਰੀ, ਸਾਲ ਖੰਡ ਹੀ ਛੋਟੇ ਹੋਣਗੇ ਤੁਹਾਡੇ ਤੋਂ। ਨਹੀਂ ਉਹ ਤਾਂ ਰਿੜਦਾ ਸੀ ਉਦੋਂ ਜਦੋਂ ਮੈਂ ਰਾਜਨੀਤੀ 'ਚ ਆਇਆ। ਯਾਨੀ ਕਹਿਣ ਦਾ ਭਾਵ ਉਹ 25 ਸਾਲ ਵਾਲੇ ਹੀ ਆ। ਮੋਦੀ ਸਾਹਿਬ ਨੇ ਕਿੰਨਾ ਸਮਾਂ ਰਾਜ ਕੀਤਾ ਗੁਜਰਾਤ ਦੇ ਵਿੱਚ? ਮੈਂ ਨਹੀਂ ਕਹਿੰਦਾ 25 ਸਾਲ ਕੀਤਾ, ਪਰ ਕਿੰਨਾ ਸਮਾਂ ਕੀਤਾ। ਯਾਨੀ ਜੇ ਤੁਸੀਂ ਚਾਹੋ ਚਾਹੇ 50 ਸਾਲ ਰਾਜ ਕਰੋ, ਪਰ ਮੈਂ ਇੱਕ ਬੇਨਤੀ ਤੁਹਾਨੂੰ ਇੱਥੇ ਕਰਨੀ ਆ। ਤੁਸੀਂ ਇੱਕ ਵਾਰੀ ਕਿਹਾ ਸੀ ਨਾ ਕਿ ਉਹ ਬੰਦਾ ਇੱਦਾਂ NRI ਆਇਆ ਤੇ ਇੱਦਾਂ ਪਲਾਟ ਲੱਭਦਾ ਫਿਰਦਾ ਸੀ, ਉਹ ਕਹਿੰਦਾ ਮੇਰੀ ਕੋਠੀ ਥੱਲੇ ਆ ਗਿਆ ਹੋਣਾ। ਮੈਂ ਕਹਿੰਦਾ ਜੇ ਤੁਹਾਨੂੰ 200 ਸਾਲ ਕੀ 60-70 ਸਾਲ ਲਈ ਵੀ ਲਿਖ ਕੇ ਦੇ ਦਿੱਤਾ, ਤੇ ਜਦੋਂ 60-70 ਵਾਲਾ ਹੀ ਦੇਖਣਾ ਸਾਡਾ ਇੱਥੇ ਪੰਜਾਬ ਦਾ ਅੱਜ ਤੱਕ ਚੀਨ ਅਮਰੀਕਾ ਦੇ ਥੱਲੇ ਆ ਗਿਆ ਹੋਊ, ਕਿਤੇ ਦੇਖ ਲਓ ਲੱਭ ਲਓ। ਨਹੀਂ ਗੱਲਾਂ ਦੇਖੋ, ਚਲੋ ਹਾਸੇ ਦੀ ਗੱਲ ਹਾਸੇ ਨਾਲ ਰਹੀ, ਇਹ ਗੱਲਾਂ ਤੁਹਾਡੀ ਠੀਕ ਹੈ ਵੀ ਕਾਰਨ ਇਹ ਆ ਵੀ ਜੇ ਅੱਜ ਦੀ ਡੇਟ 'ਚ ਆਪਾਂ ਰੋਂਦੇ ਆ ਵੀ ਯਾਰ ਫਲਾਨੀ ਥਾਂ ਦੇ ਉੱਪਰ ਹੋਇਆ ਜ਼ਰੂਰ ਹੈ, ਅਸੀਂ ਨਹੀਂ ਕੀਤਾ। ਇਹਦੇ ਉੱਦਾਂ ਹੀ ਹੋਏਗਾ ਨਾ ਵੀ ਮੰਨ ਲਓ ਵੀ ਅੱਜ ਤਾਂ ਹੁਣ ਆਪਣਾ ਸਟੂਡੀਓ ਹੀ ਆ, ਹੁਣ ਸਟੂਡੀਓ ਦੇ ਵਿੱਚ ਆਪਣੇ ਤੋਂ ਇਲਾਵਾ ਆਪਣੇ ਭਾਈ ਸਾਹਿਬ ਨੇ ਨਾਲ ਹੈ ਨਾ, ਚੌਥਾ ਬੰਦਾ ਆਇਆ ਕੋਈ ਨਹੀਂ, ਇੱਥੇ ਕੋਈ ਵੀ ਟੁੱਟ ਭੱਜ ਹੋ ਜਾਵੇ ਤੇ ਆਪਾਂ ਬਾਹਰ ਨਿਕਲੇ, ਯਾਰ ਸਾਨੂੰ ਕੀ ਪਤਾ ਕੀ ਪਤਾ ਕਿਹੜਾ ਆਇਆ, ਅਸੀਂ ਜਦੋਂ ਆਏ ਉਦੋਂ ਚੀਜ਼ ਹੈਗੀ, ਤੇ ਬਾਅਦ 'ਚ ਕੋਈ ਕੈਮਰੇ 'ਚੋਂ ਦੇਖ ਲੇ, ਕੋਈ ਕਿਸ ਤਰ੍ਹਾਂ ਦੇਖ ਲਿਆ ਵੀ ਵੀਰ ਮੇਰੇ ਤੁਸੀਂ ਉਦੋਂ ਇੱਦਾਂ ਕੀਤਾ, ਉਦੋਂ ਆਹ ਨੁਕਸਾਨ ਹੋਇਆ ਤੇ ਇਹ ਤੁਹਾਨੂੰ ਭਰਨਾ ਪੈਣਾ, ਤੇ ਬਾਹਰ ਮੁੜ ਕੇ ਆਪਾਂ ਤੈਨੇ ਟਾਰਾਂ ਮਾਰੀਆਂ ਇੱਦਾਂ ਕਿੱਦਾਂ ਸਾਡੇ ਹੱਕ ਤੇ ਇੱਥੇ ਰੱਖ, ਉਹ ਗੱਲ ਮਾੜੀ ਹੈ। ਮਤਲਬ ਜੇ ਮੰਨ ਲਓ ਵੀ ਆਪਣੇ ਕੋਲੋਂ ਕੋਈ ਆਪਣੇ ਬੰਦੇ ਕਿਸੇ ਕੋਲੋਂ ਕੋਈ ਵੀ ਊਚ ਨੀਚ ਹੋਈ ਆ, ਉਹਨੂੰ ਐਕਸੈਪਟ ਕਰ ਲਿਆ ਜਾਵੇ, ਇਹ ਮੰਨਿਆ ਜਾਵੇ ਵੀ ਵੀਰ ਮੇਰੇ ਜੇ ਪੰਜਾਬ ਵੱਸਦਾ ਰਹੂ, ਜੇ ਇੱਥੇ ਥੋੜ੍ਹਾ ਬਹੁਤ ਕੁਝ ਨਾ ਕੁਝ, ਸਾਰਾ ਕੁਝ ਲੀਡਰਾਂ ਦੇ ਨਿਆਣਿਆਂ ਲਈ ਨਹੀਂ, ਲੋਕਾਂ ਦੇ ਨਿਆਣਿਆਂ ਲਈ ਵੀ ਕੁਝ ਬਚ ਜਾਊ, ਤੇ ਫਿਰ ਠੀਕ ਹੈ, ਗਾਂ ਤੁਹਾਡੇ ਨਿਆਣੇ ਵੀ ਲੀਡਰ ਬਣ ਜਾਣਗੇ। ਤੇ ਜੇ ਆਪਾਂ ਇਹ ਕਰ ਲਿਆ ਵੀ ਹੁਣ ਬਸ ਘੜਾ ਖਾਲੀ ਕਰ ਲੈਣਾ, ਕੁਕੜੀ ਦੇ ਆਂਡੇ ਦੀ ਕੁਕੜੀ ਮਾਰ ਦੇਣੀ ਆ, ਇਹ ਮੁੜ ਕੇ ਜਦੋਂ ਕੁਕੜੀ ਮੁੜ ਗਈ ਫਿਰ ਮੁੜ ਕੇ ਹੱਡ ਚਰੂੰਦੇ ਰਹੇ ਉਹਦੇ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੈਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਇੱਥੇ ਦੇ ਹਿਸਾਬ ਨਾਲ ਇੱਕ ਪੁਆਇੰਟ ਜਿਹਾ ਲਿਆ ਸੀ ਕਿ ਜਿਹੜੇ ਸਾਡੇ ਸਿਆਸੀ ਪਾਰਟੀਆਂ ਦੇ ਵਰਕਰ ਨੇ ਪਿੰਡਾਂ ਦੇ, ਜਿਹੜੇ ਤੁਹਾਡੇ ਵਰਕਰ ਨੇ ਛੋਟੇ ਪਿੰਡਾਂ 'ਚ, ਵੀ ਉਹਨਾਂ ਨੂੰ ਪਿਛਲੇ ਮੈਂ ਕਿਹਾ ਸੀ 5 ਸਾਲ ਦੇ ਵਿੱਚ ਕੀ ਸੁਨੇਹਾ ਆਇਆ ਤੁਹਾਡੇ ਲੀਡਰਸ਼ਿਪ ਵੱਲੋਂ, WhatsApp ਦੇ ਉੱਤੇ, ਮੈਸੇਜ ਦੇ ਉੱਤੇ, ਫੋਨ ਦੇ ਉੱਤੇ, ਕਿ ਤੁਹਾਨੂੰ ਕਾਹਦੀ ਲਾਮਬੰਦੀ ਲਈ ਸੁਨੇਹਾ ਆਇਆ? ਹੋ ਸਕਦਾ ਤੁਹਾਨੂੰ ਸੁਨੇਹਾ ਆਇਆ ਹੋਵੇ ਕਿ ਆਪਣੇ ਲੀਡਰ ਦੇ ਖਿਲਾਫ ਪਰਚਾ ਦਰਜ ਕਰਤਾ ਹੈ, ਪਹੁੰਚੋ, ਘੇਰਾਬੰਦੀ ਕਰਨੀ ਹੈ, ਠੀਕ ਹੈ ਜਾਓ। ਅੱਜ ਆਪਾਂ ਰੋਡ ਸ਼ੋਅ ਕਰਨਾ ਹੈ, ਆਪਾਂ ਆਓ ਇੱਥੇ, ਠੀਕ ਹੈ। ਆਪਾਂ ਰੈਲੀ ਕਰਨੀ ਹੈ, ਠੀਕ ਹੈ। ਆਪਾਂ ਕਾਗਜ਼ ਦਾਖਲ ਕਰਨੇ ਨੇ, ਆਪਾਂ ਜੇਤੂ ਜਲੂਸ ਕੱਢਣਾ ਹੈ, ਜਾਂ ਆਪਾਂ ਗਿਣਤੀ ਜਿਹੜੀ ਹੈ ਉਹਦੇ ਵਿਰੋਧ ਦੇ ਵਿੱਚ ਕਿ ਗਿਣਤੀ ਠੀਕ ਨਹੀਂ ਹੋਈ ਉਹਦੇ ਖਿਲਾਫ ਧਰਨਾ ਦੇਣਾ, ਸਾਰਾ ਕੁਝ ਠੀਕ ਹੈ, ਜਾਂ ਇੱਦਾਂ ਦੀਆਂ ਚੀਜ਼ਾਂ। ਵੀ ਕੀ ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਸਿਆਸੀ ਪਾਰਟੀ ਦੇ ਲੀਡਰ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਭਾਈ ਆਪਣੇ ਹਲਕੇ ਦੇ ਵਿੱਚ ਇੰਨੇ ਸਕੂਲ ਨੇ, ਉੱਥੇ ਇੰਨੇ ਅਧਿਆਪਕਾਂ ਦੀ ਕਮੀ ਹੈ, ਆ ਜਾਓ ਆਪਾਂ ਧਰਨਾ ਦੇਣਾ, ਤੇ ਉਨੀ ਦੇਰ ਉੱਠਣਾ ਹੀ ਨਹੀਂ ਜਿੰਨੀ ਦੇਰ ਅਧਿਆਪਕਾਂ ਦੀ ਭਰਤੀ ਨਹੀਂ ਹੁੰਦੀ, ਜਾਂ ਕਿ ਆਪਾਂ ਸਰਕਾਰੀ ਹਸਪਤਾਲਾਂ ਦੇ ਵਿੱਚ
ਜਿਹੜੇ ਡਾਕਟਰਾਂ ਦੀ ਕਮੀ ਹੈ ਜਾਂ ਮਸ਼ੀਨਰੀ ਦੀ ਕਮੀ ਹੈ ਜਾਂ ਦਵਾਈਆਂ ਦੀ ਕਮੀ ਹੈ, ਆ ਜਾਓ ਮੇਰੀ ਪਾਰਟੀ ਦੇ ਵਰਕਰੋ, ਆਪਣੀ ਪਾਰਟੀ ਪੰਜਾਬ ਨੂੰ ਸਮਰਪਿਤ ਹੈ, ਆਪਾਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਹਸਪਤਾਲਾਂ ਦੇ ਮੁਹੱਈਆ ਕਰਨਾ ਜਾਂ ਤਹਿਸੀਲ ਦੇ ਵਿੱਚ ਜਾਂ ਜਿਹੜੇ ਮਰਜ਼ੀ ਦਫ਼ਤਰ ਦੇ ਵਿੱਚ ਕਿ ਭਾਈ ਰਿਸ਼ਵਤਖੋਰੀ ਹੈ, ਆਪਾਂ ਉੱਥੇ ਕੈਂਪ ਲਾਉਣੇ ਆ ਤੇ ਆਪਾਂ ਉੱਥੇ ਕੈਂਪ ਲਾ ਕੇ ਲੋਕਾਂ ਨੂੰ ਕਹਿਣਾ ਕਿ ਭਾਈ ਜੇ ਜਾਇਜ਼ ਕੰਮ ਹੈ, ਤੁਹਾਡੇ ਕੋਲ ਪੈਸੇ ਮੰਗਦਾ ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਖੜਦੇ ਹਾਂ। ਕੀ ਕਦੀ ਲੋਕਾਂ ਦੇ ਪੱਖ ਦਾ ਕੋਈ ਸੁਨੇਹਾ ਆਇਆ? ਜਿਹੜੀ ਸਿਆਸੀ ਪਾਰਟੀਆਂ, ਮੈਨੂੰ ਨਹੀਂ ਪਤਾ ਤੁਹਾਡੀ ਲੀਡਰਾਂ ਦੀ ਸਮਝ ਕੀ ਕਹਿੰਦੀ ਹੈ, ਮੈਨੂੰ ਤਾਂ ਐਂ ਲੱਗਦਾ ਕਿ ਪਾਰਟੀ ਬਣਦੀ ਹੁੰਦੀ ਹੈ ਕਿ ਆਪਾਂ ਭਾਈ ਸੱਤਾ ਲਈ ਵੋਟਾਂ ਦੀ ਲੜਾਈ ਲੜਨੀ ਹੈ, ਸੱਤਾ ਦੇ ਵਿੱਚ ਆ ਕੇ ਸੂਬੇ ਦਾ ਲੋਕਾਂ ਦਾ ਭਲਾ ਕਰਨਾ ਹੈ। ਪਰ ਤੁਹਾਡੀ ਤਾਂ 100% ਦੀ ਇੰਟੈਂਸ਼ਨ ਇਹ ਹੁੰਦੀ ਹੈ ਕਿ ਭਾਈ ਪਾਰਟੀ ਦਾ ਭਲਾ ਕਰਨਾ, ਪਾਰਟੀ ਦਾ ਸੋਚਣਾ, ਪਾਰਟੀ ਦੇ ਪਿੱਛੇ ਠੋਕ ਵਜਾ ਕੇ ਪੈਰਾ ਦੇਾਂਗੇ, ਠੋਕ ਕੇ ਉਦਾਂ ਦੀਆਂ ਗੱਲਾਂ ਕਰਨੀਆਂ। ਇਹ ਦੇਖੋ ਸਿੰਪਲ ਉਦਾਹਰਨ ਦਿਆਂ, ਇੱਕ ਬੜੀ ਸੌਖੀ ਆਮ ਸਮਝ ਆ ਜਾਣੀ ਉਦਾਹਰਨ ਵੀ ਮੰਨ ਲਓ ਹੁਣ ਮੱਝਾਂ ਰੱਖ ਲਈਆਂ, ਮੰਨ ਲਓ ਬਾੜ ਸਾਹਿਬ ਨੇ ਮੱਝਾਂ ਪਾ ਲਈਆਂ, 10 ਮੱਝਾਂ ਲੈ ਦੇਣ ਤੁਹਾਨੂੰ, ਨਹੀਂ ਪੱਠੇ ਪਾਉਣ ਨੂੰ ਬੰਦਾ ਵੀ ਨਾ ਰੱਖ ਦਿਆਂਗੇ, ਤੁਸੀਂ ਘਬਰਾ ਹੀ ਗਏ ਵੀ ਯਾਰ 10 ਮੱਝਾਂ ਨੂੰ ਪੱਠੇ ਕਿਹਨੇ ਪਾਉਣੇ, ਹੈ ਨਾ। 10 ਮੱਝਾਂ ਤੁਸੀਂ ਲਈਆਂ ਵੀ ਇਹਨਾਂ ਦਾ ਦੁੱਧ ਪੀਵਾਂਗੇ। ਹੁਣ ਜਦੋਂ ਦੁੱਧ ਪੀਣ ਲਈ ਮੱਝਾਂ ਰੱਖੀਆਂ ਤੇ ਬੜਾ ਨੈਚੁਰਲ ਹੈ ਵੀ ਉਹਨਾਂ ਨੂੰ ਪੱਠੇ ਪਾਉਣੇ ਆ, ਦੁੱਧ ਚੋਣਾ, ਜਿੰਨਾ ਪੀਣਾ ਉਹਨਾਂ ਪੀ ਲੈਣਾ, ਰੱਖ ਲੈਣਾ ਤੇ ਬਾਕੀ ਸੇਲ ਕਰ ਦੇਣਾ। ਹੁਣ ਤੁਸੀਂ ਮੈਨੂੰ ਉਦਾਹਰਨ ਇਹ ਦੇ ਰਹੇ ਵੀ ਮੱਝਾਂ ਰੱਖ ਲਈਆਂ ਤੇ ਮੱਝ ਨੂੰ ਹਿੱਕ ਕੇ ਅਗਲੇ ਦੇ ਘਰੇ ਲੈਣਾ ਵੀ ਭਾਈ ਦੁੱਧ ਤੇ ਨਹੀਂ ਚਾਹੀਦਾ, ਅੱਜ ਚੋਲਾ ਮੇਰਾ ਵੀਰ, ਕੋਈ ਗੱਲ ਨਹੀਂ ਮੈਂ ਪੱਠੇ ਆਪੇ ਪਾ ਲੈਣੇ ਆ। ਇੱਦਾਂ ਕੋਈ ਕਰਦਾ ਨਹੀਂ ਕਰਦਾ। ਇਹ ਮੈਂ ਤਾਂ ਤੁਹਾਨੂੰ ਦੇਸੀ ਉਦਾਹਰਨ ਦਿੱਤੀ ਆ ਵੀ ਲੀਡਰਾਂ ਨੇ ਵਰਕਰ ਇਸੇ ਕਰਕੇ ਰੱਖੇ ਹੁੰਦੇ ਆ ਵੀ ਇਕੱਠ ਮੱਠ ਹੋਣਾ ਚਾਹੀਦਾ, 4 ਦਿਨ ਮਗਰ ਕੋਈ ਮੁਰਦਾਬਾਦ ਜਿੰਦਾਬਾਦ ਵਾਲੇ ਬੰਦੇ ਵੀ ਚਾਹੀਦੇ ਆ, ਜਿੱਦਣ ਲੋੜ ਹੋਵੇ ਉਦੋਂ ਉੱਥੇ ਪਹੁੰਚ ਵੀ ਜਾਣ, ਜਿੱਦਣ ਕਿਤੇ ਆਪ ਜਾਈਏ ਉਦੋਂ ਅਗਲੇ ਬੰਦੇ ਟੱਕਰਨ ਵੀ, ਜਾਂ ਆਪਣੇ ਪਰਿਵਾਰ 'ਚੋਂ ਕੋਈ ਛੋਟੇ ਕਾਕਾ ਜੀ ਜਾਂ ਛੋਟੇ ਕਾਕਾ ਜੀ ਦੇ ਕੋਈ ਰਿਸ਼ਤੇਦਾਰ ਜੀ ਗਾਂਹ ਜਾਣ ਤੇ ਉਦੋਂ ਉਹਨਾਂ ਦਾ ਸਵਾਗਤ ਕੀਤਾ ਜਾਵੇ, ਤੇ ਉਦੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਹੋ ਜਾਣ। ਬਸ ਜੇ ਤੁਸੀਂ ਆਖੋ ਵੀ ਹੁਣ ਲੀਡਰਾਂ ਦੇ ਗੰਢੇ ਥੋੜਾ ਗੋਡਣਗੇ ਜਾ ਕੇ, ਯਾਰ ਮਤਲਬ ਵਰਕਰਾਂ ਦੇ ਗੰਢੇ ਥੋੜਾ ਗੋਡਣਗੇ ਲੀਡਰ, ਮਾਫੀ ਚਾਹਾਂਗਾ। ਮਹਾਰਾਜ ਦੂਸਰੇ ਪਾਸੇ ਮੈਂ ਇੱਕ ਹੋਰ ਗੱਲ ਕਰਦੇ ਹਾਂ ਕਿ ਵਿਜੀਲੈਂਸ ਵਾਲਿਆਂ ਨੇ ਕਮਿਸ਼ਨਰੇਟ ਦੇ ਜਾ ਕੇ ਇੱਕ ਸ਼ਿਕਾਇਤ ਦਿੱਤੀ। ਉਹ ਕਹਿੰਦੇ ਜੀ ਅਸੀਂ ਇਸ FIR ਦੇ ਤਹਿਤ ਕਾਰਵਾਈ ਕਰਨ ਦੇ ਲਈ ਇੱਕ ਸੈਲੂਨ ਦੇ ਵਿੱਚੋਂ ਭਾਰਤ ਭੂਸ਼ਣ ਆਸ਼ੂ ਨੂੰ ਫੜਨ ਗਏ ਸੀ, ਸਾਬਕਾ ਕੈਬਨਿਟ ਮਿਨਿਸਟਰ ਨੂੰ, ਤੇ ਉੱਥੇ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਡਿਊਟੀ 'ਚ ਵਿਘਨ ਪਾਇਆ, ਬਦਤਮੀਜ਼ੀ ਵੀ ਕੀਤੀ, ਉਹ ਗਲਤ ਬੋਲੇ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਇਹ ਬੇਨਤੀ ਕੀਤੀ ਉਹਨਾਂ ਨੇ ਜਾ ਕੇ। ਹੁਣ ਰਵਨੀਤ ਸਿੰਘ ਬਿੱਟੂ ਹੋਰੀ ਕਹਿੰਦੇ ਮੈਂ ਕਾਗਜ਼ ਮੰਗਿਆ ਸੀ, ਕਾਗਜ਼, ਮੈਂ ਹੋਰ ਕੁਝ ਨਹੀਂ ਆਖਿਆ ਸੀ, ਮੈਂ ਕਿਹਾ ਸੀ ਕਾਗਜ਼ ਦਿਖਾ ਲਓ, ਜੇ ਤੁਹਾਡੇ ਕੋਲੇ ਕੋਈ ਸਰਕਾਰੀ ਕਾਗਜ਼ ਹੈਗੇ ਆ ਤਾਂ ਤੁਸੀਂ ਬੰਦਾ ਲੈ ਜਾਓ, ਨਹੀਂ ਤਾਂ ਅਸੀਂ ਪੇਸ਼ ਕਰ ਦਿੰਦੇ ਹਾਂ, ਇੱਦਾਂ ਦੀ ਗੱਲ ਕੋਈ ਨਹੀਂ। ਬਾਕੀ ਉਹ ਕਹਿੰਦੇ ਜੀ ਗਲਤ ਕਰਦੇ, ਉਹ ਗਲਤ ਕਰਦੇ ਆ ਤਾਂ ਕਰਕੇ ਰੋਕਦੇ ਆ, ਐਸੀ ਗੱਲ ਨਹੀਂ ਹੈ। ਹੁਣ ਉਹਨਾਂ ਨੇ ਕੁਛ ਕੀਤਾ ਨਹੀਂ ਕੀਤਾ, ਉਹ ਅੰਦਰ ਚਲੇ ਗਏ, ਬਿੱਟੂ ਸਾਹਿਬ ਦੇ ਖਿਲਾਫ ਸ਼ਿਕਾਇਤ ਹੋ ਗਈ ਹੈ। ਇਹ ਦੇਖੋ ਕਾਰਨ ਹੈ ਵੀ ਜੋ ਕੱਲ ਦੀ ਵੀਡੀਓ ਜਿੱਦਾਂ ਦੀ ਚੱਲਣ ਡਈ ਸੀ ਉਹਦੇ ਤੋਂ ਬਾਅਦ ਇੰਨੀ ਕੁ ਸ਼ਿਕਾਇਤ ਤੇ ਬਣਦੀ ਸੀ ਨਾ, ਹੈ ਨਾ। ਦੇਖੋ ਬਾਕੀ ਚਲੋ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਸ਼ਿਕਾਇਤਾਂ ਦਾ ਤਾਂ ਕੀ ਹੋਣਾ, ਕਿਉਂਕਿ ਜਿੱਦਾਂ ਬਿੱਟੂ ਸਾਹਿਬ ਨੇ ਆਪਣੇ ਵੱਲੋਂ ਐਕਸਕਿਊਜ਼ ਦੇ ਦਿੱਤਾ ਵੀ ਹਾਂਜੀ ਮੈਂ ਤਾਂ ਕਾਗਜ਼ ਹੀ ਮੰਗੇ ਹਨ। ਕਾਗਜ਼ ਮੰਗਣਾ ਉਹਨਾਂ ਦਾ ਹੱਕ ਵੀ ਹੋ ਸਕਦਾ ਵੀ ਮਹਾਰਾਜ ਜੇ ਕਿਸੇ ਖਿਲਾਫ ਕੋਈ ਕਾਰਵਾਈ ਕਰਨੀ ਹੈ, ਇਹਦਾ ਪੁੱਛਿਆ ਹੀ ਆ ਵੀ ਯਾਰ ਤੁਸੀਂ ਕਾਗਜ਼ ਦੇ ਦਿਓ, ਨਹੀਂ ਤੇ ਅਸੀਂ ਉੱਥੇ ਬੰਦਾ ਲੈ ਆਉਂਦੇ, ਤੁਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰ ਲਿਓ। ਪਰ ਮੈਨੂੰ ਇਹ ਲੱਗਦਾ ਵੀ ਇਹ ਚੀਜ਼ ਇੱਥੇ ਰੁਕਣ ਵਾਲੀ ਹੈ ਨਹੀਂ ਗੀ, ਇਹ ਸ਼ਿਕਾਇਤਾਂ ਵਾਲਾ ਦੌਰ ਹੁਣ ਹੌਲੀ ਹੌਲੀ ਅੱਗੇ ਵਧਣ ਲੱਗ ਪਿਆ। ਮਨਪ੍ਰੀਤ ਬਾਦਲ ਸਾਹਿਬ ਦੇ ਖਿਲਾਫ ਸ਼ਿਕਾਇਤ ਹੋਈ, ਕਿਹਨੇ ਕੀਤੀ? ਸਰੂਪ ਸਿੰਘਲਾ ਸਾਹਿਬ ਨੇ। ਉਹ ਕਹਿੰਦੇ ਵੀ ਇੱਕ ਤਾਂ ਉਹਨਾਂ ਨੇ ਸ਼ਿਕਾਇਤ ਉੱਥੇ ਦੇ ਦਿੱਤੀ ਹੈ SSP ਸਾਹਿਬ ਨੂੰ, ਨਾਲ ਉਹ ਕਹਿੰਦੇ ਵੀ ਉੱਪਰ ਤੱਕ ਜਾਣਾ ਵੀਰ ਜੀ, ਜਿੰਨਾ ਚਿਰ ਕਹਿੰਦੇ ਇੱਥੇ ਮਨਪ੍ਰੀਤ ਬਾਦਲ ਸਾਹਿਬ ਰਹੇ, ਬਠਿੰਡਾ ਏਰੀਆ ਉਹਨਾਂ ਨੇ ਖਾਸ ਕਰਕੇ ਕਿਹਾ, ਜਿੰਨਾ ਚਿਰ ਬਠਿੰਡੇ 'ਚੋਂ ਰਹੇ ਕਹਿੰਦੇ ਬਸ ਉਹਨਾਂ ਦੇ ਬੰਦੇ ਰਹੇ। ਫਿਰ ਉਹ ਵਿੱਚ ਕੁਛ ਰਿਸ਼ਤੇਦਾਰੀਆਂ ਦਾ ਨਾਮ ਹੀ ਗਣਾਉਂਦੇ ਰਹੇ। ਕਿਹਦਾ ਨਹੀਂ ਇਹ ਤੇ ਹੁਣ ਆਪ ਕਿਉਂਕਿ ਕਾਰਨ ਹੈ ਵੀ ਆਪੇ ਉਹ ਜਨਨ ਉਹਨਾਂ ਦੀ ਸ਼ਿਕਾਇਤ ਜਾਣੇ, ਆਪਾਂ ਕਾਹਨੂੰ ਨਾਂ ਲੈਣਾ ਹੀ। ਉਹ ਜਿਹੜਾ ਜ਼ਿਕਰ ਕਰਦੇ ਨੇ ਵੀ ਭਾਈ ਸਾਹਿਬ ਉਹਦਾ ਵੀ ਕੋਈ ਨਾ ਕੋਈ ਜਾਂਚ ਪੜਤਾਲ ਕਰੋ। ਮੈਨੂੰ ਐਂ ਲੱਗਦਾ ਵੀ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਦਾ 2-3-4 ਵਾਰ ਜ਼ਿਕਰ ਜ਼ਰੂਰ ਹੋਇਆ ਮਨਪ੍ਰੀਤ ਬਾਦਲ ਸਾਹਿਬ ਦਾ। ਉਹ ਇਸ ਕਰਕੇ ਹੁੰਦਾ ਰਿਹਾ ਵੀ ਹਾਂਜੀ ਉਹ ਖਜ਼ਾਨਾ ਤਾਂ ਕਹਿੰਦੇ ਖਾਲੀ ਸੀ, ਪਰ ਚੀਮਾ ਸਾਹਿਬ ਕਹਿੰਦੇ ਅਸੀਂ ਸੈੱਟ ਕਰ ਲਿਆ। ਉਹ ਕਹਿੰਦੇ ਸੀ ਉਦੋਂ ਹੈ ਕੁਛ ਨਹੀਂ ਸੀ ਖਜ਼ਾਨੇ 'ਚ, ਉਹ ਕਹਿੰਦੇ ਨਹੀਂ ਅਸੀਂ ਤਾਂ ਇੰਨਾ ਕਰਜ਼ਾ ਵੀ ਮੋੜਤਾ। ਉਹ ਕਹਿੰਦੇ ਸੀ ਆਮਦਨ ਨਹੀਂ ਆ ਰਹੀ, ਉਹ ਕਹਿੰਦੇ ਇੰਨੀ ਅਸੀਂ ਆਮਦਨ ਵਧਾ ਵੀ ਲਈ। ਪਰ ਇਹ ਪਹਿਲੀ ਵਾਰ ਹੈ ਵੀ ਇੱਕ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦੇ ਖਿਲਾਫ ਜਿਹੜੀ ਮਨਪ੍ਰੀਤ ਬਾਦਲ ਸਾਹਿਬ ਦਾ ਨਾਂ ਚੱਲਿਆ। ਦੇਖੋ ਸੰਧਾਵੜੀਆ ਸਾਹਿਬ, ਯਕੀਨ ਨਹੀਂ ਹੁੰਦਾ, ਯਕੀਨ ਹੁੰਦਾ ਹੀ ਨਹੀਂ ਹੈ। ਸ਼ੇਰ ਭੁੱਲ ਗਿਆ ਮੈਨੂੰ। ਅੱਛਾ ਨਹੀਂ ਮੈਂ ਯਕੀਨ ਹੁੰਦਾ, ਸ਼ੁਰੂਆਤ ਤੇ ਕੁਛ ਇਦਾਂ ਕੀਤੀ ਸ਼ੇਰ ਵਾਲੀ। ਨਹੀਂ ਯਕੀਨ ਨਹੀਂ ਹੁੰਦਾ, ਯਕੀਨ ਹੁੰਦਾ ਹੀ ਨਹੀਂ ਹੈ ਕਿ ਇਸ ਤਰ੍ਹਾਂ ਕਰਨਗੇ। ਤੁਸੀਂ ਵਾਹ ਤੇ ਕਰੋ। ਨਹੀਂ ਵਾਹ ਮੈਂ ਤੇ ਕਰੀ ਆ, ਪਰ ਉਹਨਾਂ ਨੂੰ ਨਹੀਂ ਵਾਹ ਹੋਣੀ ਜੀ। ਦੇਖੋ ਯਕੀਨ ਕਿਉਂ ਨਹੀਂ ਹੁੰਦਾ? ਜਿਹੜਾ ਬੰਦਾ ਵਿੱਤ ਮੰਤਰੀ ਰਹਿੰਦੇ ਆ, ਇਹ ਬੋਲਣ ਦੀ ਹਿੰਮਤ ਰੱਖਦਾ ਕਿ ਖਜ਼ਾਨਾ ਖਾਲੀ ਹੈ, ਜਾਣੀ ਹਿੰਮਤ ਹੁੰਦੀ ਹੈ ਨਾ ਕਿ ਮੰਨਣ ਦੀ ਕਿ ਭਾਈ ਹੈ ਨਹੀਂ ਕੁਛ ਵੀ, ਜਾਣੀ ਉਹਨਾਂ ਨੇ ਤਾਂ ਪੀਪਾ ਉਲਟਾ ਕਰਕੇ ਆਲੇ ਦੁਆਲੇ ਹੱਥ ਮਾਰ ਕੇ ਜਿੱਦਾਂ ਦਾਣੇ ਨਾ, ਦਾਣਾ ਵਿੱਚ ਕੋਈ ਫਸਿਆ ਨਾ ਰਹਿ ਜਾਵੇ, ਇੱਦਾਂ ਕਰਕੇ ਦਿਖਾਤਾ ਕਹਿੰਦੇ ਖਜ਼ਾਨਾ ਖਾਲੀ ਹੈ। ਕਿਵੇਂ ਯਕੀਨ ਕਰ ਲਈਏ ਸਿੰਗਲਾ ਸਾਹਿਬ? ਤੁਸੀਂ ਆਨੇ ਹੋ ਕਿ ਭਾਈ ਉਹਨਾਂ ਨੇ
ਪੈਸੇ ਟਕੇ ਖਾਦੇ ਐ, ਥੱਲੇ ਤਾਂ ਬੰਦੇ ਉਦਾਂ ਹੀ ਰਗੜ ਰੁਗੜ ਹੋ ਗਏ, ਕਿੰਗ ਪਿਨ ਤਾਂ ਉਹ ਨੇ, ਕਰੋੜਾਂ ਰੁਪਈਏ ਖਾਦੇ ਨੇ। ਅਸੀਂ ਨਹੀਂ ਮੰਨ ਸਕਦੇ। ਕਿਉਂ? ਮੈਂ ਦੱਸਦਾ, 3 ਉਦਾਹਰਨਾਂ ਨੇ। ਜਿਹੜਾ ਬੰਦਾ ਆਪਣੇ ਦਫ਼ਤਰ ਦੇ ਮੂਹਰੇ ਖਜ਼ਾਨਾ ਮੰਤਰੀ ਹੁੰਦੇ ਲਾ ਦਿੰਦਾ ਕਿ ਭਾਈ ਮੈਂ ਚਾਹ ਜੇ ਨਾ ਤੁਹਾਨੂੰ ਪਿਆਈ ਤੇ ਗੁੱਸਾ ਨਾ ਕਰਨਾ, ਖਜ਼ਾਨਾ ਖਾਲੀ, ਅਸੀਂ ਪੈਸੇ ਬਚਾਉਣੇ ਆ। ਜਿਹੜਾ ਬੰਦਾ ਆਪਣੀ ਗੱਡੀ ਆਪ ਚਲਾਉਂਦਾ ਹੈ, ਕਿਵੇਂ ਯਕੀਨ ਕਰ ਲਈਏ? ਨਾਲੇ ਕਿਵੇਂ ਹੋ ਸਕਦਾ? ਕਿਉਂਕਿ ਉਹਨਾਂ ਨੇ ਜਦੋਂ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਸੀ ਨਾ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਪਿੰਡ ਖਟਕੜ ਕਲਾਂ ਦੀ ਮਿੱਟੀ ਐ ਮੁੱਠੀ 'ਚ ਫੜ ਕੇ ਮਾਈਕ ਤੇ ਖਲੋ ਕੇ ਲੱਖਾਂ ਲੋਕਾਂ ਦੀ ਹਾਜ਼ਰੀ 'ਚ ਕਿਹਾ ਸੀ ਕਿ ਭਾਈ ਇਹ ਇੱਕੋ ਜਿੰਨੇ ਮਾੜੇ ਨੇ ਅਕਾਲੀ ਤੇ ਕਾਂਗਰਸੀ, ਆਪਾਂ ਪੰਜਾਬ ਬਚਾਉਣਾ। ਇਧਰਲੇ ਪਾਸੇ ਨੂੰ ਮੂੰਹ ਨਹੀਂ ਕਰਦਾ। ਉਹਨਾਂ ਕੀਤਾ। ਹਾਂਜੀ, ਗੱਲਾਂ ਤੁਹਾਡੀਆਂ ਠੀਕ, ਜਿੱਦਾਂ ਤੁਸੀਂ ਭਾਵੁਕ ਜਿਹਾ ਕੀਤਾ, ਪਰ ਜਦੋਂ ਤੁਸੀਂ ਐਂ ਕਰਕੇ ਮਿੱਟੀ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਹੋਰਾਂ ਦੇ ਪਿੰਡ ਦੀ ਮਿੱਟੀ ਦੀ ਗੱਲ ਕੀਤੀ, ਮੈਨੂੰ ਲੱਗਦਾ ਵੀ ਲੀਡਰ ਵੀ ਦੇਖੋ ਨਾ, ਜਦੋਂ ਭਾਵੁਕ ਕਰਨਾ ਹੁੰਦਾ, ਆਪਾਂ ਇਸ ਕੇਸ ਦੀ ਗੱਲ ਨਹੀਂ ਕਰਦੇ, ਬਾਅਦ ਚ ਆਮ ਆਦਮੀ ਪਾਰਟੀ ਵਾਲੇ ਉੱਥੇ ਗਏ, ਇਸ ਤੋਂ ਪਹਿਲਾਂ ਵੀ ਜਾਂਦੇ ਰਹੇ ਨੇ। ਤੁਸੀਂ ਦੇਖੋ ਵੀ ਸ਼ਹੀਦ ਦੇ ਪਿੰਡ ਦੀ ਮਿੱਟੀ, ਉਹ ਜਿਹੜੀ ਮੁੱਠੀ 'ਚ ਫੜ ਲੈਣੀ ਮਿੱਟੀ, ਉਹਨੂੰ ਇੱਕ ਡਿਫਰੈਂਟ ਐਂਗਲ ਤੋਂ ਦੇਖਿਆ ਜਾਂਦਾ। ਉਸੇ ਪਿੰਡ ਦੇ ਆਸ-ਪਾਸ ਕਈ ਲੋਕ ਵਸਦੇ ਨੇ ਜਿਹੜੇ ਮਿੱਟੀ ਨਾਲ ਮਿੱਟੀ ਪਤਾ ਨਹੀਂ ਪੀੜ੍ਹੀਆਂ ਤੋਂ ਹੋਈ ਜਾਂਦੇ ਆ, ਤੇ ਉਹ ਵਿਚਾਰੇ ਇਹੀ ਉਡੀਕ ਕਰੀ ਜਾਂਦੇ ਵੀ ਕਦੀ ਸਾਡੀ ਵੀ ਕੋਈ ਸਾਰ ਲਊਗਾ। ਮੈਂ ਤਾਂ ਇੱਕ ਹੋਰ ਸੋਚਦਾ ਸੀ ਸੰਧਾਵਲੀਆ ਸਾਹਿਬ ਕਿ ਜਿੰਨੇ ਸਾਡੇ ਲੀਡਰ ਸਾਹਿਬਾਨ ਨੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਮੰਨਦੇ ਆ, 99.9% ਤਾਂ ਮੰਨਦੇ, 1-2 ਨੂੰ ਛੱਡ ਕੇ, ਆਪਾਂ ਉਧਰਲੇ ਪਾਸੇ ਕਿਉਂ ਜਾਣਾ? ਤੁਸੀਂ ਇਹ ਦੇਖੋ, ਉਹ ਕਹਿੰਦੇ ਜੀ ਸਾਡੀ ਅਸੀਂ ਡਿਊਟੀ ਪੂਰੀ ਕਰ ਰਹੇ ਹਾਂ। ਮੈਂ ਬਿਲਕੁਲ ਠੀਕ ਹਾਂ। ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਸ਼ਹੀਦ ਆਜ਼ਮ ਭਗਤ ਸਿੰਘ, ਉਹਨਾਂ ਨੂੰ ਕੋਈ ਬਹੁਤੀ ਤਕਲੀਫ ਨਹੀਂ ਸੀ, ਨਿੱਜੀ ਤੌਰ ਦੇ ਉੱਤੇ ਕਿਸੇ ਨੇ ਹੁੱਜਾਂ ਨਹੀਂ ਸੀ ਮਾਰੀਆਂ। ਉਹਨਾਂ ਨੇ ਲੋਕਾਂ ਦੀ ਤਕਲੀਫ ਦੇਖੀ ਸੀ ਕਿ ਲੋਕ ਤਕਲੀਫ 'ਚ ਨੇ ਤੇ ਮੈਂ ਹਰ ਸੰਭਵ ਯਤਨ ਕਰਨਾ ਦੇਸ਼ ਆਜ਼ਾਦ ਹੋਵੇ। ਇੱਦਾਂ ਹੀ ਸੀ ਨਾ, ਉਹ ਕਹਿੰਦੇ ਜ਼ੁਲਮ ਨਹੀਂ ਸਹਿਣਾ। ਤੇ ਤੁਸੀਂ ਲੀਡਰ ਸਾਹਿਬਾਨ ਜਿਹੜੇ ਤੁਸੀਂ ਕਹਿੰਦੇ ਹੋ ਕਿ ਭਾਈ ਅਸੀਂ ਉਹਨਾਂ ਦੇ ਕਦਮ ਚਿੰਨ੍ਹਾਂ ਦੇ ਉੱਤੇ ਚੱਲਣ ਵਾਲੇ ਆ, ਉਹਨਾਂ ਦੀਆਂ ਪੈੜਾਂ ਤੇ ਤੁਰ ਰਹੇ ਆ, ਤੁਹਾਡੇ ਕੋਲ ਸੱਤਾ ਹੈ, ਤੁਹਾਡੇ ਕੋਲੇ ਤਾਕਤ ਹੈ, ਤੁਹਾਡੇ ਕੋਲੇ ਸਭ ਕੁਛ ਹੈ, ਤੇ ਲੋਕਾਂ ਦੇ ਉੱਤੇ ਧੱਕਾ ਫਿਰ ਹੋਈ ਜਾਂਦਾ। ਧੱਕਾ ਹੀ ਆ ਜੇ ਲੋਕ ਦਵਾਈ ਖੋਣੋਂ ਮਰ ਰਹੇ ਨੇ, ਧੱਕਾ ਹੀ ਆ ਜੇ ਨਿਆਣੇ ਪੜ੍ਹ ਨਹੀਂ ਰਹੇ, ਉਹਨਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਜੀਫੇ ਨਹੀਂ ਮਿਲ ਰਹੇ, ਧੱਕਾ ਹੀ ਆ ਜੇ ਨਿਆਣੇ ਨੂੰ ਕਿਤਾਬ ਦੀ ਜਗ੍ਹਾ ਦੇ ਉੱਤੇ, ਸਪੋਰਟਸ ਦੀ ਟ੍ਰੇਨਿੰਗ ਦੀ ਜਗ੍ਹਾ ਦੇ ਉੱਤੇ ਚਿੱਟਾ ਛੇਤੀ ਮਿਲ ਜਾਂਦਾ, ਤੇ ਉਹ ਧੱਕਾ ਤਾਂ ਭਾਈ ਤੁਹਾਡੇ ਹੁੰਦਿਆਂ ਹੋਇਆ। ਬਾਕੀ ਅਸੀਂ ਨਹੀਂ ਕਹਿੰਦੇ ਸਰੂਪ ਚੰਦ ਸਿੰਗਲਾ ਹੋਰਾਂ ਦੀ ਸ਼ਿਕਾਇਤ ਸਹੀ ਹੈ ਜਾਂ ਗਲਤ ਹੈ, ਪਰ ਹਾਂ ਬੋਲਣਾ ਚਾਹੀਦਾ, ਸਪਸ਼ਟੀਕਰਨ ਦਿਓ ਕਿ ਭਾਈ ਅਗਲੇ ਗਲਤ ਕਹਿੰਦੇ ਆ ਜਾਂ ਠੀਕ ਕਹਿੰਦੇ ਆ। ਤੇ ਜੇ ਆਪਾਂ ਸਪਸ਼ਟੀਕਰਨ ਦੇ ਦਿਆਂਗੇ ਤਾਂ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇੱਦਾਂ ਹੀ ਗੱਲਾਂ ਬਾਤਾਂ ਕਰ ਦਿਆਂਗੇ। ਹਾਂ, ਸਿੰਗਲਾ ਸਾਹਿਬ ਵੀ ਬੜੀ ਚੀਜ਼ ਨੇ, ਲੀਡਰ ਵੱਡੇ ਵਧੀਆ ਨੇ, ਇੱਕੋ ਇੱਕ ਪੰਜਾਬ ਦੇ ਲੀਡਰ, ਇੱਕੋ ਇੱਕ। ਅੱਜ ਜਦੋਂ 2022 ਦੀ ਵਿਧਾਨ ਸਭਾ ਚੋਣ ਹੋਈ ਆ, ਅਕਾਲੀ ਦਲ ਨੇ ਟਿਕਟ ਦਿੱਤੀ ਉਹਨਾਂ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਭਰਾ ਲੜਾਈ ਬੜੀ ਸਿਆਸੀ ਤੌਰ ਤੇ। ਉਦੋਂ ਸਾਰੇ ਅਕਾਲੀ ਦਲ ਦੇ ਵੱਡੇ ਲੀਡਰ ਬੈਠੇ ਸੀ ਤੇ ਸਰੂਪ ਚੰਦ ਸਿੰਗਲਾ ਸਾਹਿਬ ਨੇ ਲੋਕਾਂ ਦੀ ਹਾਜ਼ਰੀ ਕਹਿਤਾ, ਬਾਦਲ ਸਾਹਿਬ ਦੱਸ ਕੇ ਜਾਇਓ, ਮੈਨੂੰ ਆਪਣੇ ਕਈ ਵਰਕਰ ਕਹੀ ਜਾਂਦੇ ਕਿ ਪਾਰਟੀ ਤੁਹਾਡੀ ਤਾਂ ਮਦਦ ਕਰਦੀ ਨਹੀਂ, ਕਿਸੇ ਹੋਰ ਦੀ ਮਦਦ ਕਰਦੀ। ਤੁਸੀਂ ਆ ਬੋਲਦਿਆਂ ਇੱਕ ਸ਼ਬਦ ਵਰਤਿਆ ਸੀ ਨਾ, ਭਰਾ। ਹਾਂਜੀ, ਉਹ ਕਹਿੰਦੇ ਨੇ ਭਰਾਵਾਂ ਦੇ। ਹਾਂਜੀ, ਇਹ ਉਦੋਂ ਚਰਚਾ ਸੀਗੀ ਗੱਲ। ਚਲੋ, ਸਿੰਗਲਾ ਸਾਹਿਬ ਨੇ ਹੁਣੇ ਗੱਲ ਕੀਤੀ ਜੀ, ਸਿੰਗਲਾ ਸਾਹਿਬ ਉਦੋਂ ਵੀ ਗੱਲ ਕਰਦੇ ਰਹੇ ਸੀ। ਇਹਦੇ 'ਚ ਸੱਚ ਕੀ ਆ, ਝੂਠ ਕੀ, ਇਹਦੀ ਜਦੋਂ ਜਾਂਚ ਹੋਊਗੀ ਆਪੇ ਪਤਾ ਲੱਗ ਜੂ। ਜਿੰਨੀ ਕੁ ਖਬਰ ਸੀ ਆਪਣਾ ਕੰਮ ਸੀ ਦੱਸ ਦੇਣਾ, ਅਗਲੀ ਖਬਰ ਕੀ ਆ ਭਲਾ? ਦੇਖੋ, ਮੈਂ ਵੈਸੇ ਮੇਰੇ ਮਨ 'ਚ ਆਇਆ, ਕਿਉਂਕਿ ਜਦੋਂ ਹਲ ਵਾਹੀਦਾ ਨਾ, ਹਲ ਵਾਹੁਣ ਦਾ ਮਤਲਬ ਕੀ ਆ? ਹੇਠਲੀ ਮਿੱਟੀ ਉੱਪਰ ਲਿਆਉਣੀ। ਇੱਦਾਂ ਹੁੰਦਾ ਨਾ ਕਿ ਮਾੜੀ ਜਿਹੀ ਰੱਦੋ ਬਦਲ ਜੀ ਹੋਣੀ, ਖੇਤ ਨੂੰ ਹਵਾ ਲੱਗ ਜਾਏ, ਕਈ ਕੁਛ ਚਰਚ। ਤੁਹਾਨੂੰ ਯਾਦ ਹੋਣਾ, ਇਸੇ ਬਠਿੰਡੇ ਦੇ ਵਿੱਚ ਸਾਨੂੰ ਨਹੀਂ ਪਤਾ ਕਿ ਕਿਹਨੇ ਕੀ ਕੀਤਾ, ਰਿਪੋਰਟਾਂ ਆਈਆਂ ਸੀ, ਸਾਰਾ ਕੁਝ ਹੋਇਆ ਸੀ ਕਿ ਤੰਬੂ ਲਾ ਕੇ ਗੁੰਡਾ ਡੰਡਾ ਟੈਕਸ ਵਸੂਲਿਆ ਜਾਂਦਾ, ਤੰਬੂ ਲਾ ਕੇ। ਅਸੀਂ ਨਹੀਂ ਕਹਿੰਦੇ ਕੌਣ ਵਸੂਲਦਾ ਸੀ, ਪਰ ਲੋਕ ਕਹਿੰਦੇ ਸੀ ਕਿ ਭਾਈ ਜਿਹੜੀ ਵੀ ਚੀਜ਼ ਰਿਫਾਈਨਰੀ ਦੇ ਅੰਦਰ ਜਾਂਦੀ ਜਾਂ ਬਾਹਰ ਆਉਂਦੀ ਆ, ਉਹਨੂੰ 4 ਛਿੱਲੜ ਦੇ ਕੇ ਜਾਣੇ ਪੈਂਦੇ ਆ। ਨਹੀਂ, ਆਪਾਂ ਇਹ ਵੀ ਜ਼ਿਕਰ ਕਰ ਦਿੰਦੇ ਹਾਂ, ਉਦੋਂ ਬੀਬੀ ਬਲਜਿੰਦਰ ਕੌਰ ਹੋਣੀ, ਹਾਂਜੀ, ਉਹਨਾਂ ਨੇ ਮੁੱਦਾ ਚੁੱਕਿਆ ਸੀ। ਉਦੋਂ ਸਿੰਪਲ ਐਮਐਲਏ ਸੀ, ਹੁਣ ਭਾਵੇਂ ਐਮਐਲਏ ਨੇ ਪਰ ਤਾਕਤ 'ਚ ਨੇ, ਹੈ ਨਾ। ਜੇ ਸਿੰਗਲਾ ਸਾਹਿਬ ਕੋਈ ਗੱਲ ਕਰਦੇ ਆ ਤੇ ਮੇਬੀ ਉਹ ਨਹੀਂ ਪ੍ਰੋੜਤਾ ਕਰ ਸਕਦੇ, ਜਾਂ ਉਹ ਕਹਿ ਸਕਦੇ ਵੀ ਨਹੀਂ ਉਹ ਐਵੇਂ ਭੁਲੇਖਾ ਹੀ ਸੀ। ਅੱਛਾ, ਅਗਲੀ ਗੱਲ ਜੇ ਮੈਂ ਜ਼ਿਕਰ ਕਰਾਂ WhatsApp ਤੇ ਮਨੀਸ਼ ਸਿਸੋਦੀਆ ਸਾਹਿਬ ਦਾ ਜ਼ਿਕਰ ਬਣਦਾ ਵੀ ਪਹਿਲਾਂ ਤੇ CBI ਦੀ ਰੇਡ, ਫਿਰ CBI ਦੀ ਰੇਡ ਤੋਂ ਬਾਅਦ ਰੌਲਾ ਪੈ ਗਿਆ ਜੀ ਵੀ ਬਹੁਤ ਛੇਤੀ ਗ੍ਰਿਫਤਾਰੀ। ਫਿਰ ਗ੍ਰਿਫਤਾਰੀ ਤੋਂ ਸਿਸੋਦੀਆ ਸਾਹਿਬ ਦਾ ਬਿਆਨ ਆ ਜਿਹੜਾ ਆਪਾਂ ਕੱਲ੍ਹ ਦੱਸਿਆ ਸੀ, ਉਹ ਕਹਿੰਦੇ ਵੀ ਇਹ ਤਾਂ ਮਹਾਰਾਜ ਡੀਲ ਦੀ ਗੱਲ ਸੀਗੀ। ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਤੋੜ ਕੇ ਤੇ ਪਾਸੇ ਹੋ ਜਾ ਮਿੱਤਰਾ, ਤੇ ਮੁੱਖ ਮੰਤਰੀ ਤੈਨੂੰ ਬਣਾ ਦਿੰਦੇ ਦਿੱਲੀ ਦਾ। ਉਹਦੇ ਬਾਰੇ ਕੀ ਆ ਕੀ ਨਹੀਂ, ਇਹ ਤਾਂ ਚਲੋ ਉਹ ਜਾਣਨ। ਪਰ ਹਾਂ, ਕਹਿੰਦੇ ਵੀ ED ਵਾਲਿਆਂ ਵੀ ਹੁਣ ਪਰਚਾ ਦਰਜ ਕਰ ਲਿਆ ਮਨੀ ਲਾਂਡਰਿੰਗ ਵਾਲਾ। ਦੇਖੋ ਸੰਧਾਲੀਆ ਸਾਹਿਬ, ਪੇਚਾ ਤਾਂ ਪੈ ਗਿਆ ਬਹੁਤ ਕਸੂਤਾ। ਅਗਲੇ ਦਿੱਲੀ 'ਚ ਸੀਗੇ, ਉਸ ਤੋਂ ਬਾਅਦ ਗੁਜਰਾਤ ਚਲੇ ਗਏ ਤੇ ਬਾਰ-ਬਾਰ ਪੱਟਾਂ ਦੇ ਉੱਤੇ ਥਾਪੀਆਂ ਮਾਰਦੇ ਆ ਕਿ ਰੁਪਈਏ ਇੱਕ ਦਾ ਘਪਲਾ ਨਹੀਂ ਕੀਤਾ। ਦੱਸੋ ਤੁਸੀਂ ਜਾਂਚ ਕਿੱਥੇ ਸ਼ਾਮਲ ਹੋਣਾ?
ਉਹ ਜਿਸ ਤਰੀਕੇ ਸ਼ਿਕੰਜਾ ਕੱਸੀ ਜਾਂਦੇ, ਉਹ ਕਹਿੰਦੇ ਸਬੂਤ ਸਾਡੇ ਕੋਲੇ ਪੂਰੇ ਆ, ਤੁਸੀਂ ਦੇਖਿਓ ਬੰਦਾ ਜਦੋਂ ਅਸੀਂ ਦਵਲ ਲਿਆ ਤੇ ਮੁੜ ਕੇ ਛੁੱਟਣਾ ਕਿਸੇ ਪਾਸੇ ਨਹੀਂ। ਪਹਿਲਾਂ CBI, ਉਹਦੇ ਤੋਂ ਬਾਅਦ ED, ਲੁੱਕ-ਆਊਟ ਜਿਹੜਾ ਸਰਕੂਲਰ ਜਾਰੀ ਕਰ ਦਿੱਤਾ ਕਿ ਭਾਈ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਮੈਨੂੰ ਇਹ ਲੱਗਦਾ ਕਿ ਇਧਰਲੇ ਪਾਸੇ ਗੁਜਰਾਤ ਤੇ ਉਧਰਲੇ ਪਾਸੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਚੋਣ 'ਚ ਸਭ ਤੋਂ ਵੱਡਾ ਮੁੱਦਾ ਇਹੀ ਗੂੰਜੂਗਾ। ਹੁਣ ਤੁਸੀਂ ਦੇਖੋ ਨਾ ਕਹਾਣੀ ਕਿੱਧਰ ਜਾਂਦੀ ਹੈ। ਹੁਣ ਸਿਸੋਦੀਆ ਸਾਹਿਬ ਨੇ ਰੁਪਈਏ ਖਾਧੇ ਆ ਕਿ ਨਹੀਂ ਖਾਧੇ, ਜੱਜ ਸਾਹਿਬ ਨੇ ਫੈਸਲਾ ਕਰਨਾ। ਅਸੀਂ ਤੁਸੀਂ ਫਤਵਾ ਦੇਣ ਵਾਲੇ ਕੋਈ ਨਹੀਂ, ਦੇਣਾ ਵੀ ਨਹੀਂ ਚਾਹੀਦਾ, ਡਿਊਟੀ ਵੀ ਨਹੀਂ ਸਾਡੀ। ਪਰ ਇੱਕ ਗੱਲ ਪੱਕੀ ਹੈ, ਪਹਿਲਾਂ ਸਾਰਾ ਕੁਝ ਚੱਲਦਾ ਸੀ ਜੀ ਭਾਰਤ ਦੇ ਵਿੱਚ, ਆਮ ਆਦਮੀ ਪਾਰਟੀ ਵਾਲੇ ਇਹੀ ਕਹਿੰਦੇ ਸੀ ਜੀ ਇਹਨਾਂ ਨੇ ਲੋਕਾਂ ਦੇ ਪੱਖੀ ਕੰਮ ਨਹੀਂ ਕੀਤਾ, ਅਸੀਂ ਕਰ ਰਹੇ ਹਾਂ। ਹੁਣ ਅਗਲੇ ਕਹਿੰਦੇ ਆ ਕਿ ਭਾਈ ਆ ਦੇਖੋ 5-7 ਸਾਲਾਂ ਦੇ ਵਿੱਚ ਕਿੱਡੇ ਵੱਡੇ ਘਪਲੇ ਕਰ ਗਏ ਆ। ਮੁੜ ਕੇ 2G 5G ਸਪੈਕਟਰਮ ਵਾਂਗੂ ਪਤਾ ਨਹੀਂ ਕੁਛ ਨਿਕਲੇ ਵਿੱਚੋਂ ਨਾ ਨਿਕਲੇ, ਕੌਣ ਬਰੀ ਹੋ ਜਾਵੇ ਕੌਣ ਨਾ ਬਰੀ ਹੋ ਜਾਵੇ। ਪਰ ਇੱਕ ਵਾਰੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਤਾਂ ਸੰਧਾਵਾਲੀਆ ਸਾਹਿਬ ਆ ਗਈ ਕਿ ਭਾਈ ਇੱਥੇ ਖਰਾ ਕੌਣ ਹੈ, ਖੋਟਾ ਕੌਣ ਹੈ। ਕਿਉਂਕਿ ਸਾਰੀ એનર્ਜੀ ਲੱਗ ਕਿੱਧਰ ਰਹੀ ਆ, ਜਿਨ੍ਹਾਂ ਨੇ ਦੇਸ਼ ਚਲਾਉਣਾ, ਜਿਨ੍ਹਾਂ ਨੇ ਸੂਬੇ ਚਲਾਉਣੇ ਆ, ਕੇਸ ਹੋਈ ਜਾਂਦੇ ਆ, ਉਹ ਕਹੀ ਜਾਂਦੇ ਬਦਲਾਖੋਰੀ ਵਾਲੇ ਆ। ਲੋਕਾਂ ਦੀ ਸਮਝ ਤੋਂ ਬਾਹਰ ਹੋ ਗਿਆ ਕਹਾਣੀ ਕਿੱਧਰ ਜਾ ਰਹੀ। ਹਾਂ, ਕੇਜਰੀਵਾਲ ਸਾਹਿਬ ਨੇ ਕਹਿਤਾ, ਉਹ ਕਹਿੰਦੇ ਜੀ ਸੋਸ਼ਲ ਮੀਡੀਆ ਤੇ ਲੋਕੋ ਤੁਸੀਂ ਹੁਣ ਆਪ ਹੀ ਮੁਹਿੰਮ ਚਲਾਓ, ਆਪਾਂ ਗੁਜਰਾਤ ਜਿੱਤਣਾ। ਨਹੀਂ ਦੇਖੋ, ਗੱਲ ਇਹ ਆ ਵੀ ਬਦ ਨਾਲੋਂ ਬਦਨਾਮ ਬੁਰਾ, ਇਹ ਕਹਿੰਦੇ ਹੁੰਦੇ ਆ। ਐਂਡ ਇਹਦੇ ਵਿੱਚ ਵੀ ਜੋ ਜਿੱਦਾਂ ਕੇਜਰੀਵਾਲ ਸਾਹਿਬ ਦਾ ਜ਼ਿਕਰ ਕਰੀ ਇੱਕ ਹੋਰ ਬਿਆਨ ਦਾ, ਤਾਂ ਉਹ ਕਹਿੰਦੇ ਵੀ ਗੁਜਰਾਤ ਇਲੈਕਸ਼ਨ, ਹਿਮਾਚਲ ਇਲੈਕਸ਼ਨ, ਉਦੋਂ ਤੱਕ ਸਿਸੋਦੀਆ ਸਾਹਿਬ ਕੀ, ਮੈਂ ਕੀ, ਮੇਰੇ ਹੋਰ ਮੰਤਰੀ ਕੀ, MLA ਕੀ, ਇੱਥੋਂ ਤੱਕ ਉਹ ਕਹਿੰਦੇ ਵੀ ਸ਼ਾਇਦ ਪੰਜਾਬ ਵਾਲੇ ਵੀ ਕਈ, ਉਹਨਾਂ ਦੇ ਉੱਪਰ ਇਹੋ ਕੁਛ ਹੀ ਹੋਣਾ। ਐਂਡ ਇਸ ਕਰਕੇ ਕੀਤਾ ਜਾਣਾ ਵੀ ਤਾਂ ਜੋ ਉਹੀ ਬਦਨਾਮ ਕੀਤਾ ਜਾਵੇ, ਇਹ ਉਹਨਾਂ ਦਾ ਕਹਿਣਾ। ਹੁਣ ਗੱਲ ਇਹ ਆ ਵੀ ਉਹ ਗੱਲ ਤੁਹਾਡੀ ਠੀਕ ਹੈ ਵੀ ਜਦ ਤੱਕ ਕੇਸ ਉੱਥੇ ਪਿਆ ਉਦੋਂ ਤੱਕ ਇਹ ਨਹੀਂ ਕਲੀਅਰ ਹੁੰਦਾ ਵੀ ਕੌਣ ਸੱਚਾ ਕੌਣ ਝੂਠਾ। ਜੇ ਕੌਣ ਸੱਚਾ ਕੌਣ ਝੂਠਾ ਨਹੀਂ ਕਲੀਅਰ ਹੁੰਦਾ ਤੇ ਉਹ ਸਾਰੇ ਕੁਛ ਦੇ ਵਿੱਚ ਸਟੇਜਾਂ ਤੇ ਜਿਹੜੇ ਸਪੀਕਰ ਲੱਗਣੇ ਆ ਤੇ ਸਪੀਕਰਾਂ ਦੇ ਵਿੱਚ ਮਾਈਕਾਂ ਦੇ ਵਿੱਚ ਲੀਡਰਾਂ ਨੇ ਬੋਲਣਾ, वो तो फिर अपने हिसाब ਨਾਲ बदलेंगे ना कि देखा फिर जी हमारी सरकार ने वहां से निकाला बंदा, दिल्ली वालों का पैसा खा गए थे, दूसरे ने दूसरे पास ही शुरू, देखा फिर हम काम करना चाहते थे ऐसे हमारा रास्ता रोक लिया। ਹੁਣ ਕਾਰਨ ਹੈ ਵੀ ਤੁਸੀਂ ਆਮ ਦੇਖੋ ਵੀ ਆਮ ਜਿਹੜਾ ਸਧਾਰਨ ਵੋਟਰ ਜਿਹੜਾ ਵਿਚਾਰਾ ਸਾਹਮਣੇ ਬੈਠਾ ਹੋਊਗਾ ਉਹ ਜਾਂ ਤਾਂ ਸਟੇਜ ਤੋਂ ਸੁਣਿਆ ਵੇ ਜਾਂ ਟੈਲੀਵਿਜ਼ਨ ਤੋਂ ਸੁਣ ਲੇ, ਜਦੋਂ 1 ਮਿੰਟ ਪਹਿਲਾਂ ਉਹਨੂੰ ਇਹ ਬਿਆਨ ਸੁਣਾਇਆ ਜਾਊਗਾ ਵੀ ਦੇਖਿਆ ਅਸੀਂ ਤੁਹਾਨੂੰ ਬੰਦੇ ਲੱਭ ਕੇ ਦਿੱਤੇ ਵੀ ਉੱਪਰੋਂ ਕੁਛ ਚੋਗਾ ਹੋਰ ਸੀਗਾ ਤੇ ਅੰਦਰੋਂ ਬੰਦੇ ਹੋਰ ਸੀ, ਉਹ ਥੋੜਾ ਜਿਹਾ ਸੋਚੂਗਾ ਵੀ ਅੱਛਾ ਇਦਾਂ ਸੀ। ਨਾਲ ਹੀ ਫਿਰ ਥੋੜੇ ਚਿਰ ਬਾਅਦ ਅਗਲੀ ਖਬਰ ਦੇ ਹਿਸਾਬ ਨਾਲ ਦੂਸਰਿਆਂ ਦਾ ਪੱਖ ਸੁਣੂਗਾ, ਅਸੀਂ ਕੰਮ ਕਰ ਰਹੇ ਸੀ ਹੋਰ ਕੁਛ ਨਹੀਂ ਲੱਭਾ, ਸਾਡਾ ਰਾਹ ਇਸ ਤਰ੍ਹਾਂ ਰੋਕਤਾ। ਹੁਣ ਜਦੋਂ ਦੋਵੇਂ ਚੀਜ਼ਾਂ ਉਹਦੇ ਸਾਹਮਣੇ ਹੋਣਗੀਆਂ ਫਿਰ ਉਹ ਵਿਚਾਰਾ ਕਨਫਿਊਜ਼ ਤੇ ਹੋਊਗਾ ਨਾ ਵੀ ਯਾਰ ਮੈਂ ਕਿਹਨੂੰ ਸੱਚਾ ਮੰਨਾਂ ਤੇ ਕਿਹਨੂੰ ਝੂਠਾ ਮੰਨਾਂ। ਜਦੋਂ ਇਹ ਸਾਰਾ ਕੁਝ ਹੁੰਦਾ ਨਾ ਫਿਰ ਤੁਸੀਂ ਕਹਿੰਦੇ ਨੇ ਵੋਟਾਂ ਪਤਾ ਨਹੀਂ 60% ਕਿਉਂ ਪੋਲ ਹੋਈਆਂ। ਨਹੀਂ ਚੰਗੀ ਗੱਲ ਉਹਦੇ ਨਾਲ ਫਰਕ ਪੈਂਦਾ, 58% ਕਿਉਂ ਪੋਲ ਹੋਈਆਂ, 40% ਲੋਕ ਵੋਟਾਂ ਪਾਉਣ ਕਿਉਂ ਨਹੀਂ ਆਏ, ਇਸ ਕਰਕੇ ਨਹੀਂ ਆਉਂਦੇ। ਇਹ ਵੀ ਜ਼ਿਆਦਾ ਨੇ, ਮਤਲਬ ਇਹ ਵੋਟਾਂ ਵਾਟਾਂ ਵਾਲਾ ਕੰਮ ਹੋਣਾ ਨਹੀਂ ਚਾਹੀਦਾ। ਮੈਂ ਤਾਂ ਅੱਗੇ ਤੁਹਾਨੂੰ ਬੇਨਤੀ ਕੀਤੀ ਵੀ 50 ਸਾਲ ਤਾਂ ਦਿਓ ਨਾ ਇਕੱਠੇ, ਹਾਂ ਮੁੜ ਕੇ ਨਿਆਣੇ ਸੈੱਟ ਕਰਕੇ ਫਿਰ ਬੰਦਾ ਉੱਪਰ ਨੂੰ ਜਾਵੇ। ਨਹੀਂ ਨਿਆਣਿਆਂ ਦੇ ਗਾਂ ਨਿਆਣੇ ਸੈੱਟ ਹੋਏ ਨੇ ਭਾਈ ਸਾਹਿਬ, ਉਦੋਂ ਤੱਕ ਲੋਕਾਂ ਨੂੰ 50 ਸਾਲਾਂ 'ਚ ਵੈਸੇ ਚੇਤਾ ਭੁੱਲ ਜਾਣਾ ਵੋਟਾਂ ਵੀ ਕੋਈ ਚੀਜ਼ ਹੁੰਦੀਆਂ। ਮੇਰਾ ਇੱਕ ਤੁਹਾਨੂੰ ਸਵਾਲ ਹੈ, ਲੱਖ ਰੁਪਏ ਦਾ ਸਵਾਲ ਮੈਂ ਆਪ ਹੀ ਕਹਿ ਦਿੰਦਾ, ਤੁਸੀਂ ਇਦਾਂ ਕਰੋ 10,000 ਦਿਓ 90 ਤੁਹਾਡਾ, ਠੀਕ ਆ। ਜਿਹੜਾ ਸੌਦਾ ਤੁਸੀਂ ਆਮ ਤੌਰ ਤੇ 25-75 ਕੰਮ ਚੱਲਦਾ ਉਹਦੇ 90-10 ਵਾਲੇ ਜਾਨੀ ਸਸਤੇ ਲੀਡਰ ਆਏ ਨੇ ਜਿਹੜੇ ਆਮ ਲੋਕਾਂ ਦੀ ਵਿੱਤੀ ਸਥਿਤੀ ਤਰਸਯੋਗ ਦੇਖ ਕੇ 75-25 ਤੋਂ 90-10 ਤੇ ਲੈ ਕੇ ਆਏ ਰੇਸ਼ੋ। ਇਹ ਇਸ ਕਰਕੇ ਲੈ ਗਿਆ ਵੀ ਮਾਤੜ ਬੰਦਾ ਸਿੱਧਾ ਲੱਖ ਦੀ ਗੱਲ ਕਰਨ ਡਿਆ, ਉਹਦੇ ਕੋਲੋਂ 10 ਤੇ ਲੈ ਲਓ ਜਿੰਨਾ ਕੁ ਜਾਪਦਾ ਵੀ ਹੈਗਾ, ਜਿੰਨਾ ਕੁ ਦੇਣ ਯੋਗਾ 90 ਛੱਡ ਦਿਓ। ਆਮ ਬੰਦਾ ਜਦੋਂ ਨਾ ਸਵੇਰੇ ਉੱਠਦਾ ਰਾਤ ਨੂੰ ਸੌਣ ਲੱਗਦਾ ਰੋਟੀ ਖਾਂਦਾ ਕੋਈ ਨਵਾਂ ਕੰਮ ਕਰ ਖੋਲਦਾ, ਉਹ ਕਹਿੰਦਾ ਮਹਾਰਾਜ ਸੁੱਖ ਰੱਖੀ ਸ਼ਾਂਤੀ ਰੱਖੀ, ਯਾਨੀ ਉਹ ਚਾਹੁੰਦਾ ਕਿ ਆਰਾਮ ਨਾਲ ਸਾਰਿਆਂ ਦੀ ਜ਼ਿੰਦਗੀ ਤੁਰੇ। ਇੱਦਾਂ ਹੀ ਹੁੰਦੀ ਨਾ ਕਿ ਕੋਈ ਵੀ ਕੰਮ ਕਰਨ ਲੱਗਾ ਜਾਨੀ ਦਿਹਾੜੀ ਸ਼ੁਰੂ ਕਰਨ ਲੱਗਾ ਕਿ ਦਿਹਾੜੀ ਆਰਾਮ ਨਾਲ ਨਿਕਲੇ, ਕੋਈ ਰੌਲਾ ਨਾ ਪਵੇ। ਆਮ ਬੰਦੇ ਦੀ ਗੱਲ ਕਰਦਾ, ਮੈਨੂੰ ਕਦੇ ਕਦੇ ਐਂ ਲੱਗਦਾ ਹੁੰਦਾ ਤੁਸੀਂ ਲੀਡਰ ਲੋਕ ਕਹਿੰਦੇ ਆ ਬਾਬਾ ਅੱਜ ਰੌਲਾ ਪੈ ਜਾਵੇ, ਕੋਈ 10 ਵਜੇ ਰੌਲਾ ਪੈ ਜਾਵੇ, ਕੋਈ ਬਿਆਨ ਵੀ ਹੁੰਦਾ ਹੀ ਏ, ਕੋਈ ਵੋਟਾਂ 4 ਪੱਖੀਆਂ ਹੋਣ, 4 ਬੰਦੇ ਆਉਣ ਥਾਣੇ ਲੈ ਕੇ ਜਾਣ, ਕਿਸੇ ਦਾ ਧਰਨਾ ਲੱਗਾ ਹੋਵੇ ਉੱਥੇ ਪ੍ਰਦਰਸ਼ਨ ਕਰੀਏ, ਕੋਈ ਦਰੀ ਦੁਰੀ ਵਿਛੀ ਹੋਵੇ ਕਿਤੇ, ਲੋਕ ਕਿਤੇ ਜੇ ਆਰਾਮ ਨਾਲ ਕੰਮ ਕਰਦੇ ਸਾਡੀ ਗੱਲ ਕਿਹਨੇ ਸੁਣਨੀ। ਇੱਦਾਂ ਹੀ ਆ, ਨਹੀਂ ਹੁੰਦਾ ਹੀ ਆ। ਦੇਖੋ ਹਰੇਕ ਬੰਦੇ ਦਾ ਜਿਹੜਾ ਕਾਰੋਬਾਰ ਹੈ ਉਹਦੇ 'ਚ ਬਰਕਤ ਤੇ ਲੱਭਦਾ ਹੀ ਹੈ ਨਾ, ਤੇ ਹੁਣ ਜੇ ਸਾਡੀ ਬਰਕਤ ਹੈ ਹੀ ਇਸੇ ਚੀਜ਼ ਦਾ ਵੀ 4 ਦਿਨ ਰੌਲਾ ਰੱਪਾ, ਖਬਰਾਂ, ਬਾਈਟਾਂ, ਮਤਲਬ ਮੀਡੀਆ 'ਚ ਇੱਕ ਦੂਸਰੇ ਦੇ ਖਿਲਾਫ ਦੂਸ਼ਣਬਾਜ਼ੀ, ਭਾਸ਼ਣ, ਬਿਆਨ, ਫਿਰ ਹੀ ਮਜ਼ਾ ਆਉਂਦਾ। ਜੇ ਤੁਸੀਂ ਆਖੋ ਵੀ ਹੁਣ ਲੀਡਰ ਇੱਕ ਨਾ ਮੰਨ ਲਓ ਵੀ ਇੱਕ ਸਰਕਾਰ ਆ ਗਈ, ਦੂਜੇ ਨੂੰ ਤੁਸੀਂ ਆਖੋ ਵੀ ਹੁਣ ਤੂੰ 5 ਸਾਲ ਬੋਲਣਾ ਹੀ ਨਹੀਂ, ਤੂੰ ਵਿਦੇਸ਼ ਯਾਤਰਾ 'ਤੇ ਜਰਾ, ਇੱਦਾਂ ਥੋੜ੍ਹਾ ਹੁੰਦਾ। ਦੇਖੋ ਆਮ ਬੰਦਾ ਜਦੋਂ ਬਹਿੰਦਾ ਨਾ 5-7 ਲੋਕਾਂ ਦੇ ਵਿੱਚ ਰਿਸ਼ਤੇਦਾਰੀ 'ਚ ਕਿਤੇ ਗਿਆ, ਸਾਰਿਆਂ ਨੂੰ ਪੁੱਛਦਾ ਹੋਰ ਬਜ਼ੁਰਗੋ ਸਿਹਤ ਠੀਕ, ਨਿਆਣਿਆਂ ਨੂੰ ਕਾਕੇ ਪੜ੍ਹਾਈ ਠੀਕ ਚੱਲਦੀ ਹੈ, ਬੇਟੀ ਤੇਰਾ ਕਿੱਦਾਂ, ਹੋਰ ਭੈਣ ਜੀ ਤੁਸੀਂ ਠੀਕ ਠਾਕ ਹੋ, ਟੱਬਰ ਪਿੱਛੇ ਪੇਕਿਆਂ ਦਾ ਕਿੱਦਾਂ।
ਤੇ ਕੋਈ ਵੀ ਐਸੀ ਗੱਲ ਕਰਨ ਤੋਂ ਆਮ ਬੰਦਾ ਗੁਰੇਜ਼ ਕਰਦਾ ਜਿਹੜੀ ਦੂਸਰੇ ਨੂੰ ਚੁੱਭੇ। ਮੈਨੂੰ ਇੱਧਰਲੇ ਪਾਸੇ ਲੀਡਰਾਂ ਦਾ ਕੰਮ ਬਿਲਕੁਲ ਉਲਟ ਲੱਗਦਾ ਹੁੰਦਾ। ਉਹ ਕਹਿੰਦੇ ਜੀ ਗੱਲ ਲੱਭ ਕੇ ਲਿਆਓ ਜਿਹੜੀ ਇਹਨੂੰ ਚੁੱਭੇ, ਇਹਦੇ ਵਿੱਚ ਦੀ ਨਿਕਲ ਜਾਏ। ਯਾਨੀ ਮੈਨੂੰ ਕਦੇ ਕਦੇ ਲੋਕਾਂ ਦੇ ਵੀ ਹੁੰਦਾ ਯਾਰ ਕਿੱਦਾਂ ਦੇ ਲੀਡਰ ਚੁਣਦੇ ਹੋ। ਤੇਲੰਗਾਨਾ ਦੇ ਵਿੱਚ ਹੈਦਰਾਬਾਦ ਦੇ ਨੇੜੇ ਭਾਰਤੀ ਜਨਤਾ ਪਾਰਟੀ ਨੇ ਇੱਕ ਲੀਡਰ ਸਸਪੈਂਡ ਕੀਤਾ ਆਪਣੀ ਪਾਰਟੀ ਦੇ ਵਿੱਚੋਂ ਕਿ ਭਾਈ ਤੂੰ ਸਸਪੈਂਡ, ਤੂੰ ਮੁਅੱਤਲ, ਤੂੰ ਨਹੀਂ। ਨਾ ਟੀ ਰਾਜਾ ਸਿੰਘ MLA ਆ, ਲਗਾਤਾਰ ਦੂਸਰੀ ਵਾਰ ਦਾ ਬਣਿਆ। ਆ ਪਿਛਲੀਆਂ ਜਦੋਂ ਵੋਟਾਂ ਪਈਆਂ ਤੇ ਭਾਜਪਾ ਦੇ 5 ਹੀ ਬੰਦੇ ਜਿੱਤੇ, 5 ਚੋਂ 1 ਉਹ, ਬਾਕੀ ਸਾਰੇ ਹਾਰ ਗਏ। ਵੱਡੇ ਵੱਡੇ ਕਹਿੰਦੇ ਕਹਾਉਂਦੇ ਲੀਡਰ ਹਾਰ ਗਿਆ ਜਿਹਦਾ ਪੰਜਾਬ ਚੋਂ ਐਤਕੀ। ਉਹ ਟੀ ਰਾਜਾ ਸਿੰਘ ਨੇ ਇੱਕ ਬਿਆਨ ਦੇ ਵਿੱਚ ਨਾ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਕੁਝ ਕਹਿ ਦਿੱਤਾ। ਬਾਅਦ ਚੋਂ ਕਹਿੰਦੇ ਮੈਂ ਮਜ਼ਾਕ ਕੀਤਾ ਸੀ, ਹੈ ਨਾ। ਭਾਈਚਾਰੇ ਦੇ ਵਿੱਚ ਹੁਣ ਦੇਖੋ ਤੁਸੀਂ ਧਾਰਮਿਕ ਭਾਵਨਾਵਾਂ ਨੇ ਕਿਵੇਂ ਉਹਨਾਂ ਨੂੰ ਕਰ ਸਕਦੇ ਹੋ, ਆਹਤ ਕਿਵੇਂ ਕਰ ਸਕਦੇ ਆ। ਧਰਨੇ ਪ੍ਰਦਰਸ਼ਨ, ਚਲੋ ਪਰਚਾ ਦਰਜ ਹੋ ਗਿਆ, ਜ਼ਮਾਨਤ ਹੋ ਗਈ। ਉਹ ਇੱਕ ਵੱਖਰਾ ਐਸਪੈਕਟ ਸੀ ਕਿ ਉਹਨਾਂ ਨੇ ਕੁਝ ਕਿਹਾ ਜਿਹੜਾ ਕਿ ਬਿਲਕੁਲ ਨਹੀਂ ਸੀ ਕਿਹਾ ਜਾਣਾ ਚਾਹੀਦਾ। ਹੁਣ ਲੜਾਈ ਇਸ ਮੁੱਦੇ ਤੇ ਆਈ ਨਹੀਂ, ਡਿਵੈਲਪਮੈਂਟ ਤੇ ਰਹਿਣੀ ਨਹੀਂ। ਮੈਂ ਕਿਹਾ ਥੋੜ੍ਹਾ ਜਿਹਾ ਪਿੱਛੇ ਵੜਦੇ ਹਾਂ ਵੀ ਇਹ ਸੱਜਣ ਪੁਰਸ਼ ਜਿਨ੍ਹਾਂ ਨੇ ਏਡਾ ਵੱਡਾ ਬਿਆਨ ਦਿੱਤਾ, ਲੋਕਾਂ ਦੀਆਂ ਭਾਵਨਾਵਾਂ ਦੇ ਵਿੱਚ ਸਿੱਧਾ ਸ਼ੇਕ ਕਰਨ ਦਾ ਯਤਨ ਕੀਤਾ ਵੀ ਇਹ ਕੌਣ ਨੇ, ਕਿੱਦਾਂ ਰਾਜਨੀਤੀ ਚਾਹੇ ਦੇਣ ਕੀ ਆ ਸਮਾਜ ਨੂੰ। ਪਹਿਲਾਂ ਸੰਧਾਵਾਲੀਆ ਸਾਹਿਬ ਆ ਕੈਸਟ, ਵੀਡੀਓ ਕੈਸਟਾਂ ਰਿਕਾਰਡ ਕਰਨ ਦਾ, ਕੈਸਟ ਜਿਹੜੀਆਂ ਸੀ ਆਡੀਓ ਕੈਸਟਾਂ ਵੇਚਣ ਦਾ ਕੰਮ ਕਰਦੇ ਸੀ। ਬੜੀ ਵਧੀਆ ਮਿਹਨਤ ਕਰਨੀ ਚਾਹੀਦੀ ਹੈ। ਫਿਰ ਉਹ ਵਾਇਰਿੰਗ ਦਾ ਕੰਮ ਕਰ ਲਾ ਪਏ, ਤਾਰਾਂ ਤੂਰਾਂ ਪਾਉਣ ਦਾ। ਬਹੁਤ ਵਧੀਆ ਗੱਲ ਹੈ, ਬੰਦੇ ਨੂੰ ਕੰਮ ਕਰਨਾ ਚਾਹੀਦਾ। ਫਿਰ ਉਹ ਲੀਡਰ ਬਣ ਗਏ। ਕੁਛ ਵੀ ਨਹੀਂ, ਸੰਧਾਵਾਲੀਆ ਸਾਹਿਬ ਕਹਿੰਦੇ 75 ਮੁਕੱਦਮੇ ਆ ਸਿਰਫ, ਤੇ ਉਹਦੇ ਵਿੱਚੋਂ ਵੀ 30-35 ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆ। ਦੇਖੋ ਗੱਲ ਪਤਾ ਕੀ ਹੈ WhatsApp, ਨਹੀਂ ਮੈਂ ਸੋਚਦਾ ਤੁਸੀਂ ਸਮਝ ਗਏ ਨਾ। ਮੈਂ ਸਮਝ ਗਿਆ ਗੱਲ। ਦੇਖੋ ਕਾਰਨ ਹੈ ਵੀ ਇੱਥੇ ਵੀ ਉਹ ਫਾਰਮੂਲਾ ਬਦ ਨਾਲੋਂ ਬਦਨਾਮਪੁਰ ਵਾਲੀ ਗੱਲ ਚੱਲਦੀ ਹੈ। ਉਹ ਕਹਿੰਦੇ ਕਿਆ ਹੁਆ ਅਗਰ ਬਦਨਾਮ ਹੋਗੇ ਨਾਮ ਤੋਂ ਹੋਗਾ। ਬਸ ਉਸੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਭਾਈ ਸਾਹਿਬ ਨੇ, ਹੁਣ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਬਹਿ ਕੇ ਤੁਸੀਂ ਟੀ ਰਾਜੇ ਦਾ ਨਾਂ ਲੋਕਾਂ ਨੂੰ ਦੱਸ ਰਹੇ ਹੋ ਪ੍ਰਾਈਮ ਏਸ਼ੀਆ TV ਤੇ। ਲੈ ਵੀ ਉਦਾਂ ਕਿਸੇ ਨੂੰ ਪਤਾ ਲੱਗਣਾ ਵੀ ਟੀ ਰਾਜਾ ਕੌਣ ਹੈ, ਆਪੇ ਉਹਦਾ ਤੀਰ ਨਿਸ਼ਾਨੇ ਤੇ। ਹਾਂ, ਕਹਿਣ ਤੋਂ ਭਾਵ ਇਹ ਹੋ ਗਿਆ ਵੀ ਇਹ ਜਿਹੜਾ ਰਾਜਨੀਤੀ ਦੇ ਵਿੱਚ ਅੱਜ ਕੱਲ੍ਹ ਇੱਕ ਨਵਾਂ ਦੌਰ ਆ ਗਿਆ ਨਾ ਵੀ ਯਾਰ ਕੁਛ ਉਹੋ ਜਿਹੀ ਗੱਲ ਕਰੋ ਜਿਹਦੇ ਨਾਲ ਸਾਰਿਆਂ ਦਾ ਧਿਆਨ ਤੁਹਾਡੇ ਵਾਲੇ ਪਾਸੇ ਜਾਵੇ ਜੀ। ਤੁਸੀਂ ਥੋੜ੍ਹਾ ਜਿਹਾ ਚਮਕੋ, ਐਂਡ ਜਦੋਂ ਤੁਸੀਂ ਚਮਕਦੇ ਹੋ, ਹੁਣ ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਟੀ ਰਾਜਾ ਸਾਹਿਬ ਨੇ ਜੇ ਕਿਤੇ BJP ਦੀ ਉੱਪਰਲੀ ਲੀਡਰਸ਼ਿਪ ਤੱਕ ਪਹੁੰਚ ਕਰਨੀ ਹੋਵੇ ਤੇ ਕਿੰਨੇ ਕੁ ਬੰਦੇ ਨੂੰ ਅੱਗੇ ਲੰਘਣ ਦੇਣਗੇ। ਪਰ ਜਦੋਂ ਐ ਨੈਸ਼ਨਲ ਲੈਵਲ ਦੇ ਉੱਪਰ ਜਾ ਕੇ ਤੇ ਉਹਦੀਆਂ ਗੱਲਾਂ ਹੋਣਗੀਆਂ, ਅਚਾਨਕ ਵੱਡੇ ਲੀਡਰ ਤੇ ਅਰੇ ਯਾਰ ਇਹ ਕੌਣ ਹੈ ਇਹ ਟੀ ਰਾਜਾ, ਇਸਕੋ ਮਿਲਾਓ ਜ਼ਰਾ। ਹੋ ਸਕਦਾ ਅੱਜ ਉਹ ਸਸਪੈਂਡ ਆ, ਅੱਜ ਉਹਨੂੰ ਕਹਿਣ ਵੀ ਯਾਰ ਵੀ ਇਹ ਬੰਦਾ ਠੀਕ ਨਹੀਂ, ਪਰ ਇੱਕ ਵਾਰ ਉਹਨੇ ਆਪਣਾ ਨਾਂ ਤੇ ਉਹਨਾਂ ਦੇ ਦਿਮਾਗ 'ਚ ਲਿਆ ਤਾ ਨਾ, ਉਹਦੀ ਫੋਟੋ ਤੇ ਆ ਗਈ ਨਾ। ਤੇ ਲੀਡਰਾਂ ਨੂੰ ਤਾਂ ਬੰਦੇ ਚਾਹੀਦੇ ਹੁੰਦੇ ਆ ਵੀ ਕੋਈ ਨਾ ਕੋਈ ਅਗਲਾ ਆਖੇ ਵੀ ਤੂੰ ਇੱਕ ਆਣ ਕੇ ਮਿਲ ਸਹੀ। ਹੁਣ ਤੁਸੀਂ ਦੇਖੋ ਵੀ ਉਹਦੇ 'ਚ ਕੋਈ ਕਲਾਕਾਰੀ ਹੈ ਹੀ ਹੈ ਜਿਹੜਾ ਕੈਸਟਾਂ ਤੋਂ ਇੱਥੋਂ ਤੱਕ ਆ ਵੜਿਆ 75 ਮੁਕੱਦਮਿਆਂ ਦੇ ਨਾਲ। ਉਹ ਵੀ ਮੈਂ ਤਾਂ ਇਸ ਗੱਲੋਂ ਵੀ ਹੈਰਾਨ ਆ ਸੰਧਾਲੀਆ ਸਾਹਿਬ, ਉਹਨੇ ਜਦੋਂ ਹਲਫੀਆ ਬਿਆਨ ਦਿੱਤਾ ਨਾ ਇਲੈਕਸ਼ਨ ਲੜਨ ਲੱਗੇ 2018 'ਚ, ਤਾਂ ਉਹਨੇ ਲਿਖਣਾ ਹੁੰਦਾ ਉੱਥੇ ਤੁਹਾਡੇ ਤੇ ਮੁਕੱਦਮੇ ਕੋ ਕੇਸ 43 ਕਹਿੰਦਾ। ਨਹੀਂ ਠੀਕ ਹੈ ਗੱਲ, ਜਾਨੀ ਆਮ ਬੰਦੇ ਕੋ 4300 ਰੁਪਈਆ ਇਕੱਠਾ ਘੱਟ ਹੀ ਹੁੰਦਾ। ਨਹੀਂ ਅਜੇ ਮੋਟਾ ਜੇ 15 ਮੁਕੱਦਮੇ ਉੱਤੇ ਹੋਰ ਹੋਣੇ ਆ। ਨਹੀਂ 18 'ਚ 43 ਸੀ। ਨਹੀਂ 75 ਹੁਣ ਹੋ ਗਏ ਨਾ। ਹਾਂਜੀ, ਤੇ 15 ਉੱਤੇ ਹੋਰ ਹੋਣੇ ਆ, ਫਿਰ 90 ਪੂਰੇ ਹੋਣੇ ਆ। ਉਹਦੇ ਪਿੱਛੇ ਕਾਰਨ ਪਤਾ ਕੀ ਆ? ਕਿਉਂਕਿ ਜਿੰਨਾ ਚਿਰ ਉਹ ਕੈਸਟਾਂ ਦਾ ਕੰਮ ਕਰਦੇ ਰਹੇ ਉਹਨੂੰ ਪਤਾ ਸੀ ਵੀ 90 ਮਿੰਟ ਵਾਲੀ ਕੈਸਟ ਹੁੰਦੀ ਇੱਕ, ਉਹ ਵੱਧ ਕੀਮਤ ਦੀ ਹੁੰਦੀ। ਚਲੋ ਸੰਧਾਲੀਆ ਸਾਹਿਬ, ਬਾਕੀ ਇਦਾਂ ਗੱਲ ਹੈ ਕਿ ਆਪਾਂ ਪੰਜਾਬ ਵਾਲੇ ਪਾਸੇ ਨੂੰ ਮੁੜ ਕੇ ਆਈਏ। ਹਾਂ, ਲੀਡਰ ਅਸੀਂ ਸਾਫ਼ ਸੁਥਰੇ ਚੁਣੀਏ ਤਾਂ ਰੌਲਾ ਰੱਪਾ ਘੱਟ ਪਵੇ। ਹੁਣ ਬੰਬੀਹਾ ਗਰੁੱਪ ਆ, ਗੈਂਗਸਟਰਾਂ ਦੀ ਗੱਲ ਕਰਨ ਲੱਗਿਆ। ਬਹੁਤ ਸਾਰੇ ਸੱਜਣਾਂ ਦਾ ਕਹਿਣਾ ਕਿ ਇਹਨਾਂ ਨੂੰ ਬਦਮਾਸ਼ ਜਾਂ ਗੁੰਡੇ ਕਹੋ, ਗੈਂਗਸਟਰ ਨਾ ਕਹੋ। ਜਿਹੜਾ ਬੰਬੀਹਾ ਗਰੁੱਪ ਹੈ, ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਆਈ ਕਿਉਂਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਤੇ ਉਹਦੇ ਤੋਂ ਬਾਅਦ ਇੱਕ ਗਰੁੱਪ ਨੇ ਕਿਹਾ ਸੀ ਕਿ ਭਾਈ ਲਾਰੈਂਸ ਬਿਸ਼ਨੋਈ ਹੋਰਾਂ ਨੇ ਕਿ ਭਾਈ ਅਸੀਂ ਕੀਤਾ ਇਹ ਕੰਮ, ਅਸੀਂ ਬਦਲਾ ਲਿਆ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਹੋਰਾਂ ਨੇ ਬਾਰ-ਬਾਰ ਕਿਹਾ ਕਿ ਮੇਰੇ ਪੁੱਤ ਦਾ ਕਿਸੇ ਗੈਂਗਸਟਰ ਨਾਲ ਕੋਈ ਸੰਬੰਧ ਨਹੀਂ ਸੀ, ਤੁਸੀਂ ਹੁਣ ਵੀ ਸਾਬਤ ਕਰ ਦਿਓ, ਮੈਂ ਸਜ਼ਾ ਭੁਗਤੂੰ, ਮੈਂ ਉਹਦਾ ਜਾਣੀ ਵੀ ਉਹਦੇ ਪਰਿਵਾਰ ਦਾ ਇੱਕ ਅੰਗ ਆ ਨਾ, ਉਹਦਾ ਜ਼ਿੰਮੇਵਾਰ ਬੈਠਾ ਇੱਥੇ। ਹੁਣ ਉਹ ਬੰਬੀਹਾ ਗੈਂਗ ਨੇ ਕਿਹਾ ਕਿ 2 ਬੰਦੇ ਸਾਡੀ ਹਿੱਟ ਲਿਸਟ ਤੇ ਨੇ। ਹੁਣ ਉਹ ਪੋਸਟ ਜਿਹੜੀ ਆ ਉਹਦੀ ਚਰਚਾ ਬੜੀ ਹੋਣ ਲੱਗ ਪਈ। ਇੱਕ ਉਹਨਾਂ ਨੇ ਗੋਲਡੀ ਬਰਾੜ ਦਾ ਜ਼ਿਕਰ ਕੀਤਾ ਜਿਹੜੇ ਵਿਦੇਸ਼ 'ਚ ਬੈਠੇ ਆ, ਜਿਨ੍ਹਾਂ ਦੇ ਬਾਬਤ ਕਿਹਾ ਜਾਂਦਾ ਕਿ ਸਾਰੀ ਸਾਜ਼ਿਸ਼ ਹੀ ਉਹਨਾਂ ਨੇ ਘੜੀ। ਦੂਸਰਾ ਉਹਨਾਂ ਨੇ ਕਲਾਕਾਰ ਮਨਕੀਰਤ ਔਲਖ ਦਾ ਜ਼ਿਕਰ ਹੈ ਉਸ ਪੋਸਟ ਦੇ ਵਿੱਚ ਕਿ ਭਾਈ ਉਹ ਵੀ ਸਾਡੀ ਹਿੱਟ ਲਿਸਟ ਦੇ ਉੱਤੇ ਹੈ, ਕਿ ਅਸੀਂ ਬਦਲਾ ਲੈਣਾ, ਅਸੀਂ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ। ਕਹਿੰਦੇ ਜੀ ਸਾਰਾ ਹੀ ਧਿਆਨ ਉਧਰਲੇ ਪਾਸੇ, ਇਹਨਾਂ ਨੇ ਕਾਂਡ ਵੱਡਾ ਕਰਤਾ। ਤੀਸਰੀ ਗੱਲ ਉਹਨਾਂ ਨੇ ਇਹ ਵੀ ਕਹਿ ਦਿੱਤੀ, ਉਹ ਕਹਿੰਦੇ ਜੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜਿਹੜਾ ਪਿਛਲੇ ਦਿਨ ਹੀ ਕਿਹਾ ਨਾ ਕਿ ਆਪਾਂ ਸੰਘਰਸ਼ ਸ਼ੁਰੂ ਕਰਨਾ ਹੈ, ਅਸੀਂ ਕਹਿੰਦੇ ਜੀ ਬਿਲਕੁਲ ਸਹਿਮਤ ਆ ਉਸ ਗੱਲ ਦੇ ਨਾਲ। ਤੇ ਨਾਲ ਹੀ ਉਹਨਾਂ ਨੇ ਕਹਿਤਾ ਕਿ ਜੇ ਇਹਨਾਂ ਦੋਨਾਂ ਬੰਦਿਆਂ ਦੀ, ਜਿਹੜੇ ਪਹਿਲੇ 2 ਨਾਂ ਦੱਸੇ, ਕਿਸੇ ਨੇ ਮਦਦ ਕੀਤੀ ਤਾਂ ਛੱਡਣਾ ਸੀ, ਉਹ ਵੀ ਨਹੀਂ ਛਾਂਗ ਦੇਣਾ ਹੀ। ਮਨਕੀਰਤ ਔਲਖ ਸਾਹਿਬ ਕਲਾਕਾਰ ਨੇ, ਉਹਨਾਂ ਨੇ ਪਿਛਲੇ ਸਮੇਂ 'ਚ ਕਿਹਾ ਸੀ ਕਿ ਮਾਵਾਂ ਦੇ ਪੁੱਤ ਮਾਰੀ ਜਾਂਦੇ ਹੋ,
ਇਦਾਂ ਨਹੀਂ ਹੋਣਾ ਚਾਹੀਦਾ ਵੀ ਇਦਾਂ ਦੇ ਕੰਮਾਂ ਦੇ ਵਿੱਚ ਬਿਲਕੁਲ ਮੇਰੀ ਸ਼ਮੂਲੀਅਤ ਨਹੀਂ। ਉਹਨਾਂ ਦੇ ਮਾਤਾ ਜੀ ਨਾਲ ਉਹਨਾਂ ਨੇ ਫੋਟੋ ਵੀ ਪਾਈ ਸੀ, ਪਰ ਇਹ ਕਹਾਣੀ ਜਿੱਧਰਲੇ ਪਾਸੇ ਨੂੰ ਚੱਲਣ ਲੱਗ ਪਈ। ਕੋਈ ਮਾੜੀ ਮੋਟੀ ਗੱਲ ਨਹੀਂ। ਸੰਧਾਲੀਆ ਸਾਹਿਬ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਸੀ ਨਾ ਕਿ 60 ਲੱਖ ਦੇ ਹਥਿਆਰ ਮੇਰੇ ਮੁੰਡੇ ਨੂੰ ਮਾਰਨ ਲਈ ਖਰੀਦੇ, ਤੇ 60 ਲੱਖ ਆਮ ਬਦਮਾਸ਼ ਦੇ ਕੋਲ ਰੁਪਈਏ ਨਹੀਂ ਹੁੰਦੇ, ਆਮ ਗੁੰਡੇ ਦੇ ਕੋਲ ਰੁਪਈਏ ਨਹੀਂ ਹੁੰਦੇ। ਉਹ 60 ਲੱਖ ਦੇ ਹਥਿਆਰ ਯੂਪੀ ਤੋਂ ਜਾਂ ਕਿਸੇ ਹੋਰ ਪਾਸਿਓਂ ਖਰੀਦ ਕੇ ਉਹ ਪੰਜਾਬ ਵੀ ਅੱਪੜ ਜਾਂਦੇ ਆ, ਕਤਲ ਵੀ ਕਰ ਦਿੱਤਾ ਜਾਂਦਾ ਹੈ, ਰੇਕੀ ਵੀ ਕਰ ਲਈ ਜਾਂਦੀ ਹੈ, ਉਹਦੇ ਤੋਂ ਬਾਅਦ ਹਥਿਆਰ ਲੁਕੋ ਵੀ ਦਿੱਤੇ ਜਾਂਦੇ ਆ ਅੱਧੇ ਕੁ। ਜਾਣੀ ਉਹ ਸਾਰਾ ਕੁਛ ਛੋਟਾ ਮੋਟਾ ਤਾਣਾ ਬਾਣਾ ਤਾਂ ਹੈ ਨਹੀਂ ਸੀ। ਹੁਣ ਆਹ ਜਿਹੜਾ ਕੰਮ ਦੁਬਾਰਾ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦੇਣ ਦਾ ਸ਼ੁਰੂ ਹੋ ਗਿਆ, ਜੇ ਨਾ ਰੁਕਿਆ ਗਿਆ ਤਾਂ ਨੁਕਸਾਨ ਹੋ ਜੂ। ਨਹੀਂ, ਪੂਰਾ ਨੁਕਸਾਨ ਹੋਊਗਾ। ਪਰ ਮੈਨੂੰ ਲੱਗਦਾ ਵੀ ਇਹ ਸਾਰੇ ਕੁਛ ਦੇ ਵਿੱਚ ਜਿਹੜੀ ਇੱਕ ਡਿਬੇਟ ਪਹਿਲਾਂ ਥੋੜੀ ਜਿਹੀ ਚੱਲੀ ਸੀ, ਫਿਰ ਉਹ ਰੁਕ ਗਈ ਜੀ, ਉਹਨੂੰ ਵੀ ਜ਼ਰੂਰ ਨਾਲੋਂ ਨਾਲ ਚੱਲਦਾ ਰੱਖਣਾ ਚਾਹੀਦਾ। ਉਹ ਡਿਬੇਟ ਉਹੀ ਆ ਕਿ ਵੀ ਯਾਰ ਜਿਹੜਾ ਹਥਿਆਰਾਂ ਦਾ ਪ੍ਰਦਰਸ਼ਨ ਆਮ ਤੌਰ ਤੇ ਗਾਇਕੀ 'ਚ ਆ ਗਿਆ, ਐਂਡ ਗਾਇਕੀ ਵੀ ਵਿੱਚ ਉਹਦੇ ਨਾਲ ਵੀਡੀਓਜ਼ ਦੇ ਵਿੱਚ ਆ ਗਿਆ, ਉਸ ਚੱਲਣ ਦੇ ਉੱਪਰ ਜ਼ਰੂਰ ਕੋਈ ਨਾ ਕੋਈ ਬ੍ਰੇਕ ਲੱਗਣੀ ਚਾਹੀਦੀ। ਕਿਉਂਕਿ ਕਾਰਨ ਇਹ ਆ ਵੀ ਇੱਕ ਤੇ ਉਮਰ ਹੁੰਦੀ ਥੋੜੀ ਸਿਆਣੀ, ਜਿਹਨੂੰ ਪਤਾ ਵੀ ਹਾਂ ਵੀ ਯਾਰ ਇਹ ਐਂਟਰਟੇਨਮੈਂਟ ਲਈ ਹੈ। ਐਕਸਕਿਊਜ਼ ਦੇਣ ਵਾਲੇ ਵੀ ਕਹਿੰਦੇ, ਉਹ ਕਹਿੰਦੇ ਹਾਲੀਵੁੱਡ ਦੀਆਂ ਫਿਲਮਾਂ ਇਹ ਤੋਂ ਵੀ ਜ਼ਿਆਦਾ ਹਥਿਆਰ ਨੇ, ਬਾਲੀਵੁੱਡ ਵਾਲੇ ਸਾਊਥ ਵਾਲਿਆਂ ਦੀਆਂ ਫਿਲਮਾਂ ਇਹ ਤੋਂ ਵੀ ਜ਼ਿਆਦਾ ਹਥਿਆਰ ਨੇ। ਜੇ ਤੇ ਆਪਾਂ ਇਹ ਕਹਿਣਾ ਵੀ ਵੀਰ ਮੇਰਾ ਵੀ ਮੈਂ ਮੰਨ ਲਓ ਮੈਂ ਬੀੜੀ ਪੀਣਾ ਤੇ ਬਾਠ ਸਾਹਿਬ ਮੈਨੂੰ ਆਖਣਾ ਯਾਰ ਤੂੰ ਬੀੜੀ ਛੱਡ ਦੇ, ਤੂੰ ਤੰਬਾਕੂ ਨਹੀਂ ਲਾਉਂਦਾ, ਜੇ ਤੇ ਇੱਦਾਂ ਗੱਲ ਕਰਨੀ ਤੇ ਫੇਰ ਜੀ ਸਦਕੇ ਜੋ ਮਰਜ਼ੀ ਕਰੀ ਜਾਓ। ਤੇ ਜੇ ਆਪਾਂ ਕਹਿਣਾ ਵੀ ਯਾਰ ਹਾਂ ਇਹ ਬੁਰਾਈ ਆ, ਇਹ ਨਹੀਂ ਹੋਣੀ ਚਾਹੀਦੀ, ਆਪਾਂ ਇਹਨੂੰ ਰੋਕ ਲਈਏ, ਇਹਨੂੰ ਵਰਜ ਲਈਏ, ਵੀ ਅੱਜ ਆਪਾਂ ਇਹਨੂੰ ਜੇ ਰੋਕਾਂਗੇ ਵਰਜਾਂਗੇ ਆਉਣ ਵਾਲੇ ਸਾਲਾਂ ਤੱਕ ਇਹ ਗੱਲ ਕਲੀਨ ਹੋ ਜਾਊਗੀ। ਟ੍ਰੈਂਡ ਹੀ ਆ ਨਾ ਇੱਕ ਗਾਇਕੀ ਦਾ, ਉਹ ਕਿਸੇ ਹੋਰ ਪਾਸੇ ਤੁਰ ਜੂਗਾ, ਫਿਲਮਾਂ ਦਾ ਟ੍ਰੈਂਡ ਆ ਉਹ ਕਿਸੇ ਹੋਰ ਪਾਸੇ ਤੁਰ ਜੂਗਾ। ਤੇ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਹੜੀ ਅੱਜ ਦੀ ਡੇਟ ਦੇ ਜਵਾਕ ਨੇ, ਜਦੋਂ ਕੱਲ੍ਹ ਨੂੰ ਉਹਨਾਂ ਨੇ ਅਲੜ ਉਮਰ 'ਚ ਜਾਣਾ, ਉਹਨਾਂ ਨੂੰ ਕੁਝ ਹੋਰ ਸੁਣਨ ਨੂੰ ਮਿਲੂਗਾ, ਉਹਨਾਂ ਦੇ ਸਾਹਮਣੇ ਕੁਝ ਹੋਰ ਪਰੋਸਿਆ ਜਾਊਗਾ, ਤੇ ਆਪਣੇ ਆਪ ਹੀ ਉਹਨਾਂ ਦਾ ਜਿਹੜਾ ਮਾਈਂਡ ਸੈਟ ਉਹ ਇਸ ਪਾਸੇ ਨਹੀਂ ਆਊਗਾ। ਇਹ ਡਿਬੇਟ ਪਹਿਲਾਂ ਚੱਲੀ ਸੀ, ਪਰ ਹੁਣ ਪਤਾ ਨਹੀਂ ਕਿਉਂ ਥੋੜ੍ਹੀ ਜਿਹੀ ਠੰਡੀ ਹੋ ਗਈ। ਮੈਨੂੰ ਇਹ ਆ ਵੀ ਜੇ ਇਹ ਸਾਰੇ ਮੁੱਦੇ ਨਾਲ ਨਾਲ ਚੱਲ ਰਹੇ ਨੇ ਤੇ ਇਹਨੂੰ ਵੀ ਜਿੰਨਾ ਵੀ ਕਲਾਕਾਰ ਭਾਈਚਾਰਾ ਜਾਂ ਜਿਹੜੇ ਵੀ ਇਸ ਇੰਡਸਟਰੀ ਨਾਲ ਜੁੜੇ ਲੋਕ ਨੇ, ਉਹਨਾਂ ਨੂੰ ਨਾਲ ਦੀ ਨਾਲ ਇਹਦੀ ਗੱਲ ਕਰਨੀ ਚਾਹੀਦੀ ਵੀ ਹਾਂ ਯਾਰ ਇਹ ਇੱਕ ਮੋੜਾ ਹੈ ਜਿਹੜਾ ਆਪਾਂ ਨੂੰ ਪਾਉਣਾ ਚਾਹੀਦਾ। ਦੇਖੋ ਸੰਧਾਲੀਆ ਸਾਹਿਬ, ਮੁੱਖ ਦੀ ਗੱਲ ਇਹ ਹੈ ਕਿ ਮਾਂ-ਬਾਪ ਦੇ ਉੱਤੇ ਬਹੁਤ ਕੁਛ ਹੁਣ ਨਿਰਭਰ ਕਰਦਾ। ਡਿਊਟੀਆਂ ਵੱਧ ਗਈਆਂ, ਉਹ ਨਿਆਣਿਆਂ ਲਈ ਰੋਟੀ ਟੁੱਕ ਦਾ ਪ੍ਰਬੰਧ ਕਰਦੇ ਆ, ਘਰ ਦਾ ਪ੍ਰਬੰਧ ਕਰਦੇ ਆ, ਸਕੂਟਰ ਦਾ, ਸਾਈਕਲ ਦਾ, ਮੋਟਰਸਾਈਕਲ ਦਾ ਪ੍ਰਬੰਧ ਕਰਦੇ, ਚੰਗੀ ਐਜੂਕੇਸ਼ਨ ਦਾ ਪ੍ਰਬੰਧ ਕਰਦੇ, ਦਿਨ ਰਾਤ ਇੱਕ ਕਰਦੇ ਆ। ਚਾਹੇ ਵਿਦੇਸ਼ਾਂ 'ਚ ਬੈਠੇ ਨਿਆਣੇ ਨੇ, ਚਾਹੇ ਪੰਜਾਬ 'ਚ, ਹਰਿਆਣੇ 'ਚ, ਜਿੱਥੇ ਤੇ ਪੰਜਾਬੀ ਵਸਦੇ ਉਹ ਨੇ, ਕਸਰ ਤੁਸੀਂ ਕੋਈ ਨਹੀਂ ਛੱਡਦੇ। ਪਰ ਹੁਣ ਆਪਾਂ ਇੱਥੇ ਵੀ ਕਈ ਵਾਰੀ ਦੇਖਿਆ ਕਿ ਲੱਗਦਾ ਹੁੰਦਾ ਸੀ ਕਿ ਨਹੀਂ ਜੀ ਗੋਰੇ ਕਿੱਥੇ, ਉਹ ਤਾਂ ਉਹਨਾਂ ਦੇ ਬਜ਼ੁਰਗ ਵੱਖਰੇ ਰਹਿੰਦੇ ਆ, ਨਿਆਣਿਆਂ ਨੂੰ ਉਹ ਕਿੱਥੇ ਸਾਂਭਦੇ ਹੋਣੇ। ਪਰ ਇੱਥੇ ਆ ਕੇ ਦੇਖਿਆ, ਕਿਉਂਕਿ ਇੱਕ ਹੁੰਦਾ ਕਿ ਅਸੀਂ ਭਾਵੁਕ ਬਹੁਤ ਹੁੰਦੇ ਆ ਕਿ ਮੇਰਾ ਪੁੱਤ ਮੇਰੀ ਧੀ ਆ ਜਾ ਇੱਧਰ, ਇਹਨੂੰ ਕਹਿਣਾ ਨਹੀਂ ਕੁਛ, ਆਮ ਹੀ ਹੁੰਦਾ ਕਿ ਤੁਹਾਡੇ ਲਾੜ ਨੇ ਵਿਗਾੜਿਆ ਜੀ ਇਹ। ਉਹ ਪ੍ਰੈਕਟੀਕਲ ਬਹੁਤ ਨੇ ਬੰਦੇ। ਬੱਚੇ ਨੂੰ ਠੰਡ 'ਚ ਵੀ ਲੈ ਕੇ ਜਾਣਾ, ਗਰਮੀ 'ਚ ਲੈ ਕੇ ਜਾਣਾ, ਤੈਰਾਕੀ ਸਿਖਾਉਣੀ ਹੈ ਜੀ, ਉਹਨੂੰ ਜੂਡੋ ਕਰਾਟੇ ਸਿਖਾਉਣੇ ਆ ਜੀ, ਉਹਨੂੰ ਫੁੱਟਬਾਲ ਦੇ ਵਿੱਚ ਪਾਉਣਾ ਹੈ ਜੀ, 2 ਘੰਟੇ ਸਪੈਸ਼ਲ ਉਹਨੂੰ ਲੈ ਕੇ ਜਾਣਾ ਹੈ ਜੀ। ਫਿਰ ਉਹਨਾਂ ਨਾਲ ਗੱਲਾਂ ਕਰਦੇ ਨੇ। ਇਹਨਾਂ ਦੇ ਘਰਾਂ ਦੇ ਵਿੱਚ ਆਮ ਹੀ ਕਿਤਾਬਾਂ ਹੁੰਦੀਆਂ, ਆਮ ਹੀ ਹੈ ਕਿ ਮਾਂ ਕਿਤਾਬ ਪੜ੍ਹਦੀ ਹੋਊਗੀ, ਬੱਚੇ ਨੂੰ ਪੜ੍ਹ, ਇਹ ਨਹੀਂ ਕਿ ਜਿਹੜੀ ਉਹਨੂੰ ਚੰਗੀ ਲੱਗਦੀ ਉਹ ਪੜ੍ਹਦੀ ਹੋਊਗੀ, ਜਿਹੜੀ ਬੱਚੇ ਨੂੰ ਚੰਗੀ ਲੱਗਦੀ ਹੈ, ਬੱਚੇ ਦੇ ਲਈ ਜ਼ਰੂਰੀ ਆ, ਉਹ ਪੜ੍ਹ ਕੇ ਸੁਣਾਓ ਤੇ ਉਹਨੂੰ ਕੋਈ ਪੁੱਤ ਧੀਏ ਤੂੰ ਵੀ ਨਾਲ ਪੜ੍ਹ। ਜਾਣੀ ਦੇਖੋ ਨਿਆਣਿਆਂ ਨੇ ਚਿੱਠੀ ਤਾਂ ਸਾਨੂੰ ਪਾਈ ਨਹੀਂ ਹੁੰਦੀ। ਪਹਿਲੀ ਗੱਲ ਸਾਡੀ ਇੱਛਾ ਹੁੰਦੀ ਹੈ, ਬੱਚੇ ਜਨਮ ਲੈਂਦੇ ਆ, ਜਦੋਂ ਸਾਡੀ ਇੱਛਾ ਬੱਚੇ ਜਨਮ ਲੈਂਦੇ ਸਾਡੀ ਡਿਊਟੀ ਹੈ। ਫਿਰ ਇਹ ਨਹੀਂ ਅਸੀਂ ਕਹਿ ਸਕਦੇ ਅਸੀਂ ਤਾਂ ਇਹਨਾਂ ਦੇ ਲਈ ਸਭ ਕੁਛ ਕੀਤਾ, ਅਸੀਂ ਇਹਨਾਂ ਨੂੰ ਦੁਨੀਆ ਦੀ ਹਰ ਸ਼ੈ ਲੈ ਕੇ ਦਿੱਤੀ, ਪਰ ਆਹ ਜਿਹੜੀ ਸ਼ੈ ਇੱਥੇ ਆ ਨਾ ਵਿੱਚ, ਉਹਨੂੰ ਡਿਵੈਲਪ ਕਰਨਾ ਸਾਡੀ ਡਿਊਟੀ ਹੈ। ਹੁਣ ਕੀ ਸਾਡੇ ਘਰਾਂ ਦੇ ਵਿੱਚ ਕਿਸੇ ਸਾਇੰਟਿਸਟ ਦੀ ਫੋਟੋ ਹੈਗੀ ਹੈ, ਕਿਸੇ ਚੰਗੇ ਪਲੇਅਰ ਦੀ ਫੋਟੋ ਹੈਗੀ ਹੈ, ਉਹਦੀ ਜੀਵਨੀ, ਸਵੈ ਜੀਵਨੀ, ਉਹਦੀ ਬਾਇਓਗ੍ਰਾਫੀ ਦੀ ਕਿਤਾਬ ਕੋਈ ਪਈ ਆ? ਕੀ ਸਾਡੇ ਘਰ ਦੇ ਵਿੱਚ ਕਿਸੇ ਚੰਗੇ ਆਫਿਸਰ ਦੀ, ਕਿਸੇ ਪਾਇਲਟ ਦੀ, ਕਿਸੇ ਬਹੁਤ ਵਧੀਆ ਡਾਕਟਰ ਦੀ, ਕਿਸੇ ਬਹੁਤ ਵਧੀਆ ਟੀਚਰ ਦੀ ਫੋਟੋ ਪਈ ਹੈ, ਕਿਤਾਬ ਪਈ ਹੈ, ਮਾੜਾ ਮੋਟਾ ਵੇਰਵਾ ਲਿਖ ਕੇ ਲਾਇਆ? ਬੱਚਾ 24 ਘੰਟਿਆਂ ਦੇ ਵਿੱਚ ਦੇਖ ਕੀ ਰਿਹਾ? ਕਾਰਟੂਨਾਂ ਦੇ ਵਿੱਚ ਵੀ ਠਾਠ ਹੁਆ, ਫਿਲਮਾਂ ਦੇ ਵਿੱਚ ਵੀ ਠਾਠ ਹੁਆ, ਗਾਣਿਆਂ ਦੇ ਵਿੱਚ ਵੀ ਠਾਠ ਹੁਆ, ਉਹ ਟੀਵੀ ਤੇ ਮੋਬਾਈਲ ਦੇ ਵਿੱਚ, ਵੀਡੀਓ ਗੇਮ ਦੇ ਵਿੱਚ ਉਹ ਕੁਝ ਦੇਖ ਰਿਹਾ। ਅਸੀਂ ਉਹਨੂੰ ਦੂਸਰੀ ਚੀਜ਼ ਦਿਖਾ ਨਹੀਂ ਰਹੇ ਤੇ ਅਸੀਂ ਉਹਦੇ ਤੋਂ ਉਮੀਦ ਕਰਦੇ ਹਾਂ ਕੋਈ ਡਾਕਟਰ ਸਾਇੰਟਿਸਟ ਬਣੇ। ਕਿਵੇਂ ਪੋਸੀਬਲ ਆ? ਸਾਨੂੰ ਬਦਲ ਤਾਂ ਦੇਣਾ ਪਊਗਾ ਨਾ, ਘਰ ਦੇ ਵਿੱਚੋਂ ਸ਼ੁਰੂ ਕਰਨਾ ਪਊਗਾ, ਬਾਕੀਆਂ ਤੇ ਆਪਾਂ ਇਤਰਾਜ਼ ਵੀ ਕਰਾਂਗੇ। ਇਹ ਗੱਲ ਹੈਗੀ ਆ। ਚਲੋ ਆਪਣਾ ਦਾ ਕੰਮ ਇੱਥੇ ਬਹਿ ਕੇ ਆ ਵੀ ਹਰੇਕ ਉਹ ਵਿਸ਼ਾ, ਹਰੇਕ ਉਹ ਮੁੱਦਾ ਜਿਹੜਾ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਜਾਣਨਾ ਜ਼ਰੂਰੀ ਜਾਂ ਉਹਦੇ 'ਤੇ ਗੱਲ ਹੋਣੀ ਜ਼ਰੂਰੀ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਵੀ ਅਸੀਂ ਉਹ ਗੱਲ ਕਰ ਦਈਏ। ਹਾਂ ਉਹ ਠੀਕ ਹੈ, ਗਲਤ ਹੈ, ਜਾਂ ਤੁਸੀਂ ਕੀ ਸੋਚਦੇ ਹੋ, ਉਹਦੀ ਟਿੱਪਣੀ ਜ਼ਰੂਰ ਤੁਸੀਂ ਟਿੱਪਣੀ ਦੇ ਰੂਪ ਦੇ ਵਿੱਚ ਕਰ ਦਿਆ ਕਰੋ, ਤਾਂ ਜੋ ਆਪਣੇ ਤੱਕ ਵੀ ਗੱਲ ਪਹੁੰਚ ਜਾਵੇ ਕਿ ਤੁਸੀਂ ਉਸ ਮੁੱਦੇ ਬਾਰੇ ਕੀ ਸੋਚਦੇ ਹੋ। ਇੱਕ ਗੱਲ, ਬਲਕੌਰ ਸਿੰਘ ਹੋਰਾਂ ਨੇ, ਸਿੱਧੂ ਮੂਸੇਵਾਲੇ ਹੋਰਾਂ ਦੇ ਪਿਤਾ ਜੀ ਨੇ ਹੁਣ 25 ਤਰੀਕ ਦਾ ਸੱਦਾ ਦੇ ਦਿੱਤਾ, ਸੋਸ਼ਲ ਮੀਡੀਆ ਤੇ ਉਹ ਸਰਗਰਮ ਹੋ ਗਿਆ ਇਨਸਾਫ ਲੈਣ ਦੇ ਲਈ। ਹਫ਼ਤਾ ਕੁ ਉਹਨਾਂ ਨੇ ਸਰਕਾਰਾਂ ਨੂੰ ਦਿੱਤਾ, ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ,
ਹੁਣ ਉਹ ਕਹਿੰਦੇ ਜੀ ਮੰਡੀ ਤੋਂ ਲੈ ਕੇ ਜਿਸ ਥਾਂ ਦੇ ਉੱਤੇ ਕਤਲ ਕੀਤਾ ਗਿਆ ਸੀ ਸਿੱਧੂ ਮੂਸੇਵਾਲੇ ਦਾ, ਆਪਾਂ ਕੈਂਡਲ ਮਾਰਚ ਕਰਨਾ ਹੈ 25 ਤਰੀਕ ਨੂੰ ਸ਼ਾਮ 4-5 ਵਜੇ ਦੇ ਕਰੀਬ ਮੇਰੇ ਖਿਆਲ ਸਮਾਂ। ਤੇ ਉਹਦੇ ਵਿੱਚ ਉਹਨਾਂ ਨੇ ਇੱਕ ਕਿਹਾ ਕਿ ਰਾਜਨੀਤਿਕ ਲੀਡਰ ਵੀ ਆਉਣ, ਕਲਾਕਾਰ ਵੀ ਆਉਣ, ਆਮ ਲੋਕ ਵੀ ਆਉਣ, ਅਸੀਂ ਅਪੀਲ ਕਰਦੇ ਹਾਂ ਪਰਿਵਾਰ ਵਾਲੇ, ਪਰ ਨਾਲ ਹੀ ਕਿਹਾ ਕੋਈ ਸਿਆਸੀ ਗੱਲ ਨਾ ਕਰ ਦਿਓ, ਕਿਉਂਕਿ ਸਿੱਧੂ ਮੂਸੇਵਾਲੇ ਦੇ ਨਾਂ ਤੇ ਸਿਆਸੀ ਗੱਲਾਂ ਬਹੁਤ ਹੋਈਆਂ, ਜਿਹਨਾਂ ਲਾਹੇ ਲੋਹੇ ਲੈਣੇ ਹੀ ਲੈ ਗਏ, ਮੁੜ ਕੇ ਇਨਸਾਫ ਦੇ ਲਈ ਕਿੰਨੇ ਕੁ ਦੇਰ ਉਹਨਾਂ ਨੇ ਭੁੱਖ ਹੜਤਾਲਾਂ ਕੀਤੀਆਂ ਜਾਂ ਕਿੰਨੇ ਕੁ ਦਿਨ ਖੜੇ ਆ, ਉਹ ਇੱਕ ਵੱਖਰੀ ਗੱਲ ਆ। ਹੁਣ 25 ਤਰੀਕ ਤੱਕ ਕੀ ਸਰਕਾਰ ਇਸ ਮੁੱਦੇ ਦੇ ਉੱਤੇ ਕੋਈ ਸਪਸ਼ਟ ਜਿਹਾ ਸਟੈਂਡ ਲੈਂਦੀ ਹੈ, ਕੋਈ ਚਲਾਨ ਪੇਸ਼ ਕਰਦੀ ਹੈ, ਕੋਈ ਪ੍ਰੈਸ ਕਾਨਫਰੰਸ ਕਰਦੀ ਹੈ, ਕੋਈ ਪਰਿਵਾਰ ਨਾਲ ਗੱਲਬਾਤ ਕਰਦੀ ਹੈ, ਜਾਂ ਫਿਰ 25 ਤਰੀਕ ਵਾਲਾ ਇਕੱਠ ਹੈ ਜੇ ਵਹਿੰਦੇ ਆ ਕਿ ਭਾਈ ਕੀ ਹੁੰਦਾ। ਪਰ ਹਾਂ, ਮੁੰਡਾ ਮਾਰਿਆ ਗਿਆ, ਗਲਤ ਹੋਇਆ, ਗੈਰ ਕਾਨੂੰਨੀ ਹਥਿਆਰ ਆਏ ਆ, ਠੋਕ ਕੇ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਬਿਲਕੁਲ। ਅੱਛਾ, ਅਗਲੀ ਗੱਲ ਆਪਾਂ ਕਰੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ, ਉਹਨਾਂ ਨੇ ਹੁਣ ਪੰਜਾਬ ਆਉਣਾ ਜੀ। ਪੰਜਾਬ ਦੇ ਨਾਲ ਨਾਲ ਕਹ ਲਓ ਹਰਿਆਣੇ ਦੀ ਵੀ ਫੇਰੀ ਇੱਕ ਤਰ੍ਹਾਂ ਨਾਲ। ਇਹ ਫੇਰੀ ਉਹਨਾਂ ਦੀ ਪਿਛਲੀ ਫੇਰੀ ਤੋਂ ਬਾਅਦ, ਯਾਨੀ ਕਿ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਫੇਰੀ ਸੀ ਕਿ ਉਦੋਂ ਵੀ ਪੰਜਾਬ ਆਉਣਾ ਸੀ, ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਸੀ। ਉਦੋਂ ਕਿਵੇਂ ਉਹ ਸਾਰਾ ਕੁਝ ਹੋਇਆ, ਕਿਵੇਂ ਗੱਡੀਆਂ ਮੁੜੀਆਂ, ਕਿਵੇਂ ਪੁਲ ਤੇ ਉਹਨਾਂ ਨੂੰ ਖੜਨਾ ਪਿਆ, ਉਸ ਤੋਂ ਬਾਅਦ ਰਾਜਨੀਤਿਕ ਬਿਆਨ ਕਿੱਦਾਂ ਆਏ, ਉਹ ਸਾਰਾ ਐਪੀਸੋਡ ਸਾਰਿਆਂ ਨੂੰ ਪਤਾ। ਉਹਦੇ ਤੋਂ ਬਾਅਦ ਵਾਹਵਾ ਚਿਰ ਹੋ ਗਿਆ ਸੀ, ਲੋਕ ਆਸ ਉਮੀਦ ਕਰਦੇ ਸੀ ਵੀ ਯਾਰ ਔਖਾ ਹੋ ਗਿਆ, ਵੀ ਕੁਛ ਨਾ ਕੁਛ ਆਏ ਸੀ ਪੰਜਾਬ ਨੂੰ ਦੇ ਕੇ ਹੀ ਜਾਣਾ ਸੀ, ਵੀ ਜੇ ਉਹਦੇ 'ਚ ਰਾਜਨੀਤੀ ਨਾ ਹੁੰਦੀ ਜਾਂ ਕੁਛ ਵੀ ਨਾ ਹੁੰਦਾ ਤੇ ਕੁਛ ਚਲੋ ਪੰਜਾਬ ਦੇ ਵਿੱਚ ਵੀ ਬਣ ਜਾਂਦਾ। ਹੁਣ ਜਦੋਂ ਦੁਬਾਰਾ ਆ ਰਹੇ ਨੇ ਤੇ ਐਕਸਪੈਕਟੇਸ਼ਨਸ ਦੋਵੇਂ ਤਰ੍ਹਾਂ ਦੀਆਂ ਲੋਕਾਂ ਦੀਆਂ, ਵੀ ਇਹ ਨਾ ਹੋਵੇ ਵੀ ਜੋ ਉਦੋਂ ਹੋਇਆ ਸੀ ਉਹੋ ਜਿਹਾ ਕੁਛ ਹੋ ਜਾਵੇ, ਜਾਂ ਜੇ ਐਤਕੀ ਆਏ ਨੇ ਤੇ ਫਿਰ ਉਹ ਕੁਛ ਨਾ ਕੁਛ ਇਹੋ ਜਿਹਾ ਜ਼ਰੂਰ ਦੇ ਦੇਣ ਪੰਜਾਬ ਨੂੰ, ਕਿਉਂਕਿ ਜਿਹੜੀ ਚੀਜ਼ ਦਾ ਉਹਨਾਂ ਨੇ ਉਦਘਾਟਨ ਕਰਨਾ ਹਸਪਤਾਲ ਦਾ, ਉਹ ਤਾਂ ਚਲੋ ਆਪਣੀ ਥਾਂ 'ਤੇ ਹੈ, ਕਿਉਂਕਿ ਲੀਡਰ ਜਦੋਂ ਉੱਥੇ ਕਿਤੇ ਨੇੜੇ ਤੇੜੇ ਆਇਆ ਹੋਵੇ ਤੇ ਉਹਨਾਂ ਨੇ ਇੱਕ ਵਾਰ ਕਹਿ ਹੀ ਦੇਣਾ ਵੀ ਹਮ ਪੰਜਾਬ ਕੇ ਲਈ ਇਹ ਵੀ ਕरेंगे। ਲੋਕਾਂ ਦਾ ਜੂਨ ਸੁਧਰ ਜਾਣਾ, ਜੂਨ ਛੱਡ ਕੇ ਜੂਨ ਜੁਲਾਈ ਅਗਸਤ ਸਾਰਾ ਕੁਝ ਸੁਧਰ ਜਾਣਾ। ਦੇਖੋ ਸੰਧਾਲੀਆ ਸਾਹਿਬ, ਅਸੀਂ ਤਾਂ ਕਹਿੰਦੇ ਭਗਵੰਤ ਮਾਨ ਸਾਹਿਬ, ਸਾਰੇ ਮੈਂਬਰ ਪਾਰਲੀਮੈਂਟ MLA ਸਾਹਿਬ ਤੁਸੀਂ ਇਕੱਠੇ ਹੋ ਜਾਓ, ਸਾਰੇ ਜਣੇ ਇਕੱਠੇ ਹੋ ਜਾਓ, ਇੱਕ ਦਿਨ ਤਾਂ ਇਕੱਠੇ ਹੋ ਹੀ ਸਕਦੇ ਆ। ਯਾਨੀ 117 ਬੰਦੇ ਕਤਾਰ ਬੰਨ੍ਹ ਕੇ ਖੜੇ ਹੋਣ, ਉਧਰਲੇ ਪਾਸੇ 13 MP 7 ਰਾਜ ਸਭਾ ਦੇ, ਉਹ ਵੀ ਬੰਦੇ 20 ਬੰਦੇ, ਉਹ 117 ਉਹ 137 ਹੋ ਗਏ। 137 ਬੰਦੇ ਜਿੱਥੇ ਖਲੋਤੇ ਹੋਣਗੇ, ਮੈਂ ਕਹਿੰਦਾ ਕਿ 150 ਕਰ ਲਓ, 13 ਬੰਦੇ ਭਾਰਤੀ ਜਨਤਾ ਪਾਰਟੀ ਦੇ ਲੈ ਲਓ, 2 ਤਾਂ MLA ਹੈਗੇ, 2 MP ਹੈਗੇ, 4 9 ਹੋਰ ਪਾ ਲਓ ਉਹਨਾਂ ਦੇ, ਕਿਉਂਕਿ ਉਹਨਾਂ ਦੀ ਪਾਰਟੀ ਦੀ ਕੇਂਦਰੀ ਸਰਕਾਰ ਹੈ। 150 ਬੰਦਾ ਸਾਂਝਾ ਮੰਗ ਪੱਤਰ ਦਿਓ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਦੇਸ਼ ਦੇ ਸਭ ਤੋਂ ਤਾਕਤਵਰ ਹੋ, ਪ੍ਰੈਕਟੀਕਲੀ ਲੀਡਰ ਹੋ, ਤੁਸੀਂ ਵੱਡੇ ਅਹੁਦੇ 'ਤੇ ਹੋ, ਤੁਸੀਂ ਕੁਝ ਵੀ ਕਰ ਸਕਦੇ ਆ। ਦੇਖੋ ਸਾਡਾ ਮਸਲਾ ਪੰਜਾਬ ਦੇ ਵਿੱਚ ਇੰਡਸਟਰੀ ਦਾ ਪੈਕੇਜ ਮੰਗ ਲਓ ਕਿ ਪੰਜਾਬ ਨੂੰ ਪੈਕੇਜ ਦੇ ਦਿਓ ਜਿਹੜਾ ਜੰਮੂ ਕਸ਼ਮੀਰ ਨੂੰ, ਹਿਮਾਚਲ ਨੂੰ, ਉੱਤਰਾਖੰਡ ਨੂੰ ਗੁਆਂਢ ਦੇ ਵਿੱਚ ਦਿੱਤਾ ਹੈ। ਸਾਡੇ ਕੋਲੇ ਇੰਡਸਟਰੀ ਆ ਜਾਵੇ, ਆਪਣੇ ਲਈ ਇੰਡਸਟਰੀ ਮੰਗ ਲਓ, ਉਹ ਇੰਡਸਟਰੀ ਮੰਗ ਲਓ ਜਿਹਦੀ ਪੰਜਾਬ 'ਚ ਲੋੜ ਹੈ। ਖੇਤੀਬਾੜੀ ਆਧਾਰਿਤ ਇੰਡਸਟਰੀ ਮੰਗ ਲਓ ਕਿ ਪੰਜਾਬ ਦਾ ਜਿੰਨਾ ਵੀ ਅਨਾਜ, ਚਾਹੇ ਉਹ ਫਲ ਨੇ, ਸਬਜ਼ੀਆਂ ਨੇ, ਜਾਂ ਦੂਜਾ ਅਨਾਜ ਹੈ, ਉਹ ਜਿਹੜਾ ਪੰਜਾਬ ਦੇ ਖੇਤਾਂ 'ਚ ਪੈਦਾ ਹੁੰਦਾ ਕਿ ਅਸੀਂ ਇੱਥੇ ਪ੍ਰੋਸੈਸ ਕਰੀਏ, ਅਸੀਂ ਇੱਥੇ ਪੈਕ ਕਰੀਏ, ਉਹਨੂੰ ਅਗਲੇ ਪਾਸੇ ਨੂੰ ਲੈ ਕੇ ਜਾਓ। ਸਾਰੀਆਂ ਚੀਜ਼ਾਂ ਮੰਗਣੀਆਂ ਚਾਹੀਦੀਆਂ, ਇਕੱਠੇ ਹੋ ਕੇ ਮੰਗ ਲਓ। ਹਾਂ, ਪ੍ਰਧਾਨ ਮੰਤਰੀ ਸਾਹਿਬ ਆਏ ਅੱਜ, ਅਸੀਂ ਆਪੋ ਆਪਣੀ ਕੁਰਸੀ ਪੱਕੀ ਕਰਦੇ ਜੀ, ਮੈਂ ਪ੍ਰਧਾਨ ਮੰਤਰੀ ਸਾਹਿਬ ਦੇ ਨੇੜੇ ਮੈਂ ਸਵਾਗਤ ਕਰਾਂਗਾ ਜੀ, ਮੈਂ ਧੰਨਵਾਦ ਕਰਾਂਗਾ ਜੀ, ਮੈਂ ਉਹਨਾਂ ਨੂੰ ਛੱਡ ਕੇ ਆਵਾਂਗਾ ਜੀ, ਇੱਦਾਂ ਨਹੀਂ। ਹਾਂ, ਜਦੋਂ ਪ੍ਰਧਾਨ ਮੰਤਰੀ ਸਾਹਿਬ ਪਿਛਲੀ ਵਾਰ ਪੰਜਾਬ ਆਏ ਸੀ ਜਨਵਰੀ 'ਚ, ਚੋਣਾਂ ਤੋਂ ਠੀਕ ਪਹਿਲਾਂ ਪ੍ਰਚਾਰ ਚੱਲਦਾ ਸੀ, ਕਿਉਂਕਿ ਜਦੋਂ ਵੋਟਾਂ ਹੁੰਦੀਆਂ ਨਾ ਇੱਕ ਦੂਜੇ ਦੇ ਖਿਲਾਫ ਰੌਲਾ ਰੱਪਾ ਬਹੁਤ ਹੁੰਦਾ, ਉਦੋਂ ਕਈ ਕੁਛ ਹੋਇਆ। ਬਾਰਡਰ ਦੇ ਨੇੜੇ ਉਹਨਾਂ ਦਾ ਕਾਫਲਾ ਰੁਕ ਗਿਆ, ਰਾਹ ਦੇ ਵਿੱਚ ਕੋਈ ਧਰਨਾ ਪ੍ਰਦਰਸ਼ਨ ਹੋ ਗਿਆ, ਕਮਿਊਨੀਕੇਸ਼ਨ ਗੈਪ ਹੋ ਗਿਆ, ਕੇਂਦਰ ਦੀਆਂ ਏਜੰਸੀਆਂ ਤੇ ਪੰਜਾਬ ਸਰਕਾਰ ਦੇ ਵਿਚਾਲੇ ਕਿਹੜੀ ਘਾਟ ਰਹੀ ਪਤਾ ਨਹੀਂ। ਮੁੱਖ ਮੰਤਰੀ ਸਾਹਿਬ ਕਹਿੰਦੇ ਮੈਨੂੰ ਥੋੜ੍ਹਾ ਜਿਹਾ ਫਲੂ ਹੋਇਆ ਸੀ, ਮੈਂ ਸਵਾਗਤ ਲਈ ਨਹੀਂ ਜਾ ਸਕਿਆ। ਇੱਥੋਂ ਤੱਕ ਕਿ ਖਤਰੇ ਦੀ ਗੱਲ ਵੀ ਕਹੀ ਗਈ ਕਿ ਬਾਰਡਰ ਦੇ ਕੋਲ ਸੀ, 15 ਮਿੰਟ ਇੱਕ ਫਲਾਈਓਵਰ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਕਿਵੇਂ ਰੁਕਿਆ, ਬਹੁਤ ਕੁਛ ਹੋਇਆ। ਉਹ ਇੱਕ ਕੁੜੱਤਣ ਸੀ, ਉਹ ਨਹੀਂ ਪੈਦਾ ਹੋਣੀ ਚਾਹੀਦੀ, ਕਿਉਂਕਿ ਇੱਕ ਟਰੈਕ ਤੇ ਹੋਵਾਂਗੇ ਤਾਂ ਸੰਧਾਲੀਆ ਸਾਹਿਬ ਡਿਵੈਲਪਮੈਂਟ ਦੇਸ਼ ਦੀ ਤੇ ਸੂਬੇ ਦੀ ਹੋਊਗੀ ਨਾ, ਕਿਉਂਕਿ ਉਹ ਸਮਾਂ ਤਾਂ ਹੈ ਹੀ ਨਹੀਂ। ਕਿਉਂਕਿ ਸਮਾਂ ਵੀ ਤੁਸੀਂ ਦੇਖੋ ਨਾ, ਉਹ ਚੱਲਦਾ ਜਦੋਂ ਸ਼੍ਰੀਲੰਕਾ ਵਾਲੇ ਜਸੂਸੀ ਜਹਾਜ਼, ਚੀਨ ਵਾਲੇ ਸ਼੍ਰੀਲੰਕਾ ਦੇ ਕੋਲ ਜਸੂਸੀ ਜਹਾਜ਼ ਲਈ ਫਿਰਦੇ ਆ, ਜਦੋਂ ਤਾਈਵਾਨ ਵਾਲਾ ਮਸਲਾ ਹੈ, ਉਧਰਲੇ ਪਾਸੇ ਯੂਕਰੇਨ ਵਾਲਾ ਮਸਲਾ ਹੈ, ਸਾਰੀ ਦੁਨੀਆ 'ਚ ਕੀਮਤਾਂ ਵੱਧ ਰਹੀਆਂ, ਕਿੰਨੀਆਂ ਦਿੱਕਤਾਂ ਨੇ। ਦੇਸ਼ ਇਕਮੁੱਠ ਹੋਣਾ ਚਾਹੀਦਾ, ਜਿਹੜੀ ਲੋੜ ਆ ਦੇਸ਼ ਦੇ ਕਿਸੇ ਕੋਨੇ ਦੇ ਵਿੱਚ ਬੈਠੇ ਲੋਕਾਂ ਨੂੰ ਪੂਰੀ ਕਰੋ। ਇਹ ਬੜਾ ਵਧੀਆ ਗੱਲ ਆ। ਨਾਲੇ ਦੂਜੀ ਆਪਾਂ ਬੇਨਤੀ ਵੀ ਕੀਤੀ ਸੀ ਪਿਛਲੀ ਵਾਰ, ਹੁਣ ਫਿਰ ਕਰ ਦਿੰਦੇ ਆ। ਬਾਕੀ ਪੋਲੀਟੀਕਲ ਪਾਰਟੀਆਂ ਹੋ ਸਕਦਾ ਵੀ ਉਹ ਔਖਾ ਭਰਿਆ ਵੇਖਣ ਵੀ ਇੱਦਾਂ ਕਿੱਦਾਂ ਯਾਰ BJP ਦਾ ਇਹ ਪ੍ਰੋਗਰਾਮ ਕਰਦੇ ਫਿਰਦੇ ਆ। ਆਪਾਂ ਅੱਗੇ ਵੀ ਬੇਨਤੀ ਕੀਤੀ ਸੀ ਵੀ BJP ਇੱਕ ਪਾਰਟੀ ਹੋ ਸਕਦੀ ਜੀ, ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਨੇ, ਉਹਨਾਂ ਦੇ ਲਈ ਜਿੱਦਾਂ ਦਾ ਹਰਿਆਣਾ ਉੱਦਾਂ ਦਾ ਪੰਜਾਬ, ਜਿੱਦਾਂ ਦਾ UP ਉੱਦਾਂ ਦਾ ਮੰਨ ਲਓ ਗੁਜਰਾਤ ਹੈ ਨਾ। ਹੁਣ ਜੇ ਤੁਸੀਂ ਇੱਥੇ ਇਹ ਕਹੋਗੇ ਵੀ ਯਾਰ ਆਪਾਂ ਆਪਣੇ ਲਈ ਮੰਗਣ ਨਹੀਂ ਜਾਣਾ, ਆਪਾਂ ਆਪਣੀ ਸਟੇਟ ਲਈ ਮੰਗਣ ਨਹੀਂ ਜਾਣਾ, ਤੇ ਲੋਕ ਵਹਿੰਦੇ ਆ।
ਹੋਰ ਜੇ ਪੋਲੀਟੀਕਲ ਪਾਰਟੀ ਕੋਈ ਨਹੀਂ ਕਰਦੀ ਤਾਂ ਐਟਲੀਸਟ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਜਾ ਕੇ ਪਹਿਲ ਕਰੇ ਵੀ ਮਹਾਰਾਜ ਉਦੋਂ ਆਪਣੇ ਕੋਲੇ ਮੌਕਾ ਸੀਗਾ, ਉਦੋਂ ਚਲੋ ਲੋਕ ਇਹ ਦੋਸ਼ ਲਾਉਂਦੇ ਸੀ ਜੋ ਇਲੈਕਸ਼ਨਾਂ ਕਰਕੇ ਕਰਨਾ ਸੀ, ਇਹ ਸੀ ਉਹ ਸੀ, ਆਪਾਂ ਹੁਣ ਤੋਂ ਕਰ ਲਈਏ ਤਾਂ ਜੋ ਲੋਕਾਂ ਦਾ ਜਿਹੜਾ ਕੋਈ ਵਿਸ਼ਵਾਸ ਜਿਹਾ ਉਹ ਵੱਜੇ ਵੀ ਨਹੀਂ ਯਾਰ ਇਲੈਕਸ਼ਨਾਂ ਨਾਲ ਕੋਈ ਲੈਣਾ ਦੇਣਾ ਹੈ ਨਹੀਂਗਾ, ਜਿਹੜੇ ਸਟੇਟ ਨੂੰ ਜਿਹੜੀ ਚੀਜ਼ ਦੇਣੀ ਆ ਅਗਲੇ ਜੇ ਮੰਗਦੇ ਨੇ ਤੇ ਪ੍ਰਧਾਨ ਮੰਤਰੀ ਸਾਹਿਬ ਦਿੰਦੇ ਆ। ਹੁਣ ਜੇ ਬਾਰਡਰ ਸਟੇਟ ਦੇ ਹਿਸਾਬ ਨਾਲ ਮੈਂ ਨਾ ਵੀ ਇਹੋ ਜਿਹਾ ਕੋਈ ਸੋਚ ਲਿਆ ਜਾਵੇ ਚਲੋ ਸਾਰੇ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਨਹੀਂ ਪੈ ਕੇ ਦੇਣਾ, ਅਸੀਂ ਜਿਹੜੀਆਂ ਉਹ ਪਹਾੜੀ ਏਰੀਏ ਨੂੰ ਪਿਛਲੀਆਂ ਦਿਨੀ ਰਿਆਇਤਾਂ ਦਿੱਤੀਆਂ ਸੀ, ਦਿਨੀ ਤਾਂ ਕੀ ਕਈ ਸਾਲਾਂ ਤੋਂ ਨੇ ਰਿਆਇਤਾਂ, ਉਹ ਇਕੱਲੀਆਂ ਬਾਰਡਰ ਏਰੀਏ ਨੂੰ ਦੇ ਦਿਓ ਵੀ ਪੰਜਾਬ ਦੇ ਵਿੱਚ ਜੇ ਸਮੁੱਚੇ ਪੰਜਾਬ 'ਚ ਨਹੀਂ ਸਹੂਲਤਾਂ ਦਿੱਤੀਆਂ ਜਾਂਦੀਆਂ ਤਾਂ ਇਕੱਲੀ ਜਿਹੜੀ ਬਾਰਡਰ ਬੈਲਟ ਹੈ ਉੱਥੇ ਜਿਹੜੀ ਇੰਡਸਟਰੀ ਆਉਂਦੀ ਆ ਉਹਨੂੰ ਅਸੀਂ ਸਹੂਲਤਾਂ ਦਿੰਦੇ ਹਾਂ। ਉਹਦਾ ਡਬਲ ਫਾਇਦਾ ਵੀ ਇੱਕ ਤਾਂ ਜਿਹੜਾ ਬਾਰਡਰ ਵਾਲਾ ਪਾਸਾ ਉਹਨਾਂ ਨੂੰ 4 ਉੱਥੋਂ ਕੋਈ ਰੋਜ਼ਗਾਰ ਦੇ ਸਾਧਨ ਮਿਲ ਜਾਣਗੇ, ਦੂਸਰਾ ਇਹ ਵੀ ਗੱਲ ਰਹਿ ਜੂਗੀ ਵੀ ਯਾਰ ਅਸੀਂ ਸਾਰੇ ਸਟੇਟ ਨੂੰ ਨਹੀਂ ਦਿੱਤਾ, ਅਸੀਂ ਸਟੇਟ ਦੇ ਵਿੱਚੋਂ ਉਸ ਖਾਸ ਏਰੀਏ ਨੂੰ ਜਿੱਥੇ ਲੋੜ ਸੀ ਉੱਥੇ ਕੀਤਾ। ਰਾਣਾ ਗੁਰਜੀਤ ਸਿੰਘ ਹੋਰਾਂ ਨੇ ਇੱਕ ਚਿੱਠੀ ਲਿਖੀ ਪ੍ਰਧਾਨ ਮੰਤਰੀ ਸਾਹਿਬ ਨੂੰ, ਉਹ ਕਹਿੰਦੇ ਮੈਂ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕਰਨ ਲੱਗਾ, ਤੁਸੀਂ ਕਦੇ ਨਹੀਂ ਦੇਖਿਆ ਹੋਊਗਾ ਰਾਣਾ ਗੁਰਜੀਤ ਸਿੰਘ ਪ੍ਰੈਸ ਕਾਨਫਰੰਸ ਕਰਦਾ, ਇਹੀ ਮੁੱਦਾ ਚੁੱਕਿਆ, ਕਹਿੰਦੇ 50-50 ਕਿਲੋਮੀਟਰ ਤੁਹਾਡਾ ਨਾ ਉੱਥੇ ਡਿਵੈਲਪਮੈਂਟ ਵੀ ਕਰੋ ਤੇ ਮੈਨੂੰ ਤਾਂ ਇਹ ਵੀ ਲੱਗਦਾ ਕਿ ਦੋਨੇ ਪਾਸਿਆਂ ਤੋਂ ਪੈਕੇਜ ਲੈ ਲਓ। ਹੋ ਸਕਦਾ ਕੋਈ ਇੰਡਸਟਰੀ ਵਾਲਾ ਬਾਰਡਰ ਦੇ ਨੇੜੇ ਇੰਡਸਟਰੀ ਲਾਉਣ ਦੀ ਪਸੰਦ ਨਾ ਕਰੇ, ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੋ ਕਿ ਭਾਈ ਸਾਡਾ ਹੁਸ਼ਿਆਰਪੁਰ ਜ਼ਿਲ੍ਹਾ, ਸਾਡਾ ਪਠਾਨਕੋਟ ਜ਼ਿਲ੍ਹਾ, ਸਾਡਾ ਇੱਧਰਲੇ ਪਾਸੇ ਰੋਪੜ ਜ਼ਿਲ੍ਹਾ, ਉਹ ਸਾਰੇ ਜ਼ਿਲ੍ਹੇ ਨਵਾਂ ਸ਼ਹਿਰ ਦਾ ਥੋੜ੍ਹਾ ਜਿਹਾ ਹਿੱਸਾ, ਉਹ ਜ਼ਿਲ੍ਹਾ ਨੀਮ ਪਹਾੜੀ ਇਲਾਕਾ ਤਾਂ ਹੈਗਾ ਨਾ, ਥੋੜ੍ਹਾ ਜਿਹਾ ਉਹਨੂੰ ਥੋੜ੍ਹਾ ਜਿਹਾ ਬਾਰਡਰ ਵਾਲੇ ਪਾਸੇ ਦੋਨੇ ਪਾਸਿਆਂ ਤੋਂ ਸਾਨੂੰ ਰਿਆਇਤਾਂ ਦੇ ਦਿਓ, ਬਾਕੀ ਪੰਜਾਬ 'ਚ ਨਾ ਦਿਓ, ਅਸੀਂ ਇੰਡਸਟਰੀ ਉੱਥੇ ਲਾ ਲਵਾਂਗੇ, 4 ਤਾਂ ਘੰਟੇ ਲੱਗਿਆ ਕਰਨੇ ਉੱਥੇ ਪਹੁੰਚਣ ਨੂੰ। ਦੂਸਰੀ ਗੱਲ, ਜੇ ਪ੍ਰਧਾਨ ਮੰਤਰੀ ਸਾਹਿਬ ਆ ਹੀ ਰਹੇ ਆ, ਗੁਜਰਾਤ ਤੋਂ ਆਏ ਸੀ ਨਾ ਨਰਮੇ ਦੇ ਬੀਜ, ਕਹਿੰਦੇ ਅਸੀਂ ਰੌਲੇ ਰੱਪੇ ਵਾਲੇ ਆ, ਬੇਨਤੀ ਕਰ ਦਿਓ ਭਾਈ ਉੱਥੋਂ ਦੇ ਹੀ ਨੇ। ਇਹਦੇ ਨਾਲ ਨਾਲ ਕੈਂਸਰ ਹਸਪਤਾਲ ਦਾ ਉਦਘਾਟਨ ਹੋਣ ਲੱਗਿਆ, ਕੈਂਸਰ ਐਕਸਪ੍ਰੈਸ ਪੰਜਾਬ 'ਚ ਚੱਲਦੀ ਹੈ, ਲੈ ਲਓ 2-4 ਸਹੂਲਤਾਂ ਹੋਰ ਜੇ ਮਿਲਦੀਆਂ। ਮਸਲਾ ਕਾਹਦਾ? ਸਿਰਫ 137 ਬੰਦਿਆਂ ਦੇ ਇਕੱਠੇ ਹੋਣ ਦਾ। ਬਸ ਨਾਲੇ ਇਹ ਵੀ ਬੇਨਤੀ ਕਰਦੇ ਵੀ ਕੈਂਸਰ ਹਸਪਤਾਲ ਦਾ ਇੱਥੇ ਪੰਜਾਬ ਦੇ ਵਿੱਚ ਆਣ ਕੇ ਉਦਘਾਟਨ ਹੋ ਰਿਹਾ, ਸਭ ਤੋਂ ਵੱਡਾ ਸਵਾਲ ਸਾਰੇ ਲੀਡਰ ਸਾਹਿਬਾਨ ਆਪਣੇ ਆਪ ਨੂੰ ਪੁੱਛਣ ਵੀ ਇਹਦੀ ਲੋੜ ਕਿਉਂ ਪਈ ਹੈ, ਐਸਾ ਕੀ ਕਾਰਨ ਬਣ ਗਿਆ ਸੀ ਵੀ ਪੰਜਾਬੀਆਂ ਨੂੰ ਹੁਣ ਕੈਂਸਰ ਹਸਪਤਾਲ ਦੀ ਲੋੜ ਪੈ ਰਹੀ ਹੈ। ਇਹਦੇ 'ਚ ਵੀ ਪਿਛਲੇ ਸਾਲਾਂ ਦੇ ਵਿੱਚ ਜਿਨ੍ਹਾਂ ਨੇ ਰਾਜ ਕੀਤਾ ਉਹ ਵੀ ਝਾਤੀ ਮਾਰ ਲੈਣ, ਜਿਹੜੇ ਕਰਦੇ ਨੇ ਉਹ ਵੀ ਝਾਤੀ ਮਾਰਨ, ਜਿਨ੍ਹਾਂ ਨੂੰ ਇਹ ਚਾਅ ਆ ਵੀ ਅਸੀਂ ਗਾਂ ਕੁਰਸੀ ਤੇ ਬਹਿਣਾ ਉਹ ਵੀ ਪ੍ਰਬੰਧ ਕਰਨ ਵੀ ਇਹੋ ਜਿਹੇ ਹਸਪਤਾਲ ਹੋਰ ਨਾ ਖੋਲ੍ਹਣੇ ਪੈਣ। ਚਲਿਏ ਫਿਰ ਸਮਾਂ ਹੋ ਗਿਆ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।